ਅਤ ਅਨਭੰਗ ਤੇਜ ਅਖੰਡ ਅਨਿਲ ਬਲ। ਛਿਜਗਾਤ ਹੁੰਦਾ ਜਿਹੜਾ ਗਿਆਨ ਹੈ ਨਾ, ਉਹ ਛਿਜਦਾ ਨਹੀਂ, ਕਮਜ਼ੋਰ ਨਹੀਂ ਪੈਂਦਾ। ਸੱਚ ਦਾ ਗਿਆਨ ਜਿਹੜਾ ਹੁੰਦਾ ਘਟਦਾ ਵੱਧਦਾ ਨਹੀਂ ਹੁੰਦਾ, ਟਿਕਿਆ ਹੋਇਆ ਹੁੰਦਾ। ਜਿੰਨਾ ਸੱਚ ਦਾ ਗਿਆਨ ਹੁੰਦਾ ਉਹ ਸ਼ੰਕਾ ਨਹੀਂ ਹੁੰਦੀ, ਜਿੰਨਾ ਵੀ ਹੁੰਦਾ ਉਹ ਛਿਜ ਹੁੰਦਾ। ਦੂਸਰਾ ਜਿਹੜਾ ਗਿਆਨ ਹੈ ਉਹ ਛਿਜਦਾ ਰਹਿੰਦਾ, ਕਿਉਂ? ਗਾਹਾਂ ਮਾਇਆ ਦਾ ਗਿਆਨ ਗਾਹਾਂ, ਜਦੋਂ ਗਾਹਾਂ ਦਾ ਗਿਆਨ ਮਿਲਦਾ ਥੱਲੇ ਵਾਲਾ ਗਿਆਨ ਛਿਜ ਜਾਂਦਾ, ਫਿੱਕਾ ਪੈ ਜਾਂਦਾ। ਸੱਚ ਦਾ ਗਿਆਨ ਨਹੀਂ ਛਿਜਦਾ। ਜਦ ਸੱਚ ਦਾ ਪੂਰਾ ਗਿਆਨ ਹੋ ਜਾਵੇ ਫਿਰ ਨਹੀਂ ਛਿਜਦਾ। ਇੱਕ ਸਟੇਜ ਤੇ ਜਾ ਕੇ ਗਿਆਨ ਟਿਕ ਜਾਂਦਾ ਹੈ। ਛਿਜਦਾ ਉਹਨਾਂ ਚਿਰ ਹੈ ਜਿੰਨਾ ਚਿਰ ਵਿੱਚ ਭਰਮ ਹੋਵੇ। ਅਨਭੰਗ ਤੇਜ ਅਖੰਡ ਅਨਿਲ ਬਲ। ਅਨਭੰਗ ਤੇਜ ਤਾਂ ਹੀ ਹੈ ਨਾ, ਤੇਜ ਭੰਗ ਨਹੀਂ ਹੁੰਦਾ। ਵੋਲਟੇਜ ਘਟਦੀ ਵੱਧਦੀ ਰਹਿੰਦੀ ਹੈ ਜਦ, ਉਹ ਛਿਜਦਾ ਤੇਜ ਹੈ। ਸ਼ੰਕਾ ਖੜੀ ਹੋ ਜਾਂਦੀ ਹੈ ਅੰਦਰ, ਛਿਜ ਗਿਆ। ਸ਼ੰਕਾ ਦੂਰ ਹੋ ਗਈ ਤਾਂ ਵੀ ਛਿਜ ਗਿਆ, ਪਹਿਲੇ ਵਾਲਾ ਛਿਜ ਗਿਆ। ਜੇ ਸ਼ੰਕਾ ਖੜੀ ਹੋ ਗਈ ਤਾਂ ਵੀ ਛਿਜ ਗਿਆ, ਜੇ ਸ਼ੰਕਾ ਦੂਰ ਹੋ ਗਈ ਤਾਂ ਵੀ ਛਿਜ ਗਿਆ। ਜਦੋਂ ਸ਼ੰਕਾ ਰਹਿੰਦੀ ਉਹ ਨਹੀਂ ਕੋਈ, ਫਿਰ ਨਹੀਂ ਛਿਜਦਾ, ਫਿਰ ਅਨਛਿਜ ਹੋ ਜਾਂਦਾ। ਪਵਨ ਵੇਗ ਰਥ ਕੋ ਪ੍ਰਤਾਪ ਜਾਣਤ ਜੀ ਜਲ ਥਲ। ਪਵਨ ਵੇਗ ਰਥ ਕੋ ਪ੍ਰਤਾਪ। ਪ੍ਰਤਾਪ ਲਫ਼ਜ਼ ਜਿਹੜਾ ਹੈਗਾ ਇਹ ਖੋਲਣ ਵਾਲਾ। ਪ੍ਰਤਾਪ ਲਫ਼ਜ਼ ਦਾ ਅਰਥ ਕਲੀਅਰ ਕਿਤੇ ਵੀ ਨਹੀਂ ਆਇਆ ਹੋਇਆ। ਸਟੀਕ ਲਫ਼ਜ਼ ਇਹਦਾ ਅਰਥ ਨਹੀਂ ਆਇਆ। ਤਾਪ ਹੁੰਦਾ ਗਰਮੀ, ਤਾਪ ਗਰਮੀ ਨੂੰ ਕਹਿੰਦੇ ਨੇ। ਜਿਹੜਾ ਪ੍ਰਤਾਪ ਲਫ਼ਜ਼ ਹੈ ਉਹ ਜਿਹੜੀ ਗਿਆਨ ਦੇ ਵਿੱਚ ਪ੍ਰਚੰਡਤਾ ਹੈ, ਉਹ ਪ੍ਰਤਾਪ ਹੈ। ਗਿਆਨ ਰੋਸ਼ਨੀ ਹੈ, ਸੂਰਜ ਦੀ ਰੋਸ਼ਨੀ ਵੀ ਹੈ, ਸੂਰਜ ਦੀ ਰੋਸ਼ਨੀ ਵਿੱਚ ਹੀਟ ਵੀ ਹੈ। ਉਹ ਹੀਟ ਪ੍ਰਤਾਪ ਹੈ। ਜੋ ਤਾਪ ਹੈ ਉਹਦੇ ਉੱਤੇ ਹੋਰ ਉਹਨੂੰ ਗਰਮੀ ਮਿਲ ਜਾਣੀ, ਹੋਰ ਗਰਮੀ ਮਿਲਣੀ। ਤਾਪ ਉੱਪਰ ਹੋਰ ਤਾਪ ਦਾ ਚਲਿਆ ਜਾਣਾ। ਤਾਪ ਉੱਪਰ ਤਾਪ, ਜਿਵੇਂ ਪ੍ਰਬੋਧ ਲਫ਼ਜ਼ ਹੈ, ਪ੍ਰਬੋਧ ਹੈ ਗਿਆਨ ਦੇ ਉੱਤੇ ਹੋਰ ਗਿਆਨ ਦਾ ਕੋਟ ਆ ਜਾਣਾ। ਤਾਪ ਨੂੰ ਹੋਰ ਗਰਮੀ ਨੂੰ ਹੋਰ ਗਰਮੀ ਮਿਲ ਜਾਣੀ, ਪ੍ਰਤਾਪ। ਜਿਉਂ ਗਿਆਨ ਵੱਧਦਾ ਹੈ ਪ੍ਰਤਾਪ ਵੀ ਵੱਧਦਾ, ਪ੍ਰਚੰਡਤਾ ਵੀ ਵੱਧਦੀ ਹੈ। ਗੁਰ ਗਿਆਨ ਘੱਟ ਬੜਿਆ ਜਿਹੜਾ ਲਫ਼ਜ਼ ਹੈ ਨਾ, ਬੜਿਆ, ਬੜਿਆ ਪ੍ਰਤਾਪ ਹੈ। ਜਿੰਨਾ ਗਿਆਨ ਸਟਰੋਂਗ ਹੈ ਉਨਾ ਹੀ ਉਹਦਾ ਇਫੈਕਟ ਪ੍ਰਤਾਪ ਕਰਦਾ। ਦੂਏ ਤੇ ਜਿਹੜਾ ਇਫੈਕਟ ਕਰਦਾ ਉਹ ਪ੍ਰਤਾਪ ਕਰਦਾ। ਉਹ ਰਾਜੇ ਨੂੰ ਕਹਿੰਦੇ ਨੇ, ਉਹ ਪ੍ਰਤਾਪ ਦਾ ਇਫੈਕਟ ਹੈ ਉੱਤੇ। ਸੂਰਜ ਵੱਲ ਝਾਕ ਨਹੀਂ ਹੁੰਦਾ, ਐਵੇਂ ਪ੍ਰਤਾਪ ਵੱਲ ਝਾਕ ਨਹੀਂ ਹੁੰਦਾ, ਪ੍ਰਚੰਡਤਾ ਵੱਲ ਝਾਕ ਨਹੀਂ ਹੁੰਦਾ, ਪ੍ਰਤਾਪ ਕਹਿੰਦੇ ਨੇ ਇਹਨੂੰ। ਪਵਨ ਵੇਗ ਰਥ ਕੋ ਪ੍ਰਤਾਪ। ਹਾਂ, ਪਵਨ ਵੇਗ ਰਥ ਕੋ ਪ੍ਰਤਾਪ। ਪ੍ਰਤਾਪ ਵਾਲੇ ਰਥ ਜਿਹੜਾ ਹੁੰਦਾ ਉਹਦਾ ਹੀ ਜਿਹੜਾ ਵੇਗ ਹੈ, ਬੁੱਧੀ ਦਾ ਜਿਹੜਾ ਵੇਗ ਹੈ, ਬੁੱਧੀ ਦੀ ਜਿਹੜੀ ਚਾਲ ਹੈ, ਸਪੀਡ ਹੈ, ਉਹ ਪਵਨ ਅੱਗੇ ਸਪੀਡ ਹੁੰਦੀ ਹੈ। ਪਵਨ ਤੋਂ ਪਹਿਲਾਂ ਹੋਰ ਸਪੀਡ ਕਿਸੇ ਚੀਜ਼ ਦੀ ਹੁੰਦੀ ਨਹੀਂ, ਮੰਨਦੇ ਨਹੀਂ ਹੁਣ। ਪਵਨ ਮਨ ਦੀ ਗੱਲ ਹੈ, ਮਨ ਦੀ ਸਪੀਡ ਜ਼ਿਆਦਾ। ਨਿਰਾਕਾਰੀ ਦੁਨੀਆ 'ਚ ਮਨ ਦੀ ਸਪੀਡ ਜ਼ਿਆਦਾ, ਇੱਥੇ ਹਵਾ ਦੀ ਸਪੀਡ ਜ਼ਿਆਦਾ। ਜਾਣਤ ਜੀ ਜਲ ਥਲ। ਸਾਰੇ ਜਲ ਥਲ ਵਿੱਚ ਜੀ ਜਾਣਦੇ ਨੇ, ਇਸ ਗੱਲ ਨੂੰ ਸਮਝਦੇ ਨੇ ਕਿ ਜਿਹੜਾ ਮਨ ਦਾ ਪ੍ਰਤਾਪ, ਮਨ ਦੀ ਜਿਹੜੀ ਸਪੀਡ ਹੈ ਬਹੁਤ ਤੇਜ਼ ਹੈ। ਇਹੋ ਜਿਹੀ ਸਪੀਡ ਹੁੰਦੀ ਹੈ ਵਿਵੇਕ ਬੁੱਧੀ ਦੀ। ਮਨ ਨੂੰ ਘੇਰਨ ਵਾਸਤੇ ਮਨ ਨੂੰ ਵੱਧ ਸਪੀਡ ਚਾਹੀਦੀ ਹੈ। ਕਿਸੇ ਚੀਜ਼ ਨੂੰ ਵੀ ਜੇ ਤੁਸੀਂ ਘੇਰਨਾ, ਘੇਰਨ ਵਾਲੀ ਚੀਜ਼ ਦੀ ਸਪੀਡ ਜ਼ਿਆਦਾ ਚਾਹੀਦੀ ਹੈ। ਜਿਹਨੂੰ ਘੇਰਨਾ ਉਹਦੇ ਨੂੰ। ਮਨ ਤੋਂ ਜ਼ਿਆਦਾ ਸਪੀਡ ਕਿਸੇ ਚੀਜ਼ ਦੀ ਮੰਨਦਾ ਨਹੀਂ ਸੰਸਾਰ। ਸੰਸਾਰ ਦੇ ਲੋਕ ਨਹੀਂ ਮੰਨਦੇ ਕਿ ਮਨ ਨੂੰ ਸਪੀਡ ਜ਼ਿਆਦਾ ਕਿਸੇ ਚੀਜ਼ ਦੀ ਹੈ, ਪਰ ਵਿਵੇਕ ਬੁੱਧੀ ਦੀ ਸਪੀਡ ਉਹਦੇ ਨਾਲੋਂ ਜ਼ਿਆਦਾ ਹੈ। ਤਾਂ ਹੀ ਮਨ ਕਰਦਾ, ਨਹੀਂ ਮਨ ਨਹੀਂ ਕਰਦਾ। ਹਾਂਜੀ। ਤਾਨੁਕ ਬਾਣ ਪ੍ਰਵੀਨ ਛੀਨ ਸਭ ਅੰਗ ਬ੍ਰਿਤਨ ਕਰ। ਸਾਰੀਆਂ ਜਿੰਨੀਆਂ ਬ੍ਰਿਤਨ ਬਹੁ ਵਚਨ ਹੈ, ਬਿਰਤੀ ਜਿੰਨੀਆਂ ਹੋਰ ਬਿਰਤੀਆਂ ਨੇ ਨਾ, ਹੋਰ ਮੱਤਾਂ ਨੇ,
ਉਹ ਇਸ ਗੱਲ 'ਚ ਸਮਰੱਥ ਹੈ ਕਿ ਐਸੇ ਬਾਣ ਮਾਰਦਾ ਉਹਨਾਂ ਬ੍ਰਿਤੀਆਂ ਦੇ ਸਾਰੇ ਅੰਗ ਜਿਹੜੇ ਨੇ ਅੰਗ ਮਨ ਹੁੰਦੇ ਨੇ ਨਾ ਛੀਣ ਕਰ ਦਿੰਦਾ, ਉਹਨਾਂ ਦੀ ਸਪੀਡ ਘਟਾ ਦਿੰਦਾ, ਛੀਣ ਕਰ ਦੇਣਾ, ਕਸ਼ੀਣ ਕਰ ਦੇਣਾ, ਕਮਜ਼ੋਰ ਕਰ ਦੇਣਾ ਉਹਨਾਂ ਨੂੰ, ਤੇ ਉਹਨਾਂ ਦੀ ਸਪੀਡ ਘਟਾ ਦੇਣਾ, ਉਹਨਾਂ ਦੀ ਬਿਰਤੀ ਛੀਣ ਕਰ ਦਿੰਦਾ। ਅਤੀ ਸੁਬਾਹ ਸੰਜਮ ਸੁਬੀਰ ਜਾਣਤ ਨਾਰੀ ਨਰ। ਅਤੀ ਸੁਭਾ, ਅਤੀ ਸੁਬਾਹ ਸੁਭਾ ਹੈ, ਅਤੀ ਉਹ ਸ਼ਕਤੀਸ਼ਾਲੀ ਹੈ। ਸੁਭਾ ਹੁੰਦਾ ਸ਼ਕਤੀਸ਼ਾਲੀ, ਬਲਵਾਨ, ਅਤ ਬਲਵਾਨ ਹੈ। ਸੰਜਮ ਸੁਬੀਰ ਸੰਜਮ ਵਾਲਾ ਵੀ ਹੈ, ਸੁਬੀਰ ਵੀ ਹੈ, ਜੋਧਾ ਵੀ ਹੈ। ਸੁਬੀਰ ਹੁੰਦਾ ਉਹ ਜੋਧਾ ਹੁੰਦਾ ਜਿਹੜਾ ਕਿਸੇ ਨੂੰ ਭੈ ਨਾ ਦੇਵੇ। ਇੱਕ ਹੁੰਦਾ ਵੀਰ, ਇੱਕ ਹੁੰਦਾ ਸੁਬੀਰ। ਸੁਬੀਰ ਭੈ ਮੁਕਤ ਕਰਦਾ, ਵੀਰ ਭੈ ਪਾਉਂਦਾ। ਜਦੋਂ ਸਾਨੂੰ ਭੈ ਪਾਵੇ, ਜਿੱਤੋਂ ਸਾਨੂੰ ਡਰ ਲੱਗੇ, ਉਹ ਵੀਰ ਹੈ ਸਾਡੇ ਵਾਸਤੇ। ਜਿਹੜਾ ਸਾਡੀ ਸਾਈਡ ਆ ਕੇ ਖੜਾ ਹੁੰਦਾ, ਜਿਹੜਾ ਸੂਰਮਾ ਸਾਡੀ ਮਦਦ ਵਾਸਤੇ ਆਇਆ, ਉਹ ਸਾਡੇ ਵਾਸਤੇ ਸੁਬੀਰ ਹੈ, ਸਾਹਮਣੇ ਵਾਲਿਆਂ ਵਾਸਤੇ ਵੀਰ ਹੈ। ਵੀਰ ਬੈਡ ਸੈਂਸ 'ਚ ਆਇਆ ਹੈ, ਜਿਵੇਂ ਬੰਦੇ ਬਹਾਦਰ ਦੇ ਵੀਰ ਸੀ। ਜਿਹੜੇ ਵੀਰ ਸੀ ਉਹਨਾਂ ਦੇ ਨਾਲ ਲੋਕਾਂ ਦੇ ਦਹਿਸ਼ਤ ਪਾਉਂਦਾ ਸੀ, ਡਰਾਉਂਦਾ ਸੀ ਲੋਕਾਂ ਨੂੰ। ਡਰਾਉਣੀ ਚੀਜ਼ ਦਾ ਨਾਮ ਵੀਰ ਹੈ ਅਸਲ ਦੇ ਵਿੱਚ। ਜੇ ਤਾਂ ਦੁਸ਼ਮਣ ਭੈ ਖਾਵੇ ਉਹ ਵੀਰ ਹੈ। ਜਿਹੜਾ ਦੁਸ਼ਮਣ ਵਾਸਤੇ ਵੀਰ ਹੈ, ਘਸਦਿਆਂ ਵਾਸਤੇ ਸੁਬੀਰ ਹੈ। ਆਪਣੀ ਪਾਰਟੀ ਵਾਸਤੇ ਵੀਰ ਥੋੜ੍ਹੀ ਆ ਉਹ, ਕਿਉਂਕਿ ਜਿਹਦੇ ਨਾਲ ਲੜਨਾ ਉਹਦੇ ਨਾਲ ਬਹਾਦਰੀ ਦੀ ਗੱਲ ਹੈ, ਜਿਹਦੀ ਮਦਦ ਕਰਨੀ ਉਹਦੇ ਨਾਲ ਬਹਾਦਰੀ ਦੀ ਗੱਲ ਹੈ। ਸੁਬੀਰ ਜਾਣਤ ਨਾਰੀ ਨਰ। ਜਾਣਤ ਨਾਰੀ ਨਰ, ਸਭ ਜਾਣਦੇ ਨੇ ਇਸ ਗੱਲ ਨੂੰ, ਸਮਝਦੇ ਨੇ ਇਸ ਗੱਲ ਨੂੰ। ਗਹਿ ਧਨੁਖ ਬਾਣ ਪਾਨੈ। ਨਾਰੀ ਨਰ ਦਾ ਮਤਲਬ ਹੈ ਬੁੱਧਵਾਨ ਆਦਮੀ ਜਿਹੜੇ ਨੇ, ਮੱਤਾਂ ਵਾਲੇ ਆਦਮੀ ਨੇ ਜਿਹੜੇ, ਉਹ ਜਾਣਦੇ ਨੇ। ਆਮ ਪਬਲਿਕ ਦੀ ਗੱਲ ਨਹੀਂ ਹੈ ਇੱਥੇ ਨਾਰੀ ਨਰ। ਗਹਿ ਧਨੁਖ ਬਾਣ ਪਾਨੈ ਧਰਮ ਪਰਮ ਰੂਪ ਧਰ ਗਰਜ ਹੈ। ਹਾਂ, ਜਿਸ ਵਕਤ ਉਹ ਧਨਖ ਔਰ ਬਾਣ ਲੈ ਕੇ ਪਰਮ ਰੂਪ ਧਾਰਨ ਕਰਕੇ, ਪਰਮ ਰੂਪ, ਪਰਮ ਰੂਪ ਹੁੰਦਾ, ਆਖਰੀ ਰੂਪ ਹੁੰਦਾ ਪਰਮ ਰੂਪ। ਸਭ ਤੋਂ ਸ੍ਰੇਸ਼ਟ ਰੂਪ ਪਰਮ ਰੂਪ ਹੁੰਦਾ। ਪਰਮ ਰੂਪ ਹੈ ਜਿਸ ਤੋਂ ਉੱਪਰ ਹੋਰ ਕੋਈ ਰੂਪ ਨਹੀਂ। ਵਿਵੇਕ ਦਾ ਰੂਪ ਪਰਮ ਰੂਪ ਹੈ। ਪਰਮ ਰੂਪ 'ਚ ਆ ਕੇ ਗਰਜਦਾ। ਜਦੋਂ ਗੱਲ ਕਰਦਾ ਆਮ ਪਬਲਿਕ ਨਾਲ, ਉਦੋਂ ਪਰਮ ਰੂਪ 'ਚ ਨਹੀਂ ਕਰਦਾ ਗੱਲ। ਜਦੋਂ ਜੰਗ ਕਰਦਾ ਹੈ, ਜਦੋਂ ਪਰਮ ਰੂਪ 'ਚ ਕਰਦਾ। ਪਰਮ ਰੂਪ ਧਰ ਗਰਜ ਹੈ। ਹਾਂ, ਧਰਦਾ ਧਰ ਗਰਜ ਹੈ, ਉਦੋਂ ਧਾਰਨ ਕਰਦਾ ਪਰਮ ਰੂਪ ਧਰ। ਕਿ ਪਹਿਲਾਂ ਤਾਂ ਕਿਸੇ ਨੂੰ ਉਨੇ ਕੁ ਲੈਵਲ ਦੀ ਉਹ ਗੱਲ ਦੱਸਣੀ ਹੁੰਦੀ ਹੈ ਜਿੰਨੀ ਕੁ ਉਹਦੀ ਸ਼ੰਕਾ ਹੁੰਦੀ ਹੈ। ਜਦ ਕੋਈ ਵਿਰੋਧ 'ਚ ਆ ਕੇ ਖੜਾ ਹੁੰਦਾ ਹੈ, ਫਿਰ ਪੂਰੀ ਸ਼ਕਤੀ ਨਾਲ ਉਹਦੇ ਨਾਲ ਗੱਲ ਕਰਨੀ ਹੁੰਦੀ। ਜਦੋਂ ਕਿਸੇ ਦੇ ਤੀਰ ਮਾਰਨਾ ਆਪਾਂ ਨੇ ਦੁਸ਼ਮਣ ਦੇ, ਫਿਰ ਪੂਰੀ ਤਾਕਤ ਨਾਲ ਮਾਰੀਦਾ ਹੁੰਦਾ। ਫਿਰ ਥੋੜੀ ਘੱਟ ਤਾਕਤ ਨਾਲ ਮਾਰੂ। ਜੇ ਕਿਸੇ ਹੋਰ ਚੀਜ਼ 'ਚ ਮਾਰੀਏ ਕਿਸੇ ਦੇ, ਉਹ ਫਿਰ ਘੱਟ ਤਾਕਤ ਨਾਲ ਮਾਰੀਦੀ ਹੁੰਦੀ ਹੈ। ਜਿਵੇਂ ਕਿਸੇ ਦੇ ਡੰਡਾ ਮਾਰਨਾ, ਪਿਆਰ 'ਚ ਮਾਰਨਾ, ਉਹ ਐ ਥੋੜੀ ਮਾਰੀਦਾ ਵੀ ਇਹਨੂੰ ਛੱਡ ਦੇਣਾ। ਡੇਗਣ ਵਾਸਤੇ ਥੋੜੀ ਮਾਰੀਦਾ। ਥੱਪੜ ਮਾਰਨਾ ਕਿਸੇ ਦੇ, ਮਜ਼ਾਕ 'ਚ ਮਾਰਨਾ ਜਾਂ ਪ੍ਰੇਮ ਨਾਲ ਮਾਰਨਾ ਨਿਆਣੇ ਦੇ, ਉਹ ਐ ਥੋੜੀ ਮਾਰੀਦਾ ਵੀ ਇਹਨੂੰ ਹੋਸ਼, ਇਹਦੀ ਹੋਸ਼ ਗੁੰਮ ਕਰ ਦੇਣੀ ਹੈ ਮਾਰ ਕੇ। ਉਹ ਰੂਪ ਹੋਰ ਹੈ ਮਾਰਨ ਦਾ। ਪ੍ਰੇਮ ਨਾਲ ਮਾਰਨ ਦਾ ਰੂਪ ਹੋਰ ਹੈ। ਜਿਹਨੂੰ ਘੜਨਾ ਹੈ ਨਾ, ਘੜਨਾ ਹੈ, ਉਹਨੂੰ ਪ੍ਰੇਮ ਨਾਲ ਘੜਨਾ। ਘੜਨ ਵੇਲੇ ਇਹੋ ਜਿਹੀ ਸੱਟ ਥੋੜੀ ਮਾਰਨੀ ਹੈ ਜਿਹਨਾਂ ਉਹ ਵਿਗੜ ਜਾਵੇ। ਜਿੰਨੀ ਸੱਟ ਦੀ ਲੋੜ ਹੈ ਉਦੋਂ ਉਨੀ ਮਾਰੀ ਦੀ ਹੈ। ਜੇ ਕਿਸੇ ਨੂੰ ਤੋੜਨ ਵਾਸਤੇ ਮਾਰੀ ਦੀ ਹੈ ਸੱਟ, ਉਹ ਫਿਰ ਜਿੰਨਾ ਜ਼ੋਰ ਹੈ ਉਨੀ ਮਾਰੀ ਦੀ ਹੈ। ਤੋੜਨ ਜਾਂ ਤੋੜਨਾ ਹੀ ਹੈ ਫਿਰ ਤਾਂ ਜਿੰਨੀ ਮਰਜ਼ੀ ਸੱਟ ਮਾਰ ਲਓ, ਚੀਜ਼ ਤਾਂ ਤੋੜਨੀ ਆਪਾਂ ਨੇ। ਜਿਹੜਾ ਵਿਰੋਧ ਚਾਹੁੰਦਾ ਉਹਨੂੰ ਤੋੜਨਾ ਹੁੰਦਾ। ਜਿਹੜਾ ਉਹਦਾ ਸਟੈਂਡ ਹੈ, ਵਿਰੋਧੀ ਸਟੈਂਡ ਹੈ ਨਾ ਆਪਣੇ ਨੂੰ, ਉਹਨੂੰ ਕਿਵੇਂ, ਉਹਨੂੰ ਤੋੜ ਦੇਣਾ। ਤੋੜਨ ਵਾਸਤੇ ਮਾਰਨਾ।
ਤੋੜਨ ਵਾਸਤੇ ਲਿਹਾਜ਼ ਵਾਲੀ ਸੱਟ ਨਹੀਂ ਹੁੰਦੀ। ਫਿਰ ਪੂਰੀ ਸ਼ਕਤੀ ਨਾਲੇ ਸੱਟ ਵੱਜਦੀ ਹੈ। ਇੱਕੋ ਸੱਟ 'ਚ ਟੁੱਟ ਜਾਵੇ ਤਾਂ ਚੰਗੀ ਗੱਲ ਹੈ। ਇੱਕੋ ਸੱਟ ਦੇ ਵਿੱਚ, ਇੱਕੋ ਗੱਲ ਦੇ ਵਿੱਚ ਚੁੱਪ ਕਰ ਜਾਵੇ, ਜਿੰਨੀ ਛੇਤੀ ਚੁੱਪ ਕਰੇ ਉਨੀ ਚੰਗੀ ਗੱਲ ਹੈ। ਹਾਂਜੀ। ਬਿਨ ਇੱਕ ਅਬ੍ਰਿਤ ਸੋ ਬ੍ਰਿਤਨ ਪਤੀ ਔਰ ਨਯਾਨ ਵਰਜ ਹੈ। ਜਦੋਂ ਉਹ ਬੋਲਦਾ ਦੂਜੀਆਂ ਮੱਤਾਂ ਨਾਲ ਪਰਮ ਰੂਪ ਧਾਰਨ ਕਰਕੇ ਬੋਲਦਾ, ਉਹਨਾਂ ਮੱਤਾਂ ਦੇ ਜਿਹੜੇ ਨੇ ਨੁਕਸ ਉਹ ਦੱਸਦਾ ਵੀ ਜੇ ਆਹ ਗੁਰਬਾਣੀ ਕਹਿੰਦੀ ਹੈ ਤੁਸੀਂ ਆਹ ਕਿਉਂ ਕਰਦੇ ਹੋ, ਇਹ ਪਰਮ ਰੂਪ ਹੈ, ਭੈੜਾ ਰੂਪ ਨਹੀਂ ਹੈਗਾ ਇਹ ਪਰਮ ਰੂਪ ਇਸ ਕਰਕੇ ਹੈ। ਪਰਮ ਰੂਪ ਹਮਦਰਦੀ ਵਾਲਾ ਰੂਪ ਹੀ ਹੁੰਦਾ। ਪਰਮ ਰੂਪ ਹਮਦਰਦੀ ਵਾਲਾ ਰੂਪ ਹੈ, ਚੰਗਾ ਰੂਪ ਹੈ ਪਰਮ ਰੂਪ, ਮਾੜਾ ਨਹੀਂ। ਸੁਝਾਅ ਦੇਣ ਵਾਸਤੇ ਜਦੋਂ ਕਰਦਾ ਨਾ ਉਹ ਪਰਮ ਰੂਪ ਹੈ। ਤੋੜਨ ਵਾਸਤੇ ਜਦ ਕਰਦਾ ਉਹ ਚੰਡੀ ਦਾ ਰੂਪ ਹੈ। ਫਿਰ ਭਿਆਨਕ ਰੂਪ ਹੈ ਉਹ, ਜਾਂ ਜੰਗ ਦਾ ਰੂਪ ਹੈ ਉਹ ਭਿਆਨਕ ਰੂਪ ਹੈ। ਉਹ ਗੁੱਸੇ ਵਾਲਾ ਵੀ ਰੂਪ ਹੈ, ਵੀਰ ਰਸ ਵਾਲਾ ਵੀ ਰੂਪ ਹੈ। ਨਿਜ ਭਾਲ ਤੇ ਜਵਾਲ ਕੀ ਲਾਟ ਨਿਕਾਲੀ ਹੈ। ਦੈਂਤਨ ਕੇ ਵੱਧ ਕਾਰਨ ਕੋ ਨਿਜ ਭਾਲ ਤੇ ਜਵਾਲ ਕੀ ਲਾਟ ਨਿਕਾਲੀ ਹੈ। ਫਿਰ ਦੈਂਤਾਂ ਨੂੰ ਮਾਰਨ ਵਾਸਤੇ ਆਪਣੇ ਮੱਥੇ ਚੋਂ ਇੱਕ ਅੱਗ ਦੀ ਲਾਈਟ ਕੱਢੀ, ਅੱਗ ਨਿਜ ਭਾਲ ਤੇ, ਭਾਲ ਮੱਥੇ ਨੂੰ ਕਹਿੰਦੇ ਨੇ, ਜਵਾਲ ਕੀ ਲਾਟ ਨਿਕਾਲੀ, ਅੱਗ ਦੀ ਲਾਟ ਕੱਢੀ। ਕਾਲੀ ਪ੍ਰਤੱਖ ਭਈ ਤੈ ਤੇ ਉਹ ਚੋਂ ਫਿਰ ਕਾਲੀ ਪ੍ਰਗਟ ਹੋਈ ਹੈ, ਉਹ ਲਾਟ ਚੋਂ ਕਾਲੀ ਪ੍ਰਗਟ ਹੋਈ ਹੈ। ਉਹ ਫਿਰ ਉਹੋ ਜਿਹਾ ਰੂਪ ਹੈ। ਕਾਲੀ ਕੀ ਹੈ? ਫਿਰ ਸਾਇੰਸ ਤੇ ਆ ਗਏ, ਸਾਇੰਸ ਤੇ ਆ ਗਏ। ਫਿਰ ਸਾਇੰਸ ਤੇ ਕਿਵੇਂ ਆ ਗਏ? ਸਾਇੰਸ ਤੇ ਗਾਹਾਂ ਸਾਇੰਸ ਦੀ ਗੱਲ ਆਉਂਦੀ ਹੈ ਅਗਲੇ ਪੰਕਤੀਆਂ 'ਚ। ਹਾਂਜੀ। ਬਿਨ ਇੱਕ ਅਬ੍ਰਿਤ ਸੋ ਬ੍ਰਿਤਨ ਪਤੀ ਔਰ ਨਯਾਨ ਵਰਜ ਹੈ। ਜਿਹੜਾ ਅਬ੍ਰਿਤ ਬਿਰਤੀ, ਭੈੜੀ ਬਿਰਤੀ ਵਾਲਾ ਆਦਮੀ ਹੁੰਦਾ, ਭੈੜੇ ਆਚਰਨ ਵਾਲਾ ਆਦਮੀ ਹੁੰਦਾ ਹੈ, ਜਿਹੜਾ ਗਿਰਿਆ ਹੋਇਆ ਆਦਮੀ ਹੁੰਦਾ ਹੈ, ਸੱਚ ਤੋਂ ਗਿਰਿਆ ਹੋਇਆ, ਸੱਚ ਦਾ ਵਿਰੋਧੀ ਹੁੰਦਾ ਹੈ, ਉਹੀ ਅੱਗੇ ਫਿਰ ਉਹ ਗੱਲਬਾਤ ਕਰਦਾ, ਵਰਨਾ ਹੋਰ ਨਹੀਂ ਕੋਈ ਬੋਲਦਾ। ਬਾਕੀ ਮਤਾਂ ਵਾਲੇ ਸਭ ਚੁੱਪ ਕਰ ਜਾਂਦੇ। ਇਸਲਾਮ ਵਾਲਿਆਂ ਨੂੰ ਚਾਹੇ ਕਹਿ ਤਾਂ ਹਿੰਦੂ ਉਹਨਾਂ ਤੁਰਕੂ ਕਾਣਾ, ਪਰ ਉਹਨਾਂ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਵੀ ਕਿਉਂ ਕਾਣਾ ਕਹੇ। ਵੀ ਅਸੀਂ ਕਾਣੇ ਨਹੀਂ ਹੈਗੇ। ਇਹ ਗੁਰਮਤਿ ਤੇ ਅਟੈਕ ਨਹੀਂ ਕੀਤਾ ਵਿਰੋਧੀ, ਜਿਵੇਂ ਇੱਕ ਅਟੈਕ ਹੋਇਆ ਵਿਸ਼ਨੂੰ ਭਗਤਾਂ ਦਾ ਔਰ ਸ਼ਿਵ ਭਗਤਾਂ ਦਾ ਚਰਚਾ ਦੇ ਵਿੱਚ ਹੈ। ਉਹ ਸੋਨੇ ਨੂੰ ਕਣਕ ਕਹਿੰਦੇ ਨੇ, ਅੱਗੇ ਵੀ ਇੱਕ ਦੋ ਵਾਰ ਗੱਲ ਆਈ ਹੈ। ਉਹ ਕਣਕ ਧਤੂਰੇ ਨੂੰ ਕਹਿੰਦੇ ਨੇ, ਧਤੂਰੇ ਦਾ ਨਾਂ ਵੀ ਕਣਕ ਹੈ, ਸੋਨੇ ਦਾ ਨਾਂ ਵੀ ਕਣਕ ਹੈ। ਉਹ ਸ਼ਿਵ ਜੀ ਦੇ ਚੇਲਿਆਂ ਨੂੰ ਵਿਸ਼ਨੂੰ ਦੇ ਚੇਲੇ ਕਹਿੰਦੇ, ਜਿਵੇਂ ਨਸ਼ਿਆਂ ਦੇ ਖਿਲਾਫ ਹੁਣ ਬੋਲਦੇ ਨੇ, ਨਸ਼ਿਆਂ ਦੇ ਖਿਲਾਫ ਬੋਲਣ ਵਾਲੇ ਮਾਇਆਧਾਰੀ। ਉਹ ਮਾਇਆਧਾਰੀ ਨੂੰ ਇੰਨਾ ਬੋਲਾ ਕਿਹਾ, ਨਸ਼ੇ ਵਾਲੇ ਨੂੰ ਕਦੇ ਇੰਨਾ ਬੋਲਾ ਨਹੀਂ ਕਿਹਾ ਹੋਇਆ। ਨਸ਼ੇ ਖਾਣ ਵਾਲੇ ਨੂੰ ਗੁਰਬਾਣੀ ਜੀ ਕਿਤੇ ਭੈੜਾ ਨਹੀਂ ਕਿਹਾ ਹੋਇਆ। ਮਾਇਆਧਾਰੀ ਨੂੰ ਇੰਨਾ ਬੋਲਾ ਕਿਹਾ ਹੋਇਆ। ਅੰਨੇ ਬੋਲੇ ਗੱਲਾਂ ਕਰਦੇ ਨੇ। ਸਿਰ ਤੇ ਤਾਜ ਜਿਹਦੇ ਹੈ, ਹੀਰੇ ਜਵਾਹਰਾਤ ਜੜੇ ਹੋਏ ਨੇ, ਉਹ ਨੁਕਸ ਕੱਢਦਾ ਸ਼ਿਵਜੀ ਦੇ ਚੇਲਿਆਂ 'ਚ। ਇਹ ਕਹਿ ਕੇ ਧਤੂਰਾ ਖਾਂਦੇ ਹੋ ਤੁਸੀਂ, ਨਸ਼ੇ ਖਾਂਦੇ ਹੋ। ਉਹ ਜਵਾਬ ਦਿੰਦਾ, ਕਹਿੰਦੇ ਕਣਕ ਕਣਕ ਤੇ ਮਾਦਕ ਤਾ। ਜਿਹੜਾ ਧਤੂਰਾ ਕਣਕ ਹੈ ਔਰ ਜਿਹੜਾ ਤੁਹਾਡਾ ਸੋਨਾ ਕਣਕ ਹੈ, ਸੋਨਾ ਵੀ ਤਾਂ ਕਣਕ ਹੈ, ਇਹਨੂੰ ਵੀ ਕਣਕ ਕਹਿੰਦੇ ਨੇ। ਕਹਿੰਦੇ ਹਾਂ, ਇਹ ਜਿਹੜਾ ਸੋਨਾ ਕਣਕ ਹੈ ਨਾ, ਇਹਦੇ 'ਚ 1000 ਗੁਣਾ ਨਸ਼ਾ ਜ਼ਿਆਦਾ ਹੈ ਧਤੂਰੇ ਨੂੰ। ਕਣਕ ਕਣਕ ਤੇ ਮਾਦਕਤਾ ਸਹਿਸ ਗੁਣਾ ਅਧਿਕਾਏ। 1000 ਗੁਣਾ ਨਸ਼ਾ ਸੋਨੇ 'ਚ ਜ਼ਿਆਦਾ ਹੈ। ਬੜੇ ਬੜੀਆਂ ਲੜਾਈਆਂ ਸੋਨੇ ਵਾਸਤੇ ਲੋਕ ਕਰਦੇ ਨੇ। ਵਰਲਡ ਵਾਰ ਹੋਣ ਨੂੰ ਤਿਆਰ ਕਾਹਦੇ ਵਾਸਤੇ? ਸੋਨੇ ਵਾਸਤੇ। ਬਹੁਤ ਮਹਾਪਾਪ ਕੀਤੇ ਨੇ ਸੋਨੇ ਵਾਸਤੇ ਲੋਕਾਂ ਨੇ, ਪੰਡਤ ਨੇ ਕੀਤੇ ਨੇ। ਪੰਡਤ ਸੋਨੇ ਤੋਂ ਖਿਲਾਫ ਹੈ ਨਾ, ਧਤੂਰੇ ਤੋਂ ਖਿਲਾਫ ਹੈ, ਨਸ਼ਿਆਂ ਤੋਂ। ਪੰਡਤ ਨੇ ਸਾਰੀਆਂ ਜਾਇਦਾਦ ਸੋਨਾ ਵਗੈਰਾ ਲੈ ਕੇ, ਇਸਤਰੀ ਦਾ ਦਾਨ ਲੈ ਕੇ ਉਹਨੂੰ ਕਿਹਾ ਤੂੰ ਖੂਹ ਛਾਲ ਮਾਰ, ਉੱਥੇ ਆਰੇ ਲੱਗੇ ਤੇ। ਇਹ ਮਹਾਪਾਪ ਕੀਤੇ ਨੇ ਪੰਡਤ ਨੇ। ਨਸ਼ਾ ਕੀ ਜ਼ਿਆਦਾ ਫਿਰ?
ਸੋਨੇ ਖਾਤਰ ਤੁਸੀਂ ਮਹਾਪਾਪ ਕਰਦੇ ਹੋ, ਤੂਰੇ ਖਾਤਰ ਤਾਂ ਕਦੇ ਮਹਾਪਾਪ ਕਿਸੇ ਨੇ ਕੀਤਾ ਹੀ ਨਹੀਂ। ਖਜ਼ਾਨਾ ਰਾਜਾ ਲੁੱਟਣ ਵਾਸਤੇ ਰਾਜੇ ਦਾ ਹਜ਼ਾਰਾਂ ਹੀ ਆਦਮੀ ਕਤਲ ਕਰ ਦਿੰਦਾ ਚੜਾਈ ਕਰਕੇ, ਆਪਣੇ ਵੀ ਮਰਵਾ ਦਿੰਦਾ, ਉਹਦੇ ਵੀ ਮਰਵਾ ਦਿੰਦਾ। ਇਹ ਨਸ਼ਾ ਘੱਟ ਹੈ। ਕਿਸੇ ਧਤੂਰਾ ਖਾਣ ਵਾਲੇ ਨੇ ਤਾਂ ਇਹੋ ਜਿਹਾ ਕੰਮ ਨਹੀਂ ਕੀਤਾ। ਕਨਕ ਕਨਕ ਤੇ ਮਾਦਕਤਾ ਸਹਿਜ ਗੁਣਾ ਅਧਿਕਾਏ, ਹਜ਼ਾਰਾਂ ਗੁਣਾ ਜ਼ਿਆਦਾ ਨਸ਼ਾ ਉਹ 'ਚ। ਕਿਉਂ? ਉਹ ਖਾਏ ਬੌਰਾਈਏ, ਜੇ ਖਾਊਗਾ ਧਤੂਰਾ ਤਾਂ ਪਾਗਲ ਕਰਦਾ। ਉਹ ਕਮਲੀਆਂ ਗੱਲਾਂ ਹੀ ਮਾਰੂ, ਹੋਰ ਤਾਂ ਕੁਝ ਨਹੀਂ ਕਰਦਾ। ਕਮਲੀਆਂ ਗੱਲਾਂ ਜੇ ਉਹ ਮਾਰਦਾ, ਕਮਲੀਆਂ ਗੱਲਾਂ ਤਾਂ ਕਬੀਰ ਵੀ ਮਾਰਦਾ, ਨਾਨਕ ਵੀ ਮਾਰਦਾ। ਉਹਨੂੰ ਵੀ ਕਹਿੰਦੇ ਕਬੀਰ ਬੌਰਾ ਹੋ ਗਿਆ, ਦੁਨੀਆ ਬੌਰਾ ਕਹਿੰਦੀ ਆ ਕਬੀਰ ਨੂੰ, ਧਤੂਰਾ ਖਾਣ ਵਾਲੇ ਨੂੰ ਬੌਰਾ ਹੀ ਕਹਿੰਦੇ ਨੇ। ਫਿਰ ਬੌਰਾ ਤਾਂ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਦਾ। ਕਬੀਰ ਬੌਰਾ ਨਾ, ਉਹ ਕਹਿੰਦਾ ਮੈਂ ਵੀ ਬੌਰਾ ਹਾਂ, ਰਾਮ ਕੀ ਉਹ ਬੌਰਾ, ਪਰ ਮੈਨੂੰ ਰਾਮ ਨੇ ਬੌਰਾ ਕਰਤਾ, ਮੇਰੇ ਅੰਦਰ ਰਾਮ ਆ ਗਿਆ ਜਦ ਤੇ ਬੌਰਾ ਹੋ ਗਿਆ। ਸੱਚ ਬੋਲਣ ਲੱਗ ਗਿਆ ਨਾ ਤਾਂ ਬੌਰਾ ਹੈ। ਸੱਚ ਬੋਲਣ ਲੱਗ ਗਿਆ ਮੂੰਹ ਤੇ, ਸਿੱਧੀ ਕਹਿਣ ਲੱਗ ਗਿਆ ਗੱਲ, ਫਿਰ ਬੌਰਾ ਹੈ। ਉਹ ਕਹਿੰਦੇ ਤਾਂ ਬੌਰਾ ਹੋ ਗਿਆ। ਸੱਚ ਕਿਤੇ ਕਿਸੇ ਨੂੰ ਮੂੰਹ ਤੇ ਕਹੀਦਾ ਹੁੰਦਾ? ਜੇ ਕੋਈ ਚੋਰ ਹੈ, ਝੂਠਾ, ਉਹਦੇ ਮੂੰਹ ਤੇ ਨਹੀਂ ਕਹੀਦਾ ਹੁੰਦਾ ਤੂੰ ਝੂਠ ਬੋਲਦਾ। ਇਹ ਦੁਨੀਆ ਦਾ ਰੂਲ ਹੈ। ਪਰ ਜਿਹਨੇ ਸੱਚ ਬੋਲਣਾ ਉਹਦੀ ਮਜਬੂਰੀ ਹੈ। ਕਨਕ ਕਨਕ ਤੇ ਮਾਦਕਤਾ ਸਹਿਜ ਗੁਣਾ ਅਧਿਕਾਈਏ, ਉਹ ਖਾਏ ਬੌਰਾ ਹੀ ਹੈ, ਉਹ ਪੋਏ ਬੌਰਾ ਹੈ। ਉਹ ਸੋਨਾ ਪ੍ਰਾਪਤ ਹੁੰਦੀ ਸਾਰੇ ਪਾਗਲ ਕਰ ਦਿੰਦਾ। ਧਤੂਰਾ ਤੂੰ ਜਿੰਨਾ ਮਰਜ਼ੀ ਇਕੱਠਾ ਕਰਕੇ ਰੱਖ ਲੈ, ਤੈਨੂੰ ਪਾਗਲ ਨਹੀਂ ਕਰਦਾ ਜਿੰਨਾ ਚਿਰ ਖਾਂਦਾ ਨਹੀਂ। ਸੋਨਾ ਬਗੈਰ ਖਾਧਾ ਤੇ ਪਾਗਲ ਕਰ ਦਿੰਦਾ, ਉਹ ਖਾ ਕੇ ਪਾਗਲ ਕਰਦਾ। ਸੋਨੇ ਦੀ ਸੰਗਤ ਪਾਗਲ ਕਰ ਦਿੰਦੀ ਹੈ, ਧਤੂਰੇ ਦੀ ਸੰਗਤ ਪਾਗਲ ਨਹੀਂ ਕਰਦੀ। ਨਸ਼ਾ ਕੀ ਜ਼ਿਆਦਾ ਹੋਇਆ? ਇਹ ਸੀ ਜਵਾਬ। ਜਦੋਂ ਦੋਏ ਮੱਤਾਂ 'ਚ ਫਰਕ ਹੋਵੇ ਬਰਾਬਰ ਦੀਆਂ ਹੋਣ ਤਾਂ ਉਹਦਾ ਜਵਾਬ ਹੁੰਦਾ। ਪਰ ਹਿੰਦੂਆਂ ਨਾ ਤੁਰਕੂ ਕਾਣਾ ਦਾ ਜਵਾਬ ਨਹੀਂ ਦਿੱਤਾ ਕਿਸੇ ਨੇ, ਕਿਉਂ ਗੱਲ ਸੱਚ ਸੀ। ਜਵਾਬ ਬਣਦਾ ਹੀ ਨਹੀਂ, ਇਹਦਾ ਬਣਦਾ ਨਹੀਂ ਜਵਾਬ ਇਹਦਾ। ਪਰ ਇਹ ਵੀ ਰੂਪ ਜਿਹੜਾ ਸੀ, ਇਹ ਵੀ ਰੂਪ ਉੱਤਮ ਰੂਪ ਸੀ। ਉਹਦਾ ਗੱਲ ਕਰਨ ਦਾ ਰੂਪ ਉੱਤਮ ਸੀ, ਰੂਪ ਪਰਮ ਸੀ, ਪਰਮ ਰੂਪ ਸੀ, ਪਵਿੱਤਰ ਰੂਪ ਸੀ। ਹਿਰਦੇ ਸ਼ੁੱਧ ਜੇ ਨਿੰਦਾ ਹੋਏ, ਸ਼ੁੱਧ ਹਿਰਦੇ ਨਾਲ ਗੱਲ ਕਹੀ ਹੋਈ ਸੀ ਵੀ ਅੰਨੇ ਨਾ ਬਣੋ, ਅੰਨੇ ਹੋ। ਇਸ ਵਕਤ ਤੁਸੀਂ ਆਪਣੇ ਆਪ ਨੂੰ ਅੰਨੇ ਮੰਨਦੇ ਨਹੀਂ। ਫਿਰ ਅੰਨਾ ਕਿਹਨੂੰ ਮੰਨਦੀ ਹੈ ਗੁਰਬਾਣੀ? ਅੱਖਾਂ ਤੇ ਬਿਨਾਂ ਵਾਲੇ ਨੂੰ ਅੰਨਾ ਨਹੀਂ ਮੰਨਦੀ, ਜਿਹੜੀਆਂ ਮੱਥੇ ਤੇ ਅੱਖਾਂ ਨੇ। ਕਹਿੰਦੇ ਇਹ ਅੰਧੇ ਇਹ ਨਾ ਆਖੀਨ ਜਿਨ ਮੁਖ ਲੋਇਣ ਨਾ ਹੈ, ਉਹਨਾਂ ਨੂੰ ਅੰਨੇ ਨਹੀਂ ਅਸੀਂ ਕਹਿੰਦੇ ਜਿਹਨਾਂ ਦੇ ਮੂੰਹ ਦੇ ਉੱਤੇ ਅੱਖਾਂ ਨਹੀਂ ਹਨ। ਅੰਧੇ ਸਹੀ ਨਾਨਕਾ ਜੋ ਖਸਮੇ ਕੁੱਥੇ ਜਾਏ, ਜਿਹਨਾਂ ਨੂੰ ਸੱਚ ਦਾ ਗਿਆਨ ਨਹੀਂ ਹੈ, ਜੋ ਬੋਲਦਾ ਪੁਰਸ਼ ਹੈ ਅੰਦਰ ਸਰੀਰ ਦੇ, ਉਹਨੂੰ ਜਿਹਨਾਂ ਨੇ ਉਹਨੂੰ ਨਹੀਂ ਪਛਾਣਿਆ, ਬੋਲਦੇ ਪੁਰਖ ਨੂੰ ਨਹੀਂ ਪਛਾਣਿਆ, ਜਿਹਦੇ ਵਿੱਚ ਬੋਲਦਾ ਉਹਨੂੰ ਅੱਗੇ ਰੱਖ ਲਿਆ, ਸੱਚ ਨੂੰ ਛੱਡ ਕੇ ਝੂਠ ਨੂੰ ਮੂਹਰੇ ਰੱਖ ਲਿਆ। ਸੱਚ ਨੂੰ ਨਹੀਂ ਪਛਾਣਿਆ ਜਿਨ੍ਹਾਂ ਨੇ, ਉਹ ਅੰਨੇ ਨੇ। ਜੋ ਖਸਮੋਂ ਕਿੱਥੇ ਜਾਣ, ਜਿਹਨਾਂ ਨੂੰ ਖਸਮ ਦਾ ਪਤਾ ਨਹੀਂ ਲੱਗਿਆ, ਉਹਨਾਂ ਨੂੰ ਅੰਨੇ ਕਹਿੰਦੇ ਹਾਂ ਅਸੀਂ। ਆ ਬਾਹਰਲੀਆਂ ਅੱਖਾਂ ਵਾਲਿਆਂ ਨੂੰ ਤਾਂ ਸੂਰਮਾ ਸੋ ਕਹਿੰਦੇ ਨੇ, ਉਹਨਾਂ ਨਹੀਂ ਹੁੰਦਾ। ਉਹਨਾਂ ਨੂੰ ਗੁਰਮੁਖੀ ਭਾਸ਼ਾ 'ਚ ਸੂਰਮਾ ਸਿੰਘ ਕਹਿੰਦੇ ਨੇ, ਉਹਨਾਂ ਨਹੀਂ ਕਹਿੰਦੇ ਉਹਨੂੰ। ਰੱਬ ਨੇ ਅੱਖਾਂ ਨਹੀਂ ਦਿੱਤੀਆਂ, ਉਹਨੂੰ ਅੰਨਾ ਕਹੀਏ ਅਸੀਂ? ਨਹੀਂ ਦਿੱਤੀਆਂ। ਕਿਉਂ ਨਹੀਂ ਦਿੱਤੀਆਂ ਅੱਖਾਂ? ਹੋ ਸਕਦਾ ਕੁਝ ਉਹ 'ਤੇ ਅਵੱਗਿਆ ਹੋ ਗਈ ਹੋਵੇ। ਕੰਨ ਨਹੀਂ ਦਿੱਤੇ ਕਈਆਂ ਨੂੰ, ਬਥੇਰੇ ਜਾਨਵਰ ਨੇ ਜਿਹਨਾਂ ਦੇ ਕੰਨ ਨਹੀਂ ਹੁੰਦੇ, ਆਦਮੀ ਵੀ ਹੁੰਦੇ ਨੇ ਬੋਲੇ ਜਾਮਣੂ। ਕਰਨ ਸੁਣੇ ਨਹੀਂ ਨਾਦ, ਕਰਨ ਮੁੰਦ ਘਾਲਿਆ। ਨੈਣ ਨਾ ਹਾਂ, ਪੇਖੇ ਸਾਧ ਨੈਣ ਬਿਹਾਲਿਆ। ਨੈਣ ਜੇ ਸਾਧ ਦੀ ਪਛਾਣ ਨਹੀਂ ਨਾ ਕੀਤੀ ਅੱਖਾਂ ਨੇ, ਗਾਹਾਂ ਨੂੰ ਅੱਖਾਂ ਨਹੀਂ ਦਿੱਤੀਆਂ ਤੈਨੂੰ ਅਗਲੇ ਜਨਮ 'ਚ, ਹੋ ਸਕਦਾ ਹੈ ਜੀ ਕੋਈ ਗੱਲ ਹੋ ਗਈ ਹੋਵੇ। ਨੈਣ ਨਾ ਪੇਖੇ ਸਾਧ, ਜਿਹਨੇ ਸਾਧ ਦੀ ਗੁਰਮੁਖ ਦੀ ਪਛਾਣ ਨਹੀਂ ਕੀਤੀ, ਉਹਨੂੰ ਗਾਹਾਂ ਨੂੰ ਅੱਖਾਂ ਨਹੀਂ ਮਿਲਣੀਆਂ।
ਗੁਰਦੁਆਰਿਆਂ 'ਚ ਕੋਈ ਗੁਰਮੁਖ ਜਾਵੇ ਇਹਨਾਂ ਨੂੰ ਕੋਈ ਪਤਾ ਨਹੀਂ, ਪਛਾਣ ਨਹੀਂ ਕਰਦੇ। ਗਾਹਾਂ ਨੂੰ ਗੰਡ ਗੰਡੋਲੇ ਬਣ ਜਾਣਗੇ, ਜੋਕਾਂ ਬਣ ਜਾਣਗੀਆਂ। ਜੋਗ ਦੇ ਅੱਖਾਂ ਨਹੀਂ ਹੁੰਦੀਆਂ, ਗੰਡ ਗੰਡੋਲੇ ਦੇ ਅੱਖਾਂ ਨਹੀਂ ਹੁੰਦੀਆਂ। ਬਹੁਤ ਸਾਰੇ ਜੀਵ ਨੇ ਜਿਨ੍ਹਾਂ ਦੇ ਅੱਖਾਂ ਨਹੀਂ ਹੁੰਦੀਆਂ। ਇਹਨਾਂ ਨੂੰ ਸ਼ਾਇਦ ਨਹੀਂ ਪਤਾ ਇਸ ਗੱਲ ਦਾ। ਇਹਨਾਂ ਨੂੰ ਇਸ ਗੱਲ ਦਾ ਵੀ ਨਹੀਂ ਪਤਾ ਵੀ ਜਾਨਵਰ ਬਹੁਤ ਸਾਰੇ ਨੇ ਜਿਹਦੇ ਬਿਰਛ ਨੇ ਕਿਸੇ ਦਰਖਤ ਦੇ ਅੱਖਾਂ ਦਿਖਾਓ। ਦੀਦਾ ਜ਼ਰੂਰ ਅੱਖਾਂ ਹੈ ਨਹੀਂ। ਬਨਸਪਤੀ 'ਚ ਕਿਸੇ ਦੇ ਅੱਖ ਨਹੀਂ ਹੈ, ਦੱਸੋ ਕਿਹਦੇ? ਬਨਸਪਤੀ ਇੰਨੀ ਨਹੀਂ ਹੁੰਦੀ ਹੈ ਕਦੇ ਵੀ। ਜਾਨਵਰ ਅੰਨੇ ਹੋ ਜਾਂਦੇ ਨੇ, ਜਿਹੜੇ ਪੰਛੀ ਨੇ, ਪਸ਼ੂ ਨੇ, ਇਹਨਾਂ ਦੇ ਅੱਖਾਂ ਹੁੰਦੀਆਂ ਨੇ। ਪਾਣੀ ਦੇ ਜੀਵ ਨੇ ਬਥੇਰੇ ਨੇ, ਬਾਹਰ ਖੁਸ਼ਕੀ ਦੇ ਜੀਵ ਨੇ, ਕਈ ਨੇ ਅੱਖਾਂ ਨਹੀਂ ਹੁੰਦੀਆਂ ਉਹਨਾਂ। ਹਾਂਜੀ। ਚਕ੍ਰਤ ਚਾਰ ਚੰਚਲ ਪ੍ਰਕਾਸ਼ ਬਾਜੀ ਰਥ ਸੋਹਤ। ਚਕ੍ਰਤ ਚਾਰ, ਚਕ੍ਰਤ ਚਾਰ ਚੰਚਲ ਪ੍ਰਕਾਸ਼। ਚਕ੍ਰਿਤ ਚਾਰ, ਚਾਰੇ ਚੱਕ ਚੱਕਰ ਤੋਂ ਹੋਏ ਹੋਏ ਲੋਕ, ਚਾਰੇ ਲੋਕ ਪਾਸੇ ਦੇ ਚਾਰੇ ਵਰਣ ਸਮਝ ਲਓ ਚੱਕਰਤ ਹੋਏ ਹੋਏ ਨੇ। ਕੀ ਹੋਣ ਵਾਲਾ? ਚੰਚਲ ਪ੍ਰਕਾਸ਼ ਬਾਜੀ ਰਥ ਸੋਹਤ। ਚੰਚਲ ਪ੍ਰਕਾਸ਼, ਦੇਖੋ ਪ੍ਰਕਾਸ਼ ਨਾਲ ਚੰਚਲ ਆਇਆ। ਇਹ ਗੱਲਾਂ ਖੋਲਣ ਵਾਲੀਆਂ ਸੀ ਦੋ ਇਹਦੇ ਵਿੱਚ ਲਫ਼ਜ਼। ਤਾਂ ਦੁਬਾਰਾ ਕੀਤਾ, ਤਾਂ ਦੁਬਾਰਾ ਕੀਤਾ। ਉਹ ਅਲੱਗ ਡਿਲੀਟ ਕਰ ਦਿਓ ਦੋ। ਹਾਂ, ਪ੍ਰਕਾਸ਼ ਨਾਲ ਚੰਚਲ ਆਇਆ ਹੋਇਆ ਲਫ਼ਜ਼ ਹੈ। ਚੰਚਲ ਮਾਨਾ ਜ਼ਿਆਦਾ ਆਉਂਦਾ ਨਾ, ਕਿ ਮਨ ਅਗਿਆਨੀ ਹੈ, ਮਾਇਆ 'ਚ ਫਸਿਆ ਹੈ। ਮਾਇਆ 'ਚ ਫਸ ਕੇ ਚੰਚਲ ਹੋਣਾ ਹੋਰ ਗੱਲ ਹੈ। ਮਾਇਆ ਤੋਂ ਰਹਿਤ ਵੀ ਚੰਚਲ, ਮਾਇਆ ਤੋਂ ਰਹਿਤ ਰੁਕ ਨਹੀਂ ਸਕਦਾ। ਫਿਰ ਇਹ ਤਿਉ ਸੈਰ ਕਰੇ ਜਿਉਂ, ਫਿਰ ਸੈਰ ਕਰਨ ਵਾਲਾ ਕਿਤੇ ਰੁਕਦਾ ਹੁੰਦਾ। ਜਾਂ ਉੱਚੇ ਤੇ ਉੱਚਾ ਭਗਵੰਤ ਹੈ, ਫਿਰ ਰੁਕਣਾ ਨਹੀਂ ਹੈ। ਰੁਕਣਾ ਨਹੀਂ ਹੈ ਕਿਤੇ ਜਾ ਕੇ। ਜੇ ਰੁਕ ਗਿਆ ਫਿਰ ਤਾਂ ਸਟੇ ਹੋ ਗਿਆ, ਸਟੇਬਲ ਹੋ ਗਿਆ। ਗੱਲ ਉਹੀ ਹੈ, ਗੱਲ ਦਾ ਨਹੀਂ ਕੋਈ ਫਰਕ। ਸਮੁੰਦਰ ਜਾਣਾ ਤਾਂ ਸਮੁੰਦਰ ਚਲੇਗਾ, ਫਿਰ ਸਮੁੰਦਰ ਦੀ ਕਹਾਂ ਖੋਜ ਨਹੀਂ ਹੈ। ਸਮੁੰਦਰ ਦੇ ਵਿੱਚ ਖੋਜ ਮੁੱਕ ਗਈ। ਜਾ ਕੇ ਰਹਿਣਾ ਤਾਂ ਸਮੁੰਦਰ ਦੇ ਵਿੱਚ ਹੀ ਹੈ। ਸਮੁੰਦਰ ਦੇ ਵਿੱਚ ਵੀ ਤਾਂ ਬਹੁਤ ਕੁਛ ਹੈ ਦੇਖਣ ਨੂੰ। ਇੱਕ ਤਾਂ ਜਾ ਕੇ ਖੜ ਕੇ ਤਾਂ ਸਮੁੰਦਰ ਦਾ ਸਾਰੇ ਦਾ ਪਤਾ ਹੀ ਨਹੀਂ ਲੱਗਦਾ। ਪ੍ਰਕਾਸ਼ ਚੰਚਲ ਹੈ, ਜਦ ਪ੍ਰਕਾਸ਼ ਨਾਲ ਵੀ ਚੰਚਲ ਆਉਂਦਾ ਲਫ਼ਜ਼। ਜਿਵੇਂ ਲਾਲਚ ਲਫ਼ਜ਼ ਨਾਮ ਨਾਲ ਵੀ ਆਉਂਦਾ ਹੈ। ਲਾਲਚ ਹੈ, ਜੇ ਲਾਲਚ ਹੈ ਗੁਣਾਂ ਦਾ, ਤੇ ਫਿਰ ਉੱਥੇ ਸਟੇਬਲ ਕਿਵੇਂ ਹੋ ਜਾਊਗਾ? ਫਿਰ ਤਾਂ ਹੋਰ ਇਕੱਠੇ ਕਰਨੇ ਪੈਣਗੇ। ਹੋਰ ਇਕੱਠੇ ਕਰੂ ਤੁਰ ਫਿਰ ਕੇ ਹੋਣਗੇ। ਆ ਜੋ ਮਾਇਆ ਦਾ ਗਿਆਨ ਹੈ ਨਾ, ਹੁਣ ਜੋ ਮਾਇਆ ਚੱਲ ਰਹੀ ਹੈ, ਰਚਨਾ ਦਾ ਗਿਆਨ, ਇਹ ਉੱਥੇ ਜਾ ਕੇ ਮਿਲਣਾ ਗਾਹਾਂ। ਇੱਥੇ ਨਹੀਂ ਇਹਦਾ, ਇੱਥੇ ਚੈਪਟਰ ਬੰਦ ਹੈ। ਉਰੇ ਲੋੜ ਨਹੀਂ ਹੈ, ਉੱਥੇ ਲੋੜ ਹੈ। ਉੱਥੇ ਦੇਖਣਾ ਕਰਨਾ, ਉੱਥੋਂ ਕੰਟਰੋਲ ਜੋ ਕਰਨਾ ਇਹਦੇ ਤੇ। ਜਿਹਨੇ ਡਰਾਈਵਰ ਜਿਹੜੀ ਕਰਨੀ ਹੈ, ਉਹਨੂੰ ਨੌਲੇਜ ਡਰਾਈਵਰੀ ਦੀ ਲੈਣੀ ਪਊਗੀ। ਉੱਥੇ ਜਾ ਕੇ ਜਿਹੜੀ ਡਿਊਟੀ ਹੈ ਉਹ ਅਲੱਗ ਹੈ। ਸੱਚਖੰਡ ਵਾਲੀ ਡਿਊਟੀ ਉਹ ਅਲੱਗ ਹੈ। ਉੱਥੇ ਦੇ ਕੋਰਸ ਅਲੱਗ ਨੇ। ਫਿਰ ਉੱਥੇ ਮਾਇਆ ਵਾਲੇ ਕੋਰਸ ਉੱਥੇ ਜਾ ਕੇ ਨੇ। ਸੱਚੇ ਤੋਂ ਪਵਨਾ ਪਿਆ ਕਿਹਨੇ ਦੱਸਿਆ? ਫਿਰ ਕਿਹਨੇ ਦੱਸਿਆ? ਕਿੱਥੋਂ ਦੱਸਿਆ? ਉੱਥੋਂ ਕੱਢ ਕੇ ਦੇਖ ਕੇ ਦੱਸਿਆ। ਉੱਥੋਂ ਖੜ ਕੇ ਦੇਖ ਕੇ ਦੱਸਿਆ। ਉੱਥੇ ਜਾ ਕੇ ਤਜਰਬਾ ਜਿਹੜਾ ਹੁਣ ਤਜਰਬਾ ਨਹੀਂ ਹੁੰਦਾ। ਤਜਰਬੇ 'ਚ ਰੋਜ਼ ਹੀ ਸਿੱਖਦਾ ਆਦਮੀ। ਤੇ ਕਹਿੰਦੇ ਨੇ ਜੋ ਆਦਮੀ ਕੰਮ ਕਰਦਾ ਹੈ ਉਹ ਰੋਜ਼ ਹੀ ਸਿੱਖਦਾ ਕੁਛ। ਸਿੱਖਿਆ ਨਹੀਂ ਬੰਦ ਹੋਣੀ, ਗਿਆਨ ਨਹੀਂ ਬੰਦ ਹੋਣਾ ਕਦੇ ਵੀ। ਆਤਮਾ ਦੇਖ ਲਈ, ਆਤਮਾ ਖੋਜ ਲਈ ਵੀ ਆਤਮਾ ਕੀ ਹੁੰਦੀ ਹੈ। ਇੰਨਾ ਹੀ ਹੈ। ਮਾਇਆ ਜਿਹੜੀ ਹੈ, ਮਾਇਆ ਤਾਂ ਖੋਜੀ ਨਹੀਂ ਹੈ। ਫਿਰ ਮਾਇਆ ਤਾਂ ਖੋਜੀ ਨਹੀਂ ਹੈ। ਮਾਇਆ ਰਚਨਾ ਕਿਵੇਂ ਹੈ, ਕੀ ਹੈ, ਇਹ ਤਾਂ ਖੋਜੀ ਨਹੀਂ ਆਪਾਂ ਨੇ। ਇਹ ਉੱਥੇ ਜਾ ਕੇ, ਇਹ ਉਹਨਾਂ ਦਾ ਕੰਮ, ਆਪਣਾ ਕੰਮ ਨਹੀਂ ਹੈ। ਆ ਕਿਉਂ ਹੁੰਦਾ, ਕਿਉਂ ਨਹੀਂ ਹੁੰਦਾ, ਇਹ ਜਵਾਬ ਉੱਥੇ ਜਾ ਕੇ ਨੇ। ਇੱਥੇ ਜਿਹੜੇ ਕਿਉਂ ਦੇ ਸਵਾਲ ਨੇ, ਇੱਥੇ ਕਿਉਂ ਦੇ ਸਵਾਲ ਨਹੀਂ ਸਾਡੇ, ਇਹ ਉੱਥੇ ਜਾ ਕੇ ਨੇ ਕਿਉਂ ਦੇ ਸਵਾਲ। ਇਹ ਉਹਨਾਂ ਦੀ ਡਿਊਟੀ ਹੈ, ਸਾਡੀ ਡਿਊਟੀ ਨਹੀਂ ਹੈ। ਬਾਜੀ ਰਥ ਸੋਹਤ। ਹਾਂ, ਕੀ ਆਇਆ ਸੀ ਲਫ਼ਜ਼? ਚੰਚਲ ਪ੍ਰਕਾਸ਼। ਜਿਹੜਾ ਬੁੱਧੀ ਹੈ ਇਹ ਰੁਕਦੀ ਨਹੀਂ ਹੈ ਕਿਤੇ ਜਾ ਕੇ। ਰੁਕਣਾ ਮੌਤ ਹੁੰਦੀ ਹੈ। ਪਰ ਰੋਗੀ ਮੌਤ ਹੈ, ਉੱਥੇ ਹੀ ਮੌਤ ਹੈ।
ਜੇ ਕੋਈ ਚੀਜ਼ ਆਪਾਂ ਦੇਖੋ ਨਾ, ਇਹ ਲਾਲਚ ਹੈ ਗੁਣ ਤੋਂ ਉੱਚ ਨੂੰ, ਲਾਲਚ ਕਦੇ ਖਤਮ ਹੋਇਆ? ਜਾਪ ਸਾਹਿਬ ਦੇ ਵਿੱਚ ਕਿੰਨੇ ਗੁਣ ਦੱਸੇ ਨੇ ਜ਼ਿਆਦਾ ਫਾਲਤੂ? ਆ ਲਓ ਇੱਥੇ ਕਿੰਨੇ ਸ਼ਬਦ ਹੋਰ ਬਣਾਏ ਨੇ ਨਵੇਂ ਸੰਧੀ ਕਰ ਕਰਕੇ, ਇਹ ਨਹੀਂ ਮੁੱਕ ਸਕਦੇ। ਇੱਕ ਸ਼ੁਰੂ ਕੀਤੀ ਹੈ ਗੱਲ, ਇਦਾਂ ਜੇ ਸ਼ੁਰੂ ਕਰ ਲਈਏ ਮੁਕਦੀ ਉਹ ਨਹੀਂ ਹੁੰਦੀ। ਸ਼ੇਸ਼ਨਾਗ ਦੀ ਵੀ ਇਹੀ ਗੱਲ ਹੈ ਵੀ 1000 ਮੂੰਹ ਨੇ ਉਹਦੇ, 1000 ਮੂੰਹ ਨੂੰ 1009 ਇਕੱਠਾ ਹੀ ਲੈ ਲੈਂਦਾ, 9 ਨਹੀਂ ਮੁੱਕ ਰਹੇ ਹੁਣ ਤੱਕ। ਉਹ ਵੀ ਉਹੀ ਗੱਲ ਹੈ, ਗੱਲ ਉਹੀ ਕਹੀ ਹੋਈ ਹੈ ਉਹਨਾਂ ਨੇ ਵੀ। ਗੱਲ ਬੁੱਝਣ ਵਾਲੀ ਦੀ, ਸਿਆਣੇ ਦੀ ਬੁੱਝੇ ਕੌਣ? ਕੌਣ ਬੁੱਝੇ? ਸੀਮਨ ਜਿਹਾ ਗਿਆਨ ਹੈ ਆਪਣੇ ਕੋਲ, ਅਸੀਮਤ ਜੀ ਦੁਨੀਆ। ਆਪਾਂ ਕਹਿੰਦੇ ਲੈ ਕਿਵੇਂ ਨਹੀਂ ਮੁੱਕੂ? ਸੀਮਤ ਹੈ ਨਾ। ਜਦ ਅਸੀਮ ਦੇ ਘਰ ਜਾ ਕੇ ਵੜੂ, ਜਦ ਅਸੀਮ ਦੇ ਘਰ ਜਾ ਕੇ ਵੜੂ ਫਿਰ ਪਤਾ ਲੱਗੂ। ਹਾਂ, ਚੰਚਲ ਪ੍ਰਕਾਸ਼ ਬਾਜੀ ਰਥ ਸੋਹਤ। ਪ੍ਰਕਾਸ਼ ਚੰਚਲ ਹੈ, ਅੱਗੇ ਤੇ ਅੱਗੇ ਵੱਧਦਾ ਹੈ, ਅੱਗੇ ਤੇ ਅੱਗੇ ਚੱਲਦਾ ਹੈ। ਗਿਆਨ ਉਹਦਾ ਖੜਦਾ ਨਹੀਂ ਹੈ ਕਿਤੇ ਵੀ। ਜੇ ਸਵਾਲ ਨਵਾਂ ਆ ਗਿਆ ਫਿਰ ਉਹਦਾ ਜਵਾਬ ਕਿਵੇਂ ਦਊ? ਸਵਾਲ ਤਾਂ ਕਦੇ ਵੀ ਨਵਾਂ ਆ ਸਕਦਾ। ਜੇ ਸਵਾਲ ਉਹਨੇ ਕਿ ਉਹਨੇ ਹੱਲ ਕੀਤੇ ਨੇ, ਜੇ ਨਵਾਂ ਆ ਗਿਆ ਫਿਰ ਨਵੇਂ ਦਾ ਜਵਾਬ ਕੌਣ ਦਊ? ਇਸ ਕਰਕੇ ਚੰਚਲ ਪ੍ਰਕਾਸ਼ ਹੈ। ਬਾਜੀ ਰਥ ਸੋਹਤ। ਬਾਜੀ ਰਥ ਸੋਹਤ, ਘੋੜੇ ਨੇ ਜਿਹੜੇ ਰਥ ਦੇ ਉੱਤੇ, ਉਹ ਜਿਹੜੇ ਘੋੜੇ ਖੜਦੇ ਨਹੀਂ ਹਨ। ਰਥ ਨੂੰ ਜੋੜਿਆ ਘੋੜਾ ਕਦੇ ਖੜਦਾ ਹੁੰਦਾ? ਜੇ ਘੋੜਾ ਜੋੜਤਾ ਫਿਰ ਖੜਦਾ ਨਹੀਂ ਹੁੰਦਾ। ਜੇ ਖੜਾਉਣਾ ਹੀ ਹੈ ਫਿਰ ਉਹਨੂੰ ਖੋਲ ਕੇ ਪਰੇ ਬੰਦੋ ਰਥ, ਫਿਰ ਰਥ ਨੂੰ ਕਾਸ ਨੂੰ ਜੋੜਨਾ? ਜੇ ਤਾਂ ਘੋੜਾ ਰਥ ਨੂੰ ਜੋੜਿਆ ਹੋਇਆ, ਜੇ ਤਾਂ ਗੱਡੀ ਸਟਾਰਟ ਕੀਤੀ ਹੋਈ ਹੈ ਫਿਰ ਤਾਂ ਉਹਨੂੰ ਚਲਾਓ। ਉਹ ਰੁਕਦੀ ਤਾਂ, ਸਟਾਰਟ ਗੱਡੀ ਰੋਕੀ ਦੀ ਤਾਂ ਬੇਵਾਹ ਨੂੰ ਹੁੰਦੀ ਹੈ, ਕਿਸੇ ਕਾਰਨ ਕਰਕੇ ਰੋਕੀ ਦੀ ਹੁੰਦੀ ਹੈ ਥੋੜ੍ਹੀ ਬਹੁਤੀ ਦੇਰ, ਕਿਤੇ ਜਾਮ ਲੱਗਿਆ ਹੋਵੇ ਜਾਂ ਲਾਲ ਬੱਤੀ ਹੋਈ ਹੋਵੇ ਜਾਂ ਕਿਸੇ ਨਾਲ ਕੋਈ ਗੱਲ ਕਰਨੀ ਹੋਵੇ ਜਾਂ ਉਹਨੂੰ ਗਰਮੇ ਕਰਨਾ ਹੋਵੇ, ਉਹ ਤਾਂ ਉਹ ਹੁੰਦਾ ਹੈ। ਸਟਾਰਟ ਦਾ ਚਲਾਉਣ ਵਾਸਤੇ, ਅੱਗੇ ਵਧਾਉਣ ਵਾਸਤੇ ਖਰੀਦੀ ਹੁੰਦੀ ਹੈ। ਫਿਰ ਵੀ ਚੱਲ ਤਾਂ ਰਹੀ ਹੋਈ ਹੈ, ਅੰਦਰ ਇੰਜਣ ਤਾਂ ਚੱਲੇ ਰਿਹਾ, ਉਹ ਕਿਹੜਾ ਖੜਾ ਹੈ, ਉਹਨੂੰ ਤਾਂ ਗੇੜਾ ਆਏ ਰਿਹਾ। ਫਿਰ ਵੀ ਜੇ ਟਾਇਰ ਨਹੀਂ ਚੱਲਦੇ ਨਾ ਚੱਲਣ, ਉਹ ਤਾਂ ਚੱਲ ਰਿਹਾ ਫਿਰ ਵੀ। ਹਾਂਜੀ, ਬਾਜੀ ਰਥ ਸੋਹਤ, ਰਥ ਦੇ ਨਾਲ ਘੋੜੇ ਜੁੜੇ ਰਹਿੰਦੇ ਨੇ। ਜੇ ਜੁੜੇ ਹੋਏ ਨੇ ਘੋੜੇ ਦਾ ਮਤਲਬ ਚੱਲਦਾ। ਘੋੜੇ ਰਾਤੋਂ ਲੱਗ ਨਹੀਂ ਹੁੰਦੇ। ਅਤੀ ਪ੍ਰਵੀਨ ਧੁਨ। ਜੁੜੇ ਜੜਾਏ ਘੋੜੇ ਨੇ ਤਾਂ ਚਲਾਏ ਮਾਨ ਹੈ, ਤਾਂ ਚੰਚਲ ਪ੍ਰਕਾਸ਼ ਹੈ, ਤਾਂ ਚੰਚਲ ਪ੍ਰਕਾਸ਼ ਹੈ, ਅੱਗੇ ਚੱਲਦਾ ਹੀ ਚੱਲਦਾ ਰਹਿੰਦਾ। ਹੁਣ ਸੂਰਜ ਹੈ, ਸੂਰਜ ਦੇ ਘੋੜੇ ਜੁੜੇ ਹੀ ਰਹਿੰਦੇ ਨੇ। ਸੂਰਜ ਕਦੇ ਖੜਿਆ? ਜੇ ਕੋਈ ਕਹੇ ਵੀ ਇਹ ਕਿਵੇਂ ਹੋ ਜੂ, ਚਲੋ ਆਪਾਂ 2 ਮਿੰਟ ਵਾਸਤੇ ਨਹੀਂ ਸੀ, ਨਹੀਂ ਹੁਣ ਸੂਰਜ ਦੇ ਘੋੜੇ ਪਤਾ ਹੀ ਹੈ। ਉਹ ਸੂਰਜ ਦੇ ਘੋੜੇ ਤਾਂ ਕਿਹਾ ਸੀ ਇਹ ਜਦ ਅਰਥ ਕਰਨੇ ਤੇ ਨਾ, ਇਹ ਜੇ ਜਦ ਇਹੋ ਜਿਹੇ ਅਰਥ ਕਰਨੇ ਸੀ ਉਦੋਂ ਲੋਕਾਂ ਨੂੰ ਕਿਵੇਂ ਸਮਝਾਉਂਦੇ? ਉਹ ਕਹਿੰਦੇ ਸੂਰਜ ਦੇ ਘੋੜੇ ਜੁੜੇ ਨੇ, ਕਿਤੇ ਖੜਦਾ? ਕਹਿੰਦੇ ਹਾਂ ਖੜਦਾ ਨਹੀਂ, ਹਾਂ ਵੀ ਘੋੜੇ ਹੋਣੇ ਨੇ। ਉਹ ਐਵੇਂ ਹੀ ਕਹਿਤਾ ਘੋੜੇ ਹੋਣੇ ਨੇ, ਸਮਝਾਉਂਦੇ ਕਿਵੇਂ ਉਹਨਾਂ ਲੋਕਾਂ ਨੂੰ ਵੀ ਦਿਨ ਰਾਤ ਕਿਵੇਂ ਚੱਲਿਆ ਜਾ ਸਕਦਾ, ਵੀ ਕਿਵੇਂ ਲਗਾਤਾਰ ਚੱਲਿਆ ਜਾ ਸਕਦਾ। ਉਹ ਕਹਿਤਾ ਸੂਰਜ ਦੇ ਘੋੜੇ ਨੇ, ਉਹ ਘੋੜੇ ਕਿਤੇ ਹੈਗੇ ਨੇ? ਚੱਲਦਾ ਤਾਂ ਹੈ ਨਾ ਸੂਰਜ, ਬਾਬਾ ਠੀਕ ਹੈ ਚੱਲਦਾ, ਘੋੜਿਆਂ ਦੇ ਘੋੜੇ ਮੂਹਰੇ ਚੱਲਦੇ ਨੇ, ਰਥ ਸੂਰਜ ਦਾ ਚੱਲਦਾ ਲਗਾਤਾਰ ਚੱਲਦਾ, ਖੜਦਾ ਤਾਂ ਨਹੀਂ ਕਿਤੇ? ਕਹਿੰਦੇ ਹਾਂ ਨਹੀਂ ਖੜਦਾ। ਠੀਕ ਹੈ ਜੀ ਪੰਡਿਤ ਜੀ, ਠੀਕ ਹੈ ਤੁਹਾਡੀ ਗੱਲ। ਹੁਣ ਕੀ ਕਰਦਾ ਪੰਡਿਤ ਵਿਚਾਰਾ ਸਮਝਾਉਣ ਦਾ ਅਨਪੜ੍ਹਾਂ ਨੂੰ? ਉਦੋਂ ਇਹ ਗੱਲਾਂ ਕਹਿ ਬੈਠੇ ਸਿਆਣੇ ਆਦਮੀ, ਉਹ ਗੱਲਾਂ ਫੜ ਲੀਆਂ, ਉਹਦੇ ਵਿੱਚ ਬੁੱਝਣ ਵਾਲੀ ਗੱਲ ਛੱਡਤੀ ਲੋਕਾਂ ਨੇ। ਕਈ ਗੱਲਾਂ ਅਸੀਂ ਵੀ ਕਹਿ ਦਿੰਦੇ ਹਾਂ, ਜੋ ਮਿਸਾਲ ਨੂੰ ਫੋਲੋਗੇ ਉਹ 'ਚੋਂ ਕੁਝ ਨਹੀਂ ਨਿਕਲਣਾ ਹੈਗਾ। ਮਿਸਾਲ ਨੂੰ ਫੜ ਲਈਏ, ਮਿਸਾਲ ਨੂੰ ਨਹੀਂ ਫੜੀਦਾ ਹੁੰਦਾ। ਮਿਸਾਲ ਤਾਂ ਮਿਸਾਲ ਹੁੰਦੀ ਹੈ ਇੱਕ, ਪ੍ਰਮਾਣ ਤਾਂ ਪ੍ਰਮਾਣ ਹੀ ਹੁੰਦਾ। ਪ੍ਰਮਾਣ ਸਾਰੇ ਅੰਗਾਂ ਤੋਂ ਸੱਚਾ ਨਹੀਂ ਹੁੰਦਾ। ਕੋਈ ਚੀਜ਼ ਸਮਝਾਉਣ ਵਾਸਤੇ ਪ੍ਰਮਾਣ ਦੇਈਦਾ ਹੁੰਦਾ। ਪ੍ਰਮਾਣ ਨੂੰ ਫੋਲਣ ਲੱਗ ਜਾਈਏ, ਉਹ 'ਚ ਨਹੀਂ ਕੋਈ ਨਿਕਲਦਾ ਹੁੰਦਾ। ਅਤੀ ਪ੍ਰਵੀਨ ਧੁਨ ਛੀਨ, ਬੀਨ ਬਾਜਤ ਮਨ ਮੋਹਤ। ਬੀਨ ਜਿਹੜੀ ਬੇਣਾ ਵਜਾਉਂਦਾ, ਬੋਲਦਾ ਨਾ, ਬੋਲਦਾ ਹੈ, ਬੋਲਣ 'ਚ ਅਤੀ ਪ੍ਰਵੀਨ। ਕਿੱਥੇ ਕਿਸ
ਦਬਾਅ ਨਾਲ ਬੋਲਣਾ, ਕਦੋਂ ਹੌਲੀ ਬੋਲਣਾ, ਕਦੋਂ ਪ੍ਰੇਮ ਨਾਲ ਬੋਲਣਾ, ਕਦੋਂ ਥੋੜਾ ਜਿਹਾ ਘੂਰ ਕੇ ਬੋਲਣਾ, ਕਦੋਂ ਗੁੱਸੇ ਨਾਲ ਬੋਲਣਾ। ਦੇਖੋ ਨਾ ਬੀਨ ਦੇ ਵਿੱਚ ਜਿਹੜੇ ਵਜਾਉਂਦੇ ਨੇ ਉਹ 'ਚ ਨਹੀਂ ਹੁੰਦਾ, ਇੱਕੋ ਜਿਹੀ ਸੁਰ ਥੋੜੀ ਹੁੰਦੀ ਹੈ, ਕਦੇ ਨੀਵੀਂ ਹੁੰਦੀ ਹੈ, ਕਦੇ ਉੱਚੀ ਹੁੰਦੀ ਹੈ, ਕਦੇ ਤਿੱਖੀ ਹੁੰਦੀ ਹੈ, ਕਦੇ ਮੱਧਮ ਹੁੰਦੀ ਹੈ। ਉਹਦੇ ਵਜਾਉਣ ਦੇ ਵਿੱਚ, ਇਹਦੀ ਬੋਲਣ ਦੇ ਵਿੱਚ ਅਤੀ ਪ੍ਰਵੀਨ, ਕਿੱਥੇ ਕੈਸੀ ਭਾਸ਼ਾ ਬੋਲਣੀ ਹੈ, ਕਿਤੇ ਹੌਲੀ ਬੋਲਣਾ, ਕਿਤੇ ਜ਼ੋਰ ਨਾਲ ਬੋਲਣਾ, ਕਿਹੜੇ ਲਫ਼ਜ਼ ਤੇ ਜ਼ੋਰ ਦੇਣਾ, ਕਿਹੜੇ ਤੇ ਲਫ਼ਜ਼ ਤੇ ਜ਼ੋਰ ਨਹੀਂ ਦੇਣਾ, ਇਹ ਬੋਲਣ ਦੇ ਵਿੱਚ ਪੂਰਾ ਪ੍ਰਵੀਨ ਹੈ, ਸਮਝ ਉਹਨੂੰ ਕਿਹੜੇ ਲਫ਼ਜ਼ ਤੇ ਜ਼ੋਰ ਦੇਣਾ, ਕਿਹੜੇ ਤੇ ਨਹੀਂ ਦੇਣਾ, ਸਮਝਾਉਣ ਵਾਸਤੇ ਵੀ ਕਿਹੜੇ ਸ਼ਬਦ ਨੂੰ ਕਿਵੇਂ ਬੋਲਣਾ। ਗਾਇਨ ਦੇ ਵਿੱਚ ਵੀ ਇਹੀ ਗੱਲ ਹੈ। ਜੇ ਗਾਇਨ ਵਾਲੇ ਇਹ ਗੱਲ ਨਹੀਂ ਜਾਣਦੇ, ਗੁਰਬਾਣੀ ਦਾ ਅਸਰ ਨਹੀਂ ਪਾ ਸਕਦੇ, ਉਹਨਾਂ ਨੂੰ ਸਮਝ ਨਹੀਂ ਹੈਗੀ। ਉਹਨਾਂ ਨੂੰ ਰਾਗ ਦੀ ਸਮਝ ਹੈ, ਰੰਗ ਦੀ ਸਮਝ ਨਹੀਂ ਹੈ। ਰਾਗ ਦੇ ਨਾਲ ਰੰਗ ਆਇਆ, ਲਫ਼ਜ਼ ਆਇਆ ਹੋਇਆ। ਰਾਗ ਨਾ ਰੰਗ, ਨਾ ਰੂਪ, ਨਾ ਰੇਖ। ਨਾ ਰਾਗ ਦੀ ਸਮਝ ਵਾਲੇ ਨੂੰ ਰੰਗ ਦੀ ਸਮਝ ਚਾਹੀਦੀ ਹੈ। ਉਹ ਰੰਗ ਵੀ ਰਾਗ ਦਾ ਹੀ ਜਾਣਦੇ ਨੇ, ਨਾਮ ਦਾ ਰੰਗ ਨਹੀਂ ਜਾਣਦੇ। ਗੁਰਬਾਣੀ ਗਾਉਣ ਵਾਲੇ ਨੂੰ ਨਾਮ ਦੇ ਰੰਗ ਦੀ ਜੇ ਸਮਝ ਨਹੀਂ ਤਾਂ ਗੁਰਬਾਣੀ ਗਾਵੇ ਹੀ ਨਾ, ਹੋਰ ਕੁਝ ਕਰੇ ਹੋ। ਜੇ ਤਾਂ ਰਾਗ ਦੇ ਰੰਗ ਦੀ ਸਮਝ ਹੈ, ਨਾਮ ਦੇ ਰੰਗ ਦੀ ਸਮਝ ਹੈ, ਫਿਰ ਤਾਂ ਉਹ ਕੀਰਤਨੀ ਹੈ, ਨਹੀਂ ਉਹ ਰਾਗੀ ਹੈ। ਜੇ ਤਾਂ ਨਾਮ ਦੇ ਰੰਗ ਦੀ ਸਮਝ ਹੈ ਗਾਉਣ ਦੇ ਵਿੱਚ, ਰਾਗ 'ਚ, ਫਿਰ ਤਾਂ ਉਹ ਕੀਰਤਨੀ ਹੈ, ਨਹੀਂ ਉਹ ਰਾਗੀ ਹੈ। ਜੇ ਰਾਗੀ ਹੈ ਤਾਂ ਰੋਗੀ ਵੀ ਹੈ। ਰੋਗੀ ਤਾਂ ਹੈ, ਰੋਗੀ ਹੈ, ਲੋਭੀ ਹੈ, ਹੰਕਾਰੀ ਹੈ। ਮੈਂ ਬਹੁਤ ਵਧੀਆ ਰਾਗੀ ਹਾਂ, ਹੰਕਾਰ ਹੈ। ਮੈਂ ਇੰਨੇ ਰਾਗ ਜਾਣਦਾ, ਇਹ ਵੀ ਹੰਕਾਰ ਹੈ। ਨਾਮ ਦਾ ਰੰਗ ਨਹੀਂ ਚਾੜ ਸਕਦਾ ਜੇ ਤਾਂ ਮੂਰਖ। ਪੈਸੇ ਖਾਤਰ ਗਾਉਂਦਾ, ਲੋਕਾਂ ਵਾਸਤੇ ਗਾਉਂਦਾ, ਆਪਣੇ ਕੀਰਤਨੀਆਂ ਕੀਰਤਨ ਕਰਦਾ ਆਪਣੇ ਵਾਸਤੇ। ਔਰ ਕੀਰਤਨ ਗਾਈ ਦਾ ਨਹੀਂ ਹੁੰਦਾ, ਕੀਰਤਨ ਆਖੀ ਦਾ ਹੁੰਦਾ। ਜੈ ਕਰ ਕੀਰਤੀ ਆਖੀ ਹੈ, ਕਰਤੇ ਕਾ ਹੋਏ ਵਿਚਾਰੋ। ਆਖੀ ਹੈ, ਕੀਰਤਨ ਬਖਿਆਨ ਦਾ ਨਾਂ ਹੈ। ਜਿੱਥੇ ਕਲਯੁਗ ਹੈ ਉੱਥੇ ਕੀਰਤਨ ਹੈ, ਨਹੀਂ ਹੈ। ਜਿੱਥੇ ਕਲਯੁਗ ਹੈ ਉੱਥੇ ਕੀਰਤਨ ਨਹੀਂ ਹੈ। ਜਿੱਥੇ ਕੀਰਤਨ ਹੈ ਉੱਥੇ ਕਲਯੁਗ ਨਹੀਂ ਹੁੰਦਾ। ਐਸਾ ਕੋਈ ਰਾਗੀ ਨਹੀਂ ਜਿੱਥੇ ਕਲਯੁਗ ਨਾ ਹੋਵੇ। ਰਾਗੀ ਦੇ ਕਲਯੁਗ ਰਹੂਗਾ। ਰਾਗੀ ਸਾਰੇ ਕਲਯੁਗੀ ਜੀਵ ਨੇ। ਰਾਗੀ ਹੁੰਦਾ ਹੀ ਕਲਯੁਗੀ ਜੀਵ ਹੈ। ਇਸ ਕਰਕੇ ਰੋਗੀ ਤਾਂ ਹੈ ਕਿ ਉਹ ਕਲਯੁਗੀ ਹੈ ਨਾ। ਕਲਯੁਗ ਕਦ ਨਹੀਂ ਹੁੰਦਾ? ਜਿਹੜਾ ਮਿਲਿਆ ਹੋਇਆ ਨਾ ਨਾਮ ਨਾਲ, ਉੱਥੇ ਕਲਯੁਗ ਨਹੀਂ ਹੁੰਦਾ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ। ਇਹ ਨਹੀਂ ਹੈ ਵੀ ਰਾਗ ਗਾਉਣ ਵੇਲੇ ਮਿਲੂਗਾ, ਪਹਿਲਾਂ ਜਿਹੜਾ ਪਹਿਲਾਂ ਮਿਲਿਆ ਹੋਇਆ ਉਹਦੇ ਅੰਦਰੋਂ ਹੀ ਮਿਲਿਆ ਹੋਇਆ ਰਾਗ ਨਿਕਲੂਗਾ। ਸੁਰ ਤਾਲ ਤਾਂ ਸਮਾਂ ਬਖੇੜਦੀ ਹੈ, ਤੁਹਾਨੂੰ ਨਿਖੇੜਦੀ ਹੈ। ਸੁਰ ਤਾਲ ਤਬਲਾ ਤਾਂ ਨਿਖੇੜਦਾ ਅੰਦਰੋਂ, ਜੁੜੇ ਹੋਏ ਨੂੰ ਵੀ ਨਿਖੇੜੂਗਾ ਤਾਂ। ਇਸ ਕਰਕੇ ਭੋਰਿਆਂ 'ਚ ਲੋਕ ਬੈਠ ਕੇ ਜੁੜਦੇ ਸੀ। ਖੜਕਾ ਨਾ ਹੋਵੇ ਤਾਂ ਖੜਕਾ ਹੁੰਦਾ, ਉੱਥੇ ਜੁੜ ਕੇ ਮੈਂ ਜਾਊਗਾ। ਕੰਨ ਕੋੜਦਾ ਤੇ ਤਬਲਾ ਵੱਜਦਾ, ਉੱਥੇ ਤਾਂ ਬੜਾ ਤਕੜਾ ਜੁੜਿਆ ਹੋਵੇ ਤਾਂ ਕੀਰਤਨ ਕਰ ਸਕਦਾ। ਜਿਹੜਾ ਕੱਲਾ ਜੁੜਿਆ ਹੋਇਆ ਰੌਲੇ 'ਚੋਂ ਤਾਂ ਨਹੀਂ ਜਾਂਦਾ ਵੀ ਮੇਰੀ ਬਿਰਤੀ ਟੁੱਟਦੀ ਹੈ। ਉੱਥੇ ਤਾਂ ਪੂਰਾ ਰੌਲਾ ਹੈ। ਉਹ ਕਹਿੰਦੇ ਨੇ ਅਸੀਂ ਕੀਰਤਨ ਕਰਦੇ ਹਾਂ। ਇਹ ਤਾਂ ਮੂਰਖ ਨੇ ਸਾਰੇ। ਪ੍ਰੇਮ ਰੂਪ ਸੁਭ ਧਰੇ। ਪੰਜਵੇਂ ਪਾਤਸ਼ਾਹ ਦੇ ਵੇਲੇ ਜਿਹੜੇ ਕੀਰਤਨ ਕਰਦੇ ਸੱਤਾ ਬਲਵੰਡ, ਜਿਹਨਾਂ ਦਾ ਸ਼ਬਦ ਵੀ ਹੈ ਹੁਣ ਵਿੱਚ ਬਾਰ ਵੀ ਹੈ, ਉਸ ਸੰਗਤ ਤੋਂ ਵਧੀਆ ਸੰਗਤ ਕਿਹਨੂੰ ਮਿਲੀ ਹੋਈ ਹੈ? ਉਹਨਾਂ 'ਚ ਵੀ ਹੰਕਾਰ ਸੀ। ਗੁਰੂ ਘਰ 'ਚ ਕੀਰਤਨ ਕਰਦੇ ਸੀ। ਇਹਦਾ ਉਹਦੇ ਪੈਰ ਵਰਗਾ ਬਣੀ ਇਹਨਾਂ ਤਾਂ ਕੋਈ ਹੈਗਾ ਸੱਤੇ ਬਲਵੰਡ ਦੇ। ਉਹਦਾ ਕਿਰਪਾ ਹੋ ਗਈ, ਸੱਟ ਲੱਗੀ, ਬੇਮੁਖ ਹੋ ਗਏ, ਫਿਰ ਦੁੱਖ ਦਾਰੂ ਬਣਿਆ। ਪਹਿਲਾਂ ਪੈਸਿਆਂ ਨੂੰ ਗਾਉਂਦੇ ਸੀ, ਫਿਰ ਸਮਝ ਆਈ, ਫਿਰ ਮਾਫੀ ਮੰਗੀ ਆ ਕੇ ਤਾਂ ਕਿਤੇ ਜਾ ਕੇ ਉਹ ਬਖਸ਼ੇ ਗਏ। ਜਾਂ ਬਖਸ਼ੇ ਗਏ ਬਾਣੀ ਵੀ ਹੈ ਹੁਣ।
ਓਏ ਉਹ ਤੋਂ ਚੰਗੀ ਜਗ੍ਹਾ ਕਿਹਨੂੰ ਮਿਲੀ ਹੋਈ ਹੈ? ਜਿਹੜੇ ਸੰਗਤ ਕਰਦੇ ਤੇ ਪੰਜਵੇਂ ਪਾਤਸ਼ਾਹ ਦੀ। ਤੁਸੀਂ ਬਣ ਗਏ ਕੀਰਤਨੀਏ। ਪ੍ਰੇਮ ਰੂਪ ਸੁਭ ਧਰੇ ਨੇਮ ਨਾਮਾ ਪਟ ਭੈਂਕਰ। ਪ੍ਰੇਮ ਰੂਪ ਦੇਖੋ, ਪ੍ਰੇਮ ਦੀ ਮੂਰਤੀ ਆ। ਹੁਣ ਸਪਟ ਪ੍ਰੇਮ ਨਾਲੇ ਕਰਦਾ ਗੱਲ। ਜੇ ਕਰਦਾ ਗੁੱਸੇ ਨਾਲ ਵੀ, ਦੇਖੋ ਨਾ ਬੱਚਿਆਂ ਨੂੰ ਘੂਰਦੇ ਸੀ, ਗੁੱਸੇ ਨਾਲ ਘੂਰਦੇ। ਉਹ ਪ੍ਰੇਮ ਹੁੰਦਾ ਅੰਦਰ ਅਸਲ 'ਚ। ਉਹ ਪ੍ਰੇਮ ਦਾ ਰੂਪ ਹੈ ਗੁੱਸਾ ਵੀ। ਕੀ ਪਰਮੇਸ਼ਰ ਸਾਡੇ ਨਾਲ ਨਾਰਾਜ਼ ਹੈ? ਪ੍ਰੇਮ ਕਰਦਾ, ਸੁਨਾਮੀ ਲਹਿਰਾਂ ਨਹੀਂ ਛੱਡ ਦਿੰਦਾ ਇੱਥੇ। ਤੇ ਉਹਨੂੰ ਤਾਂ ਨਹੀਂ ਕੋਈ ਕਹਿੰਦਾ ਵੀ ਦੁਸ਼ਮਣ ਹੈ ਸਾਡਾ। ਇਹ ਪ੍ਰੇਮ ਦੇ ਵੀ ਕਈ ਰੂਪ ਹੁੰਦੇ ਨੇ, ਕਈ ਰੂਪ ਨੇ ਪ੍ਰੇਮ ਦੇ। ਇਹ ਪ੍ਰੇਮ ਦਾ ਰੂਪ ਹੈ। ਸ਼ੁਭ ਚਿੰਤਕ ਹੈ ਸਾਰਿਆਂ ਦਾ ਵੀ। ਸਾਰੇ ਇਹ ਸਾਰੀਆਂ ਮੱਤਾਂ ਵਾਲੇ ਸਿੱਧੇ ਰਾਹ ਪੈ ਕੇ ਆਪਣਾ ਜੋ ਕਮਾਈ ਕਰਨ ਆਏ ਨੇ, ਐਸੀ ਕਮਾਈ ਕਰਨ ਜਿਹੜੀ ਇਹਨਾਂ ਦੇ ਨਾਲ ਚਲੀ ਜਾਊਗੀ। ਇਹ ਆਪਣਾ ਜੀਵਨ ਸਫਲਾ ਕਰ ਲੈਣ। ਕਿਉਂਕਿ ਜੀਵਨ ਸਫਲਾ ਕਰ ਲੈਣ ਸਾਰੇ, ਇਹ ਦੁਸ਼ਮਣੀ ਵਾਲੀ ਗੱਲ ਹੈ। ਸਾਰੀ ਦੁਨੀਆ ਆਪਣਾ ਜੀਵਨ ਸਫਲਾ ਕਰ ਲਵੇ, ਇਹ ਇੱਛਾ ਰੱਖਣੀ, ਇਹ ਦੁਸ਼ਮਣੀ ਵਾਲੀ ਇੱਛਾ। ਇਹੀ ਤਾਂ ਪ੍ਰੇਮ ਵਾਲੀ ਇੱਛਾ ਹੈ ਵੀ ਆਪਣੇ ਸਾਰੇ ਘਰ ਨੂੰ ਚਲੇ ਜਾਣ ਸੁੱਖ ਸਾਂਦ ਨਾਲ, ਰਾਹ 'ਚ ਕਿਸੇ ਦਾ ਕੋਈ ਐਕਸੀਡੈਂਟ ਨਾ ਹੋਵੇ। ਇਹ ਸੋਚ ਦੁਸ਼ਮਣੀ ਵਾਲੀ ਹੈ। ਜਿਹੜਾ ਇਹਨੂੰ ਦੁਸ਼ਮਣੀ ਵਾਲੀ ਸਮਝਦਾ ਉਹ ਤਾਂ ਮਹਾਮੂਰਖ ਹੈ। ਫਿਰ ਜਿਹੜਾ ਇਸ ਸੋਚ ਨੂੰ ਵੀ ਦੁਸ਼ਮਣੀ ਵਾਲੀ ਸਮਝਦਾ ਉਹ ਮੂਰਖ ਹੈ। ਇਹ ਆ ਫਿਰ ਚੋਰ ਹਰਾਮਖੋਰ ਹੈ। ਹਰਾਮ ਖਾਣ ਦੀ ਉਹਨੂੰ ਆਦਤ ਹੈ, ਛੱਡਣੀ ਚਾਹੁੰਦਾ ਨਹੀਂ। ਸਾਖਤ ਹੈ, ਹੰਕਾਰੀ ਹੈ, ਆਪੇ ਗੁਰੂ ਬਣਿਆ ਹੋਇਆ। ਜੇ ਉਹਨੂੰ ਕਹੇ ਵੀ ਗੁਰੂ ਨਹੀਂ ਹੁੰਦਾ ਗੁਰੂ, ਫਿਰ ਉਹ ਗੁੱਸਾ ਕਰਦਾ ਇਸ ਗੱਲ ਦਾ। ਗੁੱਸਾ ਕਿਸੇ ਹੋਰ ਗੱਲ ਦਾ ਕਰਦੇ ਨੇ। ਉਹਨਾਂ ਦੇ ਔਗਣ ਜਿਹੜੇ ਨੇ ਗੁੱਸਾ ਕਰਾ ਰਹੇ ਨੇ। ਉਹ ਔਗਣ ਵਾਲੇ ਆਦਮੀ ਅੱਗੇ ਆ ਰਹੇ ਨੇ ਨਾ। ਹੁਣ ਵੱਡੇ ਔਗਣ ਵਾਲਾ ਆਦਮੀ ਅੱਗੇ ਆਉਂਦਾ ਹੁੰਦਾ। ਪਰ ਪ੍ਰੇਮ ਰੂਪ ਸੁਭ ਧਰੇ ਨੇਮ ਨਾਮਾ ਪਟ ਭੈ ਕਰ। ਦੇਖੋ, ਪ੍ਰੇਮ ਦੇ ਨਾਲ ਵੀ ਸ਼ੁਭ ਲਫ਼ਜ਼ ਆਇਆ ਹੋਇਆ। ਪ੍ਰੇਮ ਵੀ ਦੋ ਕਿਸਮ ਦਾ ਹੈ। ਉਹ ਜਿਹੜਾ ਮੋਹ ਹੈ ਨਾ, ਉਹ ਸ਼ੁਭ ਪ੍ਰੇਮ ਨਹੀਂ ਹੈਗਾ। ਜਿਹੜਾ ਸਾਡਾ ਸੰਸਾਰੀ ਪ੍ਰੇਮ ਹੈ ਸ਼ੁਭ ਨਹੀਂ ਹੈ। ਪ੍ਰੇਮ ਉਹਨੂੰ ਵੀ ਚਲੋ ਪ੍ਰੇਮ ਹੀ ਮੰਨ ਲਿਆ, ਉਹ ਸ਼ੁਭ ਪ੍ਰੇਮ ਨਹੀਂ ਹੈਗਾ। ਉਹ ਮੋਹ ਹੈ। ਇਹ ਜਿਹੜਾ ਪ੍ਰੇਮ ਹੈ ਇਹ ਸ਼ੁਭ ਪ੍ਰੇਮ। ਜਿਹੜਾ ਇੱਥੇ ਸੰਸਾਰੀ ਲਾਭ ਦੇਣ ਵਾਸਤੇ ਪ੍ਰੇਮ ਹੈ ਨਾ, ਸਾਡਾ ਸੰਸਾਰੀ ਮਦਦ ਵਾਸਤੇ ਹੈ ਵੀ ਪ੍ਰੇਮ ਹੈ। ਹਮਦਰਦੀ ਕਰਨੀ। ਕੋਈ ਸੜਕ ਤੇ ਪਿਆ, ਉਹ ਰਾਤ ਨੂੰ ਉਹਦੇ ਕੋਲ ਕੱਪੜਾ ਨਹੀਂ, ਉਹਨੂੰ ਕੰਬਲ ਲੈ ਕੇ ਦੇ ਦਿੱਤਾ, ਕੋਈ ਚੀਜ਼ ਦੇ ਦਿੱਤੀ, ਭੁੱਖਾ ਉਹਨੂੰ ਰੋਟੀ ਦੇ ਦਿੱਤੀ, ਹੈ ਵੀ ਪ੍ਰੇਮ ਹੈ। ਪਰ ਇਹ ਜੀ ਨੂੰ ਦਾਨ ਨਹੀਂ ਦਿੱਤਾ, ਜੰਤ ਨੂੰ ਦਿੱਤਾ। ਉਹਦੇ ਸਰੀਰ ਵਾਸਤੇ ਹੀ ਹੈ ਕੁਛ, ਆਤਮਾ ਵਾਸਤੇ ਨਹੀਂ ਕੁਛ ਹੈ। ਆਤਮ ਨੂੰ ਦਾਨ ਦੇਣਾ, ਦਇਆ ਜਾਣੇ ਜੀ ਕੀ ਕੁਛ ਪੁੰਨ ਦਾਨ ਕਰੇ, ਇਹ ਸ਼ੁਭ ਪ੍ਰੇਮ ਹੈ। ਜਿਹੜੇ ਜਰਸੀਆਂ ਬਣਨੀਆਂ, ਕਿਤਾਬਾਂ ਬਣਨੀਆਂ, ਜੁੱਤੀਆਂ ਬੂਟ ਬਣਨੇ, ਲੰਗਰ ਲਾਉਣੇ, ਇਹ ਸ਼ੁਭ ਪ੍ਰੇਮ ਨਹੀਂ ਹੈ। ਇਸ ਪ੍ਰੇਮ ਦੇ ਵਿੱਚ ਬੋੜ ਹੈ। ਜਿਵੇਂ ਬੋੜ ਪੈ ਜਾਂਦਾ ਨਾ ਕਿਸੇ ਚੀਜ਼ 'ਚ, ਕਮੀ ਕੀ ਹੈ? ਇਹ ਤਾਂ ਹੰਕਾਰ ਪੈਦਾ ਹੋ ਸਕਦਾ। ਇਹ ਤਾਂ ਹੰਕਾਰ ਪੈਦਾ ਹੋਣ ਦਾ ਖਤਰਾ ਹੈ ਹਰ ਵਕਤ। ਇਹ ਛੇਤੀ ਗਲ ਜਾਣ ਦਾ ਖਤਰਾ ਹੈ ਇਹਦੇ 'ਚ। ਔਰ ਇਹ ਮੰਨ ਲੈਣਾ ਵੀ ਮੈਂ ਕਰਦਾ, ਇਹੀ ਹੰਕਾਰ ਹੈ। ਅਸਲ 'ਚ ਪ੍ਰੇਮ ਹੈ ਨਹੀਂ। ਇਹ ਡਿਊਟੀ ਹੈ, ਪ੍ਰੇਮ ਨਹੀਂ। ਡਿਊਟੀ ਪ੍ਰੇਮ ਨਹੀਂ ਹੁੰਦੀ। ਪੈਸੇ ਲੈਂਦਾ ਗੌਰਮੈਂਟ ਤੋਂ, ਡਿਊਟੀ ਕਰਦਾ, ਕਾਹਦਾ ਪ੍ਰੇਮ ਹੈ ਬਈ ਗੌਰਮੈਂਟ ਨੂੰ? ਪ੍ਰੇਮ ਕਾਹਦਾ ਹੈ? ਪੈਸੇ ਲੈਂਦਾ, ਡਿਊਟੀ ਕਰਦਾ। ਅਸੀਂ ਦਿਹਾੜੀਆਂ ਮਜ਼ਦੂਰ ਲਿਆਉਂਦੇ ਹਾਂ, ਕੰਮ ਕਰਦੇ ਹਾਂ, ਦੁਕਾਨ 'ਤੇ ਕੰਮ ਕਰਦੇ ਹਾਂ, ਉਹ ਪ੍ਰੇਮ ਕਾਹਦਾ ਉਹਦੇ 'ਚ? ਪੈਸੇ ਲੈਂਦਾ, ਤਨਖਾਹ ਲੈਂਦਾ, ਕੰਮ ਕਰਦਾ।
ਉਹ ਜਿਹੜਾ ਕਿਸੇ ਨੂੰ ਦਿੱਤਾ ਤਾਂ ਅਸਲ ਤੇਰੇ ਥਰੂ ਪਰਮੇਸ਼ਰ ਨੇ ਭੇਜਿਆ। ਤੂੰ ਕਹਿੰਦਾ ਮੈਂ ਕਰਦਾ, ਇੱਥੇ ਹੀ ਹੰਕਾਰ ਪੈਦਾ ਹੁੰਦਾ। ਨਾਲੇ ਕਹਿੰਦੇ ਸਾਰੇ ਜੀ ਸਭਨੇ ਜੀਆਂ ਦਾ ਇੱਕ ਦਾਤਾ, ਤੂੰ ਵਿਚਾਲੇ ਦਾਤਾ ਕਿਵੇਂ ਆ ਗਿਆ? ਵਿਚਾਲੇ ਜਗ੍ਹਾ ਪੈਦਾ ਕਰਦਾ ਦਾਤਾ ਬਣਨ ਦੀ, ਪਰ ਇੱਥੇ ਆ ਕੇ ਕਮੀ ਹੈ, ਇਹ ਖਤਰਾ ਹੈ ਇਹਦਾ। ਜਿਹਦੇ ਨਾਲ ਵਿਚਾਲੇ ਦਾਤਾ ਬਣਦਾ ਨਹੀਂ ਫਿਰ ਤਾਂ ਕੁਛ ਕੀਤਾ ਹੀ ਨਹੀਂ। ਫਿਰ ਕੀ ਕੀਤਾ? ਫਿਰ ਡਿਊਟੀ ਕੀਤੀ ਹੈ, ਫਿਰ ਕੀਤਾ ਹੀ ਨਹੀਂ ਕੁਛ। ਫਿਰ ਇਹ ਪ੍ਰੇਮ ਹੈ ਨਹੀਂ, ਇਹ ਡਿਊਟੀ ਹੈ। ਡਿਊਟੀ 'ਚ ਕੋਈ ਪ੍ਰੇਮ ਨਹੀਂ ਹੁੰਦਾ। प्रेम ज्यादा है जब तू कहे एक पिता एक उसके हम बारक। और फिर जी ਉਹਨੂੰ ਕਹੇ ਸਮਝੇ, ਉਹ ਕਹਿੰਦਾ ਕਹ ਭਾਈ ਮੈਂ ਕੁਝ ਨਹੀਂ ਤੈਨੂੰ ਦਿੱਤਾ, ਤੂੰ ਤਾਂ ਕਮਲਾ ਹੋਇਆ, ਤਾਂ ਤੇਰੇ ਦਾਣੇ ਦੇ ਮੇਰੇ ਥਰੂ ਆਏ ਨੇ, ਧੰਨਵਾਦ ਉਹਦਾ ਕਰ ਜਿਹਨੇ ਭੇਜਿਆ ਮੈਨੂੰ। ਫੇਰ ਉਹਨੂੰ ਸਿੱਖਿਆ ਮਿਲੂਗੀ। ਤੇਰੀ ਇਹ ਗੱਲ ਕਹੀ ਦੀ ਉਹਨੂੰ ਸਿੱਖਿਆ ਮਿਲੂਗੀ। ਇਹ ਤਾਂ ਦੇਤਾ ਉਹਦੇ ਜੀ ਨੂੰ ਦਾਨ, ਇੰਨੀ ਗੱਲ ਕਹਿ ਕੇ ਉਹਦੇ ਜੀ ਨੂੰ ਦਾਨ ਦੇਤਾ। ਜੇ ਉਹ ਕਹੇ ਵੀ ਤੇਰਾ ਭਲਾ ਹੋਵੇ, ਆ ਉਹ ਕਹ ਤੂੰ ਤਾਂ ਕਮਲਾ ਹੈ, ਮੇਰਾ ਕਾਹਦਾ ਭਲਾ ਹੋਵੇ? ਉਹ ਮੈਨੂੰ ਤਾਂ ਭੇਜਿਆ ਅਗਲੇ ਨੇ ਕੰਨ ਫੜ ਕੇ, ਜਿਹਨੇ ਤੇਰੇ ਸੀ ਇਹ ਰੋਟੀ, ਉਹ ਕਹਿੰਦਾ ਦੇ ਕੇ ਉਹਨੂੰ, ਮੈਂ ਦੇ ਆਇਆ ਤੈਨੂੰ। ਜਿਹਨੇ ਭੇਜਿਆ ਉਹਦੀ ਗੱਲ ਕਰ, ਉਹਦਾ ਕਰ ਧੰਨਵਾਦ। ਫਿਰ ਉਹਨੂੰ ਸਮਝ ਆਊਗੀ, ਹਾਂ ਗੱਲ ਉਹਨੂੰ ਸਮਝ ਆਊਗੀ ਵੀ ਦਾਤੇ ਦੀ। ਉਹਨੂੰ ਦਾਤੇ ਦੇ ਦਰਸ਼ਨ ਕਰਾਓ, ਦੱਦਾ ਦਾਤਾ ਇੱਕ ਹੈ, ਇਹ ਨਹੀਂ ਕਹੀਦਾ ਹੁੰਦਾ। ਉਹਦੇ ਨਾਲ ਜੁੜ ਕੇ ਰਹਿ, ਉਹਦੀ ਆਸਥਾ ਵਧੂ ਵੀ ਉਹ ਭੇਜਦਾ। ਉਹ ਬਜਾਏ ਆਦਮੀ ਦੇ, ਉਹਨੂੰ ਆਦਮੀ ਨਾਲ ਜੁੜਨ ਦੀ ਬਜਾਏ ਉਹਨੂੰ ਚੱਕ ਕੇ ਕਹਾਂ ਜੋੜ ਦੋ ਸਿੱਧੇ। ਇਹ ਉਹਦੇ ਦੋਏ ਦਾਨ ਹੋ ਗਏ, ਜੀ ਨੂੰ ਵੀ ਹੋ ਗਿਆ ਦਾਨ, ਜੰਤ ਨੂੰ ਵੀ ਹੋ ਗਿਆ ਦਾਨ। ਫਿਰ ਦੋਏ ਹੋ ਗਏ। ਉੱਥੇ ਹੀ ਦੁਆ ਦੇ ਸਕਦੇ ਹੋ ਤੁਸੀਂ। ਨਾਲੇ ਆਪ ਬਰੀ ਹੋ ਗਏ। ਜਿਹੜਾ ਆਪਣਾ ਦਾਗ ਲੱਗਣਾ ਖਤਰਾ ਸੀ ਉਹ ਚੱਕਿਆ ਗਿਆ, ਉਹਨੂੰ ਦਾਨ ਦੇ ਤਾਂ ਆਪਣਾ ਖਤਰਾ ਚੱਕਿਆ ਗਿਆ। ਹਾਂਜੀ, प्रेम रूप सुख धरे नेम नामा पट भयंकर। देखो शुभ प्रेम ਨਾਲ ਲਫ਼ਜ਼ ਆਇਆ ਹੈ, ਪ੍ਰੇਮ ਨਾਲ ਲਫ਼ਜ਼ ਸ਼ੁਭ ਆਉਣਾ ਬੜਾ ਮੁਸ਼ਕਲ ਹੈ। ਇਹ ਦੋ ਤਿੰਨ ਲਫ਼ਜ਼ ਇੱਥੇ ਇਹੋ ਜਿਹੇ ਆਏ ਸੀ, ਸਮਝੇ ਨਹੀਂ? ਦੋ ਤਿੰਨ ਲਫ਼ਜ਼ ਐਸੇ ਆਏ ਸੀ, ਇਹਨਾਂ ਦੀ ਵਿਆਖਿਆ ਕਰਨੀ ਜ਼ਰੂਰੀ ਸੀ। प्रेम प्रेम रूप शुभ धरे नेम, प्रेम रूप शुभ धरे, शुभ धरे नेम। नेम ਜਿਹੜੇ ਨੇ, ਇੱਕ ਨੇਮ ਔਰ ਪ੍ਰੇਮ ਦੀ ਗੱਲ ਆ ਗਈ ਹੁਣ ਇੱਥੇ। ਨੇਮ ਕੋਈ ਨਹੀਂ, ਜੇ ਤੇ ਪ੍ਰੇਮ ਉੱਥੇ ਨੇਮ ਨਹੀਂ ਹੁੰਦਾ। ਪ੍ਰੇਮ ਹੈ ਉੱਥੇ ਨੇਮ ਨਹੀਂ ਹੁੰਦਾ। ਨੇਮ ਸੀਗਾ ਝੂਠਾ ਨਹੀਂ ਖਾਣਾ, ਧਰਮ ਦੇ ਵਿੱਚ ਪਹਿਲਾਂ ਸੀ ਨਾ। ਹਿੰਦੂ ਧਰਮ ਝੂਠਾ ਨਹੀਂ ਖਾਣਾ ਹੁੰਦਾ, ਨਹੀਂ ਨਾ ਹੁੰਦਾ ਹੈ ਨਾ। ਸਾਡੇ ਵੀ ਮੰਨੀ ਬੈਠੇ ਝੂਠਾ ਨਹੀਂ ਖਾਣਾ, ਨਹੀਂ ਹੁੰਦਾ। ਜਿੱਥੇ ਪ੍ਰੇਮ ਉੱਥੇ ਨੇਮ। ਇੱਕ ਬਾਟੇ ਸਾਰਿਆਂ ਨੂੰ ਬੁਲਾਇਆ, ਇੱਕੋ ਜਗ੍ਹਾ ਪ੍ਰਸ਼ਾਦ ਛਕਾਇਆ, ਢੇਰ ਲਾ ਦੇਣਾ ਜਾਂ ਬੜੇ ਸਾਰੇ ਬਾਟੇ ਇੱਕੋ ਥਾਂ ਖਾਓ ਬੈਠ ਕੇ, ਜਿਵੇਂ ਮੁਸਲਮਾਨ ਖਾਂਦੇ ਨੇ ਇੱਕੋ ਥਾਲੀ 'ਚ। ਇਹ ਫਿਰ ਉਹੀ ਲੱਗੇ ਪੜਨ ਤੇ ਕਹੇ ਤੇ ਮੇਰੇ ਬਾਟੇ ਨੂੰ ਹੱਥ ਨਾਲ ਦੀ ਤੂੰ। ਇਹ ਤਾਂ ਉਲਟਾ ਰਾਹ ਬਾਲੇ ਪਾ ਲਿਆ ਤੁਸੀਂ, ਛੱਡੇ ਗਏ ਸਭ ਕੁਛ। ਮੱਤ ਵੀ ਮਾਰੀ ਗਈ, ਫਿਰ ਜੇ ਛੱਡ ਗਏ ਮੱਤ ਵੀ ਮਾਰੀ ਗਈ। ਗੁਰਬਾਣੀ ਦਾ ਵੀ ਗਿਆਨ ਹੈ ਨਹੀਂ। ਮੁੜ ਕੇ ਫਿਰ ਉੱਥੇ ਹੀ ਆ ਕੇ ਜੁੜ ਗਏ। ਬਾਣਾ ਹੀ ਬਾਣਾ ਰਹਿ ਗਿਆ, ਹੁਣ ਰਿਹਾ ਕੱਖ ਵੀ ਨਹੀਂ ਕੋਲ, ਕੁਛ ਨਹੀਂ ਰਿਹਾ ਕੋਲ। ਅਕਲ ਨਹੀਂ ਰਹੀ। ਦੂਆ ਕੀ ਹੁੰਦਾ? ਦੇਖੋ, ਇੱਕ ਹੈ ਸ਼ਕਲ, ਇੱਕ ਹੈ ਅਕਲ, ਦੋ ਚੀਜ਼ਾਂ ਨੇ ਆਦਮੀ ਕੋਲ। ਦੋ ਹੀ ਚੀਜ਼ਾਂ ਨੇ, ਇੱਕ ਸ਼ਕਲ ਹੈ, ਇੱਕ ਅਕਲ ਹੈ। ਸ਼ਕਲ ਇੱਕ ਤਾਂ ਚਲੋ ਸਰੀਰ ਦੀ ਬਣੀ ਹੋਈ ਹੈ, ਉਹ ਤਾਂ ਜਿਹੋ ਜਿਹੀ ਹੈ ਉਹ ਤਾਂ। ਇੱਕ ਅਸੀਂ ਬਣਾ ਲਈ ਬਾਹਰ ਬਾਣਾ ਪਾ ਕੇ, ਕਿਸੇ ਨੇ ਸਾਧ ਵਾਲਾ ਪਾ ਲਿਆ, ਕਿਸੇ ਨੇ ਖਾਲਸੇ ਵਾਲਾ ਪਾ ਲਿਆ, ਕਿਸੇ ਨੇ ਸੰਤਾਨ ਵਾਲਾ ਪਾ ਲਿਆ, ਕਿਸੇ ਨੇ ਮੁਸਲਮਾਨਾਂ ਵਾਲਾ। ਇਹ ਅਸੀਂ ਬਣਾਈਏ ਸ਼ਕਲ, ਅੱਡੋ ਅੱਡ ਪਛਾਣ ਵਾਸਤੇ। ਅੱਡੋ ਅੱਡ ਪਛਾਣ ਹੈ ਸਾਡੀ, ਆਪਣੀ ਆਪਣੀ ਮੱਤਾਂ ਦੀ। ਉਹ ਜਿਹੜੀ ਅਸੀਂ ਰੂਪ ਬਣਾ ਲਿਆ, ਸ਼ਕਲ ਬਣਾ ਲਈ ਆ, ਬਾਣਾ ਜਿਹਨੂੰ ਅਸੀਂ ਕਹਿੰਦੇ ਵਰਦੀ ਕਹਿੰਦੇ ਹਾਂ, ਉਹੀ ਰਹਿ ਗਈ, ਬਾਕੀ ਰਹਿ ਕੀ ਗਿਆ? ਉਹ ਗੱਲਾਂ ਤਾਂ ਅਸੀਂ ਛੱਡਤੀਆਂ। ਅਸੀਂ ਲੰਗਰ ਦੂਏ ਨੂੰ, ਸਿੰਘ ਨੂੰ ਨਹੀਂ ਬਣ ਦੇਣਾ, ਅੰਮ੍ਰਿਤਧਾਰੀ ਨੂੰ। ਤੁਸੀਂ ਕਿਹੜੇ ਰਾਹ ਪੈ ਗਏ? ਉਹ ਚਾਰੇ ਬਣਨ ਇੱਕ ਬਣਨ ਕਰਾਇਆ ਤੇ ਤੁਸੀਂ ਫਿਰ ਵੱਟਾਂ ਪਾਤੀਆਂ। ਇਹ ਗੁਰੂ ਤੋਂ ਖਿਲਾਫ ਹੈ ਸਭ ਕੁਛ। ਮੱਤ ਤਾਂ ਮਾਰੀ ਗਈ, ਉਹੀ ਮਾਇਆ।
ਫਿਰ ਮਾਇਆ ਨੂੰ ਜਾ ਚਿੰਬੜੇ, ਫਿਰ ਲੋਭ ਵੱਧ ਗਿਆ, ਫਿਰ ਉਹੀ ਬਕਾਰ ਵੱਧ ਗਏ, ਫਿਰ ਆਪਸ ਵਿੱਚ ਹੀ ਪ੍ਰੇਮ ਨਹੀਂ ਰਿਹਾ। ਥੋੜਾ ਤਾਂ ਆਪਸ ਵਿੱਚ ਹੀ ਪ੍ਰੇਮ ਨਹੀਂ ਰਿਹਾ, ਆਪਸ ਵਿੱਚ ਹੀ ਨਹੀਂ ਰਿਹਾ, ਦੂਏ ਰੰਗੀ ਦੇ ਨਾਲ ਰਹੂਗਾ। ਇਹ ਤਾਂ ਸ਼ੁਭ ਪ੍ਰੇਮ ਦੀ ਗੱਲ ਆਈ ਹੈ। ਹਾਂ, ਜਦ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਰੂਪ ਸੁਭ ਧਰੇ ਨੇਮ। ਉਹ ਪ੍ਰੇਮ ਵੀ ਸ਼ੁਭ ਚਾਹੀਦਾ ਸੀਗਾ, ਆਪਣੇ ਨਾਲੇ ਨਹੀਂ ਸਾਰਿਆਂ ਨਾਲੇ ਚਾਹੀਦਾ ਸੀ। ਜੇ ਆਪਣੇ ਆਪਣੇ ਬਾਣੇ ਵਾਲਿਆਂ ਨੇ ਪ੍ਰੇਮ ਹੁੰਦਾ ਫਿਰ ਵੀ ਸ਼ੁਭ ਨਹੀਂ ਹੈ, ਸ਼ੁਭ ਪ੍ਰੇਮ ਹੈ। ਜੇ ਕੱਲਾ ਸਿੱਖਾਂ ਨਾਲੇ ਪ੍ਰੇਮ ਹੈ, ਸ਼ੁਭ ਪ੍ਰੇਮ ਨਹੀਂ ਹੈ, ਇਹ ਨਹੀਂ ਸ਼ੁਭ ਹੈਗਾ। ਜੇ ਤੁਹਾਨੂੰ ਮਾਇਆ ਬਾਣਾ ਦੀ ਨਾ ਫਿਰ ਤਾਂ ਤੁਸੀਂ ਅੰਨੇ ਹੀ ਹੋ, ਅੰਨੇ ਬੋਲੇ ਹੋ। ਇਹ ਨੇਤਰੋ ਮੇਰੇ ਹਰ ਤੋਂ ਮੈਂ ਜੋਤ ਧਰੀ, ਹਰ ਬਿਨ ਵਰਨ ਦੇਖੋ ਕੋਈ ਕਿਹਾ ਸੀ ਤੁਹਾਨੂੰ, ਅੰਨੇ ਹੋ ਗਏ ਤੁਸੀਂ। ਓਏ ਉਹ ਅੱਖ ਅੰਦਰਲੀ ਜਦ ਹੈ ਨਹੀਂ ਤਾਂ ਅੰਨੇ ਹੋ, ਅੰਨੇ ਉਹ ਨਹੀਂ ਜਿਹਦੇ ਅੰਦਰਲੀ ਅੱਖ ਹੈ ਨਹੀਂ। ਬਾਹਰਲੀਆਂ ਅੱਖਾਂ ਦਾ ਕੀ ਹੈ? ਬਾਹਰਲੀਆਂ ਜਾਨਵਰਾਂ ਦੇ ਵੀ ਨੇ, ਬਾਹਰਲੀਆਂ ਅੱਖਾਂ ਦਾ ਜਾਨਵਰਾਂ ਦੇ ਵੀ ਨੇ। ਉਹ ਕਬੂਤਰ ਵੀ ਕਬੂਤਰਾਂ ਜਾ ਕੇ ਬਹਿੰਦੇ ਨੇ, ਕੌਂ ਚ ਬਹਿੰਦੇ ਨੇ ਜਾ ਕੇ, ਮਿਰਗਾਂ ਚ ਜਾ ਕੇ ਚੁਗਦੇ ਨੇ। ਉਹ ਤਾਂ ਜਾਨਵਰ ਵੀ ਰਹਿੰਦੇ ਨੇ ਇਕੱਠੇ ਇਸ ਤਰੀਕੇ ਨਾਲ। ਜੇ ਤੁਸੀਂ ਇਕੱਠੇ ਹੋ ਫਿਰ ਕੀ ਹੋ ਗਿਆ? ਉਹ ਕਮ ਸੇ ਕਮ ਜਾਨਵਰ ਸਾਰੇ ਜਾਨਵਰਾਂ ਨੂੰ ਇੱਕ ਤਾਂ ਸਮਝਦੇ, ਤੁਸੀਂ ਤੇ ਆਦਮੀਆਂ ਨੂੰ ਵੀ ਨਹੀਂ ਇੱਕ ਸਮਝਦੇ। ਤੁਹਾਡਾ ਆ ਬਣ ਬਣਾ ਲੈ ਚਾਰ, ਇਹ ਆ ਪੰਜਾਬੀ ਹੈ ਜੀ, ਇਹ ਜੀ ਯੂਪੀ ਵਾਲਾ ਭਈਆ ਜੀ, ਇਹ ਬਿਹਾਰੀ ਹੈ, ਫਲਾਨਾ ਹੈ, ਬੰਗਾਲੀ ਹੈ। ਤੁਸੀਂ ਕਿਹੜੇ ਰਾਹ ਪੈ ਗਏ? ਤੋਤਾ ਕਿਤੋਂ ਲੈ ਆਓ, ਚਾਹੇ ਕਿਸੇ ਦੇਸ਼ ਚੋਂ ਫੜ ਲਿਆ ਤੋਤੇ, ਇਕੱਠੇ ਰਹਿ ਪੈਣਗੇ ਸਾਰੇ। ਹੋਰ ਜਾਨਵਰ ਕੋਈ ਲਿਆਓ, ਸਾਰੇ ਇਕੱਠੇ ਰਹਿ ਪੈਣਗੇ। ਸ਼ੇਰ ਕਿਤੇ ਦੇ ਲਿਆਓ, ਸਾਰੇ ਇਕੱਠੇ ਰਹਿ ਪੈਣਗੇ, ਇੱਕੋ ਥਾਂ ਪਾਣੀ ਪੀ ਲੈਣਗੇ। ਆਦਮੀ ਤਾਂ ਸਭ ਤੋਂ ਜ਼ਿਆਦਾ ਪਾਗਲ ਹੋ ਗਿਆ। ਜ਼ਿਆਦਾ ਅਕਲਮੰਦ ਸੀ ਨਾ, ਇਹਦੀ ਅਕਲ ਖਤਰਨਾਕ ਹੋ ਗਈ ਇਹਦੇ ਵਾਸਤੇ। ਇਹਦੇ ਵਾਸਤੇ ਖਤਰਨਾਕ ਹੈ। ਬੰਬੇ ਨੇ ਆਪਣੇ ਵਾਸਤੇ ਬਣਾਏ ਨੇ, ਹੋਰ ਕਿਹਦੇ ਵਾਸਤੇ ਬਣਾਏ ਨੇ? ਚਿੜੀਆ ਮਾਰ ਨੂੰ ਬੰਬ ਨਹੀਂ ਬਣਾਏ ਹੋਏ, ਮੱਛਰ ਮਾਰ ਨੂੰ ਬੰਬ ਨਹੀਂ ਬਣਾਏ ਨੇ। ਬੰਬ ਆਪਣੇ ਵਾਸਤੇ ਬਣਾਏ ਨੇ, ਮੱਛਰ ਮਾਰ ਨੂੰ ਛੋਟੀਆਂ ਫਲੁੱਟ ਬਣਾ ਲਈ, ਆਪਣੇ ਵਾਸਤੇ ਬੰਬ ਬਣਾ ਲਏ। ਮੱਛਰ ਨੇ ਨਹੀਂ ਆਪਣੇ ਵਾਸਤੇ ਕੋ ਬਣਾਇਆ, ਮਰਨ ਵਾਸਤੇ ਨਾ ਆਦਮੀ ਵਾਸਤੇ ਬਣਾਇਆ। ਮੱਖੀਆਂ ਨੇ ਨਹੀਂ ਬਣਾਇਆ ਕੁਛ, ਹੋਰ ਜਾਨਵਰਾਂ ਨੇ ਨਹੀਂ ਬਣਾਇਆ ਕੁਛ, ਇਹਨੇ ਬਣਾ ਲਿਆ ਸਭ ਕੁਛ। ਅਕਲ ਹੈ ਨਾ ਇਹਨੂੰ, ਅਕਲ ਹੈ। ਦੂਜਿਆਂ ਨੂੰ ਮਾਰ ਦੇਣਾ, ਆਪ ਵੀ ਮਰ ਜਾਣਾ, ਆਹ ਅਕਲ ਹੈ ਇਹਦੀ। ਹਾਂਜੀ, ਪ੍ਰੇਮ ਰੂਪ ਸੁਭ ਧਰੇ ਨੇਮ, ਨਾਮਾ ਭਟ। ਜਿੱਥੇ ਪ੍ਰੇਮ ਹੈ ਉੱਥੇ ਨੇਮ ਨਹੀਂ ਹੁੰਦਾ। ਜਿੱਥੇ ਨੇਮ ਹੈ ਉੱਥੇ ਪ੍ਰੇਮ ਨਹੀਂ ਹੁੰਦਾ। ਬਸ ਨੇਮ ਕੀ ਹੈ? ਮਰਿਆਦਾ ਨੇਮ ਹੈ। ਮਰਿਆਦਾ ਜਿਹੜੀ ਆ ਉਹ ਨੇਮ ਨੇ, ਨਿਯਮ ਬਣਾਏ ਹੋਏ ਮਰਿਆਦਾ, ਉਹਦਾ ਹੀ ਨਾਮ ਮਰਿਆਦਾ। ਜਿਹੜੇ ਨਿਯਮ ਬਣਾਏ ਨੇ ਅਸੀਂ, ਇੰਨੇ ਵਜੇ ਸੁਬਾਹ ਉੱਠਣਾ, ਅਸੀਂ ਪ੍ਰਕਾਸ਼ ਕਰਨਾ, ਇਹ ਕਰਨਾ, ਕੀਰਤ, ਇਹ ਨਿਯਮ ਨੇ ਸਾਰੇ। ਸ਼ਾਮ ਨੂੰ ਰਹਿ ਰਾਸ ਕਰਨੀ ਹੈ, ਅਰਦਾਸ ਇਹ ਕਰਨਾ, ਉਹ ਇਹ ਨਿਯਮ ਨੇ ਸਭ। ਜਿਹੜਾ ਸਵੇਰੇ ਨਹਾਉਣਾ, ਇਹ ਕਰਨਾ, ਉਹ ਕਰਨਾ, ਸਭ ਨਿਯਮ ਨੇ। ਇਹ ਜਿਹੜੇ ਨੇਮ ਨੇ, ਝੂਠਾ ਖਾਣਾ ਨਹੀਂ ਖਾਣਾ ਨੇਮ। ਜਿੱਥੇ ਪ੍ਰੇਮ ਹੈ ਉੱਥੇ ਨੇਮ ਨਹੀਂ ਹੁੰਦਾ। ਬਸ ਜਦ ਪ੍ਰੇਮ ਨਹੀਂ, ਨੇਮ ਨੇ। ਜਿੱਥੇ ਨੇਮ ਹੈ ਉੱਥੇ ਪ੍ਰੇਮ ਨਹੀਂ ਹੁੰਦਾ। ਕਿਸੇ ਧਰਮ ਦੇ ਵਿੱਚ ਨਹੀਂ ਸੀਗਾ ਇਹ ਮੁਸਲਮਾਨਾਂ ਦੇ ਸੁਭਾਅ ਵੀ ਕਿੱਥੋਂ ਖਾਓ ਅੰਮ੍ਰਿਤ, ਇਸ ਤਰੀਕੇ ਨਾਲ। ਮੁਸਲਮਾਨਾਂ ਦੇ ਵੀ ਇਸ ਤਰੀਕੇ ਨਾਲ ਨਹੀਂ ਅੰਮ੍ਰਿਤ ਛਕਾਉਂਦੇ ਜਿਸ ਤਰੀਕੇ ਨਾਲ ਆਪਣੇ ਛਕਾਇਆ। ਇਕੱਠੇ ਜ਼ਰੂਰ ਖਾਂਦੇ ਨੇ ਉਹ ਪਹਿਲਾਂ ਤੇ ਉਹਨਾਂ ਦੇ ਸੁਭਾਅ ਹੈ। ਸਾਡੇ ਪੌਣ ਦਿਨ ਵੇਲੇ ਇਕੱਠੇ ਕੀਤੇ ਨੇ। ਪਹਿਲਾਂ ਸਾਰੇ ਹਿੰਦੂ ਸੀ, ਇਕੱਠੇ ਨਹੀਂ ਸੀ ਖਾਂਦੇ। ਕਹਿੰਦੇ ਹਿੰਦੂਆਂ 'ਚੋਂ ਬਾਹਰ ਕੱਢ ਦਿੰਦੇ, ਤੁਹਾਨੂੰ ਬਾਹਰ ਕੱਢਤੇ। ਉਹ ਅਲੱਗ ਗੱਲ ਆ, ਅਸੀਂ ਫਿਰ ਉਹਨਾਂ ਜਾ ਬੜੇ, ਕੋਈ ਖੂਨ 'ਚ ਉਹੀ ਗੱਲ ਸੀ ਸਾਡੇ। ਸਾਡੇ ਕੁਛ ਬੈਠੀਏ ਆ ਗਏ, ਉਹਨਾਂ ਨੇ ਕਿਹਾ ਇਹ ਨਾ ਕਰੋ, ਇਹ ਨਾ ਕਰੋ, ਉਹ ਕਰੋ, ਫਲਾਨਾ ਕਰੋ। ਉਹਨਾਂ ਨੇ ਕੱਲ ਉਸ ਅਸੀਂ ਸਭ ਕੁਝ ਡਿਸਟਰਾਏ ਕਰਤਾ। ਰਿਹਾ ਵੀ ਕੱਖ ਨਹੀਂ ਸਾਡੇ ਕੋਲ ਜੇ ਡਿਸਟਰਾਏ ਕਰਤਾ।
ਝੂਠਾ ਖਾ ਸਕਦਾ ਹੈ, ਬੱਚੇ ਦਾ ਨਹੀਂ ਖਾਣਾ। ਮੈਂ ਅੰਮ੍ਰਿਤਧਾਰੀਆਂ ਗੱਲ ਗਲਤ ਹੈ, ਇਹ ਗੱਲ ਗਲਤ ਹੈ। ਅੰਮ੍ਰਿਤਧਾਰੀ ਦਾ ਜਾਂ ਹੋਣਾ ਜਾਂ ਨਾ ਹੋਣਾ, ਝੂਠਾ ਖਾਣਾ, ਸਿਰਫ ਅਸੀਂ ਉਹਦਾ ਝੂਠਾ ਨਹੀਂ ਖਾ ਸਕਦੇ ਜਿਹੜਾ ਵਿਖ ਵਰਤਦਾ ਹੋਵੇ। ਵਿਖ ਵਰਤਦਾ ਹੋਵੇ ਨਹੀਂ ਖਾ ਸਕਦੇ। ਤੁਸੀਂ ਚੀਨੀ ਨਹੀਂ ਖਾ ਸਕਦੇ ਜੇ ਝੂਠੇ ਦੀ ਗੱਲ ਕਰੋਗੇ। ਗੁੜ ਨਹੀਂ ਖਾ ਸਕਦੇ, ਗੁੜ ਤੇ ਤਾਂ ਮੱਖੀਆਂ ਵੀ ਬਹਿ ਜਾਂਦੀਆਂ, ਆ ਕੇ ਬਹਿੰਦੀਆਂ ਨੇ ਨਾ, ਘੱਟੋ ਘੱਟ ਮੱਖੀਆਂ ਤਾਂ ਬਹਿੰਦੀਆਂ ਨੇ ਨਾ। ਚੀਨੀ ਜਾਓ ਤਾਂ ਭਰਿੰਡਾਂ ਕਿੰਨੀਆਂ ਮੱਖੀਆਂ ਵਿੱਚੇ ਪੀੜੀਆਂ ਜਾਂਦੀਆਂ ਨੇ। ਤੂੰ ਖਾ ਕੇ ਦਿਖਾਓ ਚੀਨੀ, ਫਿਰ ਚੀਨੀ ਖਾ ਕੇ ਦਿਖਾਓ। ਬਿਖਦਾਰ ਥੀ ਇਹਨੇ ਬਿਖ ਵਰਤਦਾ ਗਈ ਆ ਜਿਹੜੇ ਤਮਾਕੂ ਵਰਤਦੇ, ਤਮਾਕੂ ਵਰਤਦੇ ਨੇ ਜਿਹੜੇ, ਉਹਨਾਂ ਦੀ ਬਿਖ, ਉਹਨੂੰ ਬਿਖ ਕਹਿੰਦੇ। ਉਹਦਾ ਨਹੀਂ ਖਾ ਸਕਦੇ ਅਸੀਂ, ਬਸ। ਨਾਮਾ ਪਟ ਭੈ ਕਰ, ਨਾਮਾ ਭੱਟ ਭੈ ਕਰ, ਭੈ ਕਰ, ਹਾਂ ਨਾਮਾ ਪ੍ਰੇਮ ਰੂਪ ਸੁਭ ਧਰੇ ਨੇਮ, ਨਾਮਾ ਭਟ ਭੈ ਕਰ। ਜਿਹੜਾ ਪ੍ਰੇਮ ਰੂਪ ਹੈ ਉਹੀ ਤਾਂ ਨਾਮਾ ਹੈ। ਨਾਮਾ ਕਹੇ ਤਲੋਚਨਾ, ਜਦੋਂ ਪ੍ਰੇਮ ਰੂਪ ਹੈ ਉਹ ਪੂਰਨ ਬ੍ਰਹਮ ਹੈ ਅਸਲ ਚ। ਨਾਮਾ ਲੱਭ, ਇਹ ਤਾਂ ਬਹੁਤ ਜ਼ਿਆਦਾ ਸੀ, ਇੱਥੇ ਤਾਂ ਖੁੱਲ ਇਹਨੂੰ ਇਤਕੀ ਰੱਖਿਆ ਮੈਂ ਦੁਬਾਰਾ। ਨਾਮਾ, ਨਾਮਾ ਹੈ ਨਾ, ਨਾਮਾ ਕਹੇ ਤਲੋਚਨਾ, ਮੁਖ ਤੇ ਨਾਮ ਸੰਭਾਲੋ, ਨਾਮਾ ਹੈ। ਨਾਮਾ ਭੱਟ ਹੈ, ਭੱਟ ਜੋਧਾ ਹੋ ਜਾਂਦੇ ਨੇ। ਨਾਮਾ ਭੱਟ, ਹਾਂ ਨਾਮਾ ਭੱਟ ਹੈ। ਨਹੀਂ ਲੜ ਹੁੰਦਾ ਹੈ, ਇਹ ਲੜਦਾ ਹੈ। ਦਾਗੇ ਹੋਏ ਸਰਣ ਮੇ ਜੂਝੇ ਬਿਨ ਦਾਗੇ ਭਗ ਜਾਈ। ਨਾਮਾ ਭੱਟ ਭੈ ਕਰ, ਹਾਂ ਪੈ ਕਰ, ਪੈ ਦੇ ਵਿੱਚ ਆਉਂ ਪਰ ਹੈ ਪੈ ਚ। ਪੱਟ ਜ਼ਰੂਰ ਹੈ ਪਰ ਪੈ ਚ ਲੜਦਾ, ਹੁਕਮ ਚ ਲੜਦਾ। ਹੁਕਮ ਤੇ ਬਾਹਰ ਨਹੀਂ ਜਾ ਕੇ ਲੜਦਾ। ਹੁਕਮ ਦੇ ਵਿੱਚ ਜਿਹੜਾ ਲੜਦਾ ਉਹ ਜ਼ੁਲਮ ਨਹੀਂ ਕਰ ਸਕਦਾ, ਅਹੰਕਾਰ ਨਹੀਂ ਕਰ ਸਕਦਾ, ਹੁਕਮ 'ਚ ਲੜਦਾ। ਹੁਕਮ ਦੀ ਲੜਾਈ ਲੜਦਾ, ਭੈ 'ਚ ਰਹਿ ਕੇ ਲੜਦਾ। ਪਰਮੇਸ਼ਰ ਦੇ ਭੈ 'ਚ ਰਹਿ ਕੇ ਲੜਦਾ ਹੈ। ਸੂਰਮਾ ਹੈ ਭੈ ਦੇ ਵਿੱਚ। ਜਿਹੜਾ ਭੈ 'ਚ ਨਾ ਰਹੇ ਉਹ ਬਾਗੀ ਹੋ ਜਾਂਦਾ। ਜਿਹੜਾ ਭੈ 'ਚ ਨਹੀਂ ਉਹਦਾ ਬਾਗੀ ਹੈ। ਫਿਰ ਪਰਮੇਸ਼ਰ ਦੇ ਭੈ ਵਿੱਚ ਹੈ, ਬਾਗੀ ਨਹੀਂ ਹੈ। ਉਹ ਬਗਾਵਤ ਨਹੀਂ ਕਰਦਾ। ਜਿਉਂ ਚਲਾਉਂਦਾ ਉਵੇਂ ਚੱਲਦਾ। ਜਿਉਂ ਤੂੰ ਚਲਾਏ ਤਿਵੇਂ ਚੱਲਾਂ ਸੁਆਮੀ। ਹੋਰ ਕਿਆ ਜਾਣਾ ਗੁਣ ਤੇਰੇ, ਮੈਂ ਕੁਝ ਨਹੀਂ ਜਾਣਦਾ। ਜਿਉਂ ਤੂੰ ਬੁਲਾਉਣਾ ਉਵੇਂ ਬੋਲਦਾ, ਜਿਵੇਂ ਚਲਾਉਂਦਾ ਉਵੇਂ ਚੱਲਦਾ। ਨਾਮਾ ਭੱਟ ਭੈ ਕਰੀ, ਭੈ ਦੇ ਵਿੱਚ ਰਹਿ ਕੇ ਜੰਗ ਕਰਦਾ, ਲੜਾਈ ਲੜਦਾ ਹੈ ਸੱਚ ਦੀ। ਜਿਹੜੀ ਗੁਰਮਤਿ ਦੀ ਲੜਾਈ ਲੜਦਾ ਹੁਕਮ 'ਚ ਰਹਿ ਕੇ ਹੀ ਲੜਦਾ, ਆਪਣੇ ਮਰਜ਼ੀ ਨਾਲ ਨਹੀਂ ਲੜਦਾ। ਉਹ ਜੋ ਗੁਰਬਾਣੀ ਕਹਿੰਦੀ ਆ ਉਹ ਬੋਲਦਾ, ਜੋ ਗੁਰਬਾਣੀ ਨਹੀਂ ਕਹਿੰਦੀ, ਜੋ ਗੁਰਬਾਣੀ ਕਹਿੰਦੀ ਹੈ ਉਹ ਬੋਲਣ ਤੇ ਹਟ ਨਹੀਂ ਸਕਦਾ, ਫਾਲਤੂ ਕੋਲ ਕੁਝ ਕਹਿ ਨਹੀਂ ਸਕਦਾ। ਜੇ ਕੋਈ ਮੂੰਹ ਚੋਂ ਨਿਕਲ ਗਿਆ ਉਹਨੂੰ ਦੁਰਸਤ ਜਦ ਪਤਾ ਲੱਗਦਾ ਜਦੇ ਕਰ ਲੈਂਦਾ। ਉਹਨੂੰ ਜਦੇ ਹੀ ਉਹ ਤੋਂ ਮੁਨਕਰ ਹੋ ਜਾਂਦਾ ਵੀ ਇਹ ਗੱਲ ਗਲਤ ਕਹੀ ਗਈ, ਇਹ ਨਹੀਂ ਸੀ ਠੀਕ ਗੱਲ, ਕਹਿਣ ਵਾਲੀ ਹੈ ਨਹੀਂ ਸੀ। ਭੁੱਲਣ ਅੰਦਰ ਸਭ ਕੋ ਭੁੱਲਣ, ਆਪਣੀ ਭੁੱਲ ਨੂੰ ਜਦੇ ਮੰਨ ਲੈਂਦਾ ਕਿ ਉਹਦੀ ਕੋਈ ਬੇਇੱਜ਼ਤੀ ਇੱਜ਼ਤ ਹੈ। ਜਿਹਦੀ ਕੋਈ ਇੱਜ਼ਤ ਨਹੀਂ ਉਹਦੀ ਬੇਇੱਜ਼ਤੀ ਕਿੱਥੋਂ ਹੋਣੀ ਹੈ? ਉਹਦੀ ਆਪਣੀ ਕੋਈ ਇੱਜ਼ਤ ਨਹੀਂ ਹੈ, ਬੇਇੱਜ਼ਤੀ ਤਾਂ ਉਹਦੀ ਹੁੰਦੀ ਹੈ ਜਿਹਦੀ ਇੱਜ਼ਤ ਹੋਵੇ। ਇੱਜ਼ਤ ਔਰ ਬੇਇੱਜ਼ਤੀ ਤਾਂ ਇੱਜ਼ਤ ਵਾਲੇ ਦੀ ਉਹ ਬੇਇੱਜ਼ਤੀ ਹੈ, ਜਿਹਦੀ ਇੱਜ਼ਤ ਕੋਈ ਨਹੀਂ, ਬੇਇੱਜ਼ਤੀ ਉਹਦੀ ਕਿੱਥੋਂ ਹੋਣੀ ਹੈ? ਤੈਸਾ ਮਾਨ ਤੈਸਾ ਅਭਿਮਾਨ। ਮਾਨ ਤਾਂ ਉਹਦੇ ਵਾਸਤੇ ਅਭਿਮਾਨ ਹੈ, ਮਾਨ ਤਾਂ ਉਹਦੇ ਵਾਸਤੇ ਅਭਿਮਾਨ ਹੈ। ਉਹ ਕਾਸ ਨੂੰ ਰੱਖੂ ਉਹ ਚੀਜ਼ ਨੂੰ। ਪਰਮ ਰੂਪ ਪਰਮ ਨਾਮਾ ਕਹਿੰਦੇ ਨੇ, ਨਾਮ ਦਾ ਬੀਜ। ਨਾਮੇ ਨੂੰ ਕੰਨਾ ਲੱਗਿਆ ਹੋਇਆ, ਨਾਮ ਨੂੰ ਕੰਨਾ ਲਾ ਕੇ ਨਾਮਾ ਬਣਾਇਆ ਹੋਇਆ। ਜਦ ਕੰਨਾ ਲੱਗ ਜਾਂਦਾ ਤਾਂ ਦੇਹ ਧਾਰੀ ਹੈ। ਨਾਮਾ ਭੱਟ, ਨਾਮ ਦਾ ਬੁਲਾਇਆ ਬੋਲਦਾ ਨਾਮਾ, ਨਾਮ ਦਾ ਬੁਲਾਇਆ ਬੋਲਦਾ ਜਿਹੜਾ ਉਹ ਨਾਮ ਹੈ, ਨਾਮ ਨਹੀਂ ਹੈ।
ਬੋਲਣ ਵਾਲਾ ਨਾਮ ਹੈ, ਬੁਲਾਉਂਦਾ ਨਾਮ ਹੈ ਉਹਨੂੰ। ਨਾਮ ਦਾ ਵਿਖਿਆਨ ਕਰਨ ਵਾਲਾ ਨਾਮਾ ਹੁੰਦਾ। ਨਾਮਾ ਕਹੇ ਤਲੋਚਨ ਮੁਖ ਤੇ ਨਾਮ ਸੰਭਾਲ, ਉਹ ਨਾਮਾ ਇੱਥੇ ਲਿਆਂਦਾ, ਉਹ ਆਦ ਵਿੱਚੋਂ ਚੱਕ ਕੇ। ਕਿਹਦਾ ਲਿਖਿਆ ਹੈ? ਸਾਰਾ ਬੇਸ ਗੁਰਬਾਣੀ ਇਹਦਾ। ਔਖਾ ਹੈ ਲਫ਼ਜ਼ ਲੱਭਣੇ, ਬਹੁਤ ਔਖੇ ਨੇ, ਅਰਥ ਕਰਨੇ ਔਖੇ ਨੇ। ਇੱਕ ਲਫ਼ਜ਼ੇ ਦੱਸ ਦਿੰਦਾ ਵੀ ਕਿੱਥੋਂ ਆਇਆ ਹੋਇਆ ਇਹ। ਨਾਮਾ ਭੱਟ ਪੈ ਕਰ, ਪੈ ਜਰਾ ਕੇ ਲੜਦਾ, ਪਰ ਭੱਟ ਜ਼ਰੂਰ ਹੈ। ਨਾਮਾ ਭੱਟ ਯੋਧਾ ਜ਼ਰੂਰ ਹੈ, ਸੂਰਮਾ ਜ਼ਰੂਰ ਹੈ, ਪਰ ਭੈ ਦੇ ਵਿੱਚ ਪੈ ਕਾਹੂ ਕੋ ਦੇਤ ਨਾ। ਉਹ ਭੱਟ ਕਿਸੇ ਨੂੰ ਭੈ ਭੀਤ ਕਰਨ ਵਾਸਤੇ ਨਹੀਂ ਲੜ ਰਿਹਾ। ਨਾ ਭੈ ਮੰਨਤਾਨ, ਭੱਟ ਤਾਂ ਭੈ ਨਹੀਂ ਮੰਨਦਾ ਬਸ। ਭੱਟ ਇਸ ਕਰਕੇ ਲਫ਼ਜ਼ ਵਰਤਿਆ, ਉਹ ਕਿਸੇ ਦੀ ਸੰਸਾਰੀ ਹੋਰ ਝੂਠ ਦੀ ਭੈ ਨਹੀਂ ਮੰਨਦਾ, ਸਾਖਰ ਦੀ ਭੈ ਨਹੀਂ ਮੰਨਦਾ। ਪਰ ਇੰਨਾ ਹੀ ਗੱਲ ਹੈ ਭੱਟ ਕਹਿਣ ਦਾ ਉਹਨੂੰ। ਭੈ ਦੇਣ ਵਾਲਾ ਭੱਟ ਨਹੀਂ, ਭੈ ਨਾ ਮੰਨਣ ਵਾਲਾ ਕਰਕੇ ਭੱਟ ਹੈ। ਜਿਹੜਾ ਭੈ ਨਹੀਂ ਮੰਨਦਾ ਉਹਨੂੰ ਭੱਟ ਤਾਂ ਕਿਹਾ ਹੋਇਆ, ਭੈ ਦੇਣ ਵਾਸਤੇ ਨਹੀਂ ਭੱਟ। ਲੋਕ ਭੱਟ ਉਹਨੂੰ ਕਹਿੰਦੇ ਜਿਹੜਾ ਦੂਜੇ ਨੂੰ ਭੈ ਦੇਵੇ, ਜੀ ਤਾਂ ਦੂਜੇ ਭੈ ਪੀਤ ਹੋਣ, ਡਰਨ। ਝੂਠ ਡਰਦਾ ਨਹੀਂ, ਚੁੱਪ ਕਰ ਜਾਂਦਾ। ਡਰਦਾ ਨਹੀਂ ਝੂਠ, ਡਰਨ ਦੀ ਲੋੜ ਨਹੀਂ ਝੂਠ ਨੂੰ, ਚੁੱਪ ਕਰਨ ਦੀ ਲੋੜ ਹੈ। ਨਾਮ ਵੀ ਤਾਂ ਚੁੱਪ ਕਰਕੇ ਰਹਿੰਦਾ ਕੁਛ ਚਿਰ। ਥੋਤੇ ਚੁੱਪ ਕਰ ਹੁੰਦਾ, ਤੁਸੀਂ ਚੁੱਪ ਕਰਕੇ ਸੁਣੀ ਜਾਓ। ਉਹ ਚੁੱਪ ਕਰਕੇ ਸੁਣੀ ਜਾਓ, ਜਿੱਥੇ ਗਲਤੀ ਹੋ ਉੱਥੇ ਬੋਲ ਪਿਓ। ਜੇ ਵਿਰੋਧ ਕਰਦੇ ਹੋ ਫਿਰ ਤੁਸੀਂ ਸੱਚ ਦਾ ਵਿਰੋਧ ਕਰ ਰਹੇ ਹੋ, ਆਦ ਸੱਚ ਦਾ। ਪਰਮ ਰੂਪ ਪਰਮੰ ਪ੍ਰਤਾਪ ਜਗ ਜੈ ਅਰ ਛੈ ਕਰ, ਜੈ ਅਰੀ ਛੈ ਕਰ, ਅਰੀ ਛੈ ਕਰ, ਜਗ ਜੈ ਅਰੀ ਛੈ ਕਰ। ਹਾਂ, ਜਗਤ ਚ ਜੈ ਜਿੱਤ ਪੈਦਾ ਕਰਦਾ, ਦੁਸ਼ਮਣਾਂ ਨੂੰ ਛੈ ਕਰਕੇ, ਬਕਾਰਾਂ ਨੂੰ ਛੈ ਕਰਕੇ। ਦੁਸ਼ਮਣ ਦਾ ਮਤਲਬ ਬਕਾਰ ਹੈ। ਮਨ ਨੂੰ ਜਿੱਤਿਆ, ਜੈ ਕੀ ਕੀਤੀ ਹੈ? ਮਨ ਜਿੱਤਿਆ, ਜਗ ਜੈ। ਜਗ ਚ ਜੈ ਪੈਦਾ, ਜਗ ਸਰੀਰ ਹੈ ਨਾ, ਮਨ ਜੀਤੇ ਜਗ ਜੀਤੇ। ਮਨ ਜਿੱਤਿਆ, ਅਸਲ ਚ ਬਕਾਰ ਜਿੱਤੇ ਨੇ। ਮਨ ਕਾਹਨੂੰ ਜਿੱਤਿਆ? ਬਕਾਰਾਂ ਦਾ ਗਰਸਿਆ ਹੋਇਆ ਸੀ, ਮਨ ਪਕੜਿਆ ਹੋਇਆ ਸੀ, ਬਕਾਰਾਂ ਤੋਂ ਛਡਾ ਲਿਆ। ਅਰੀ ਛੈ ਕਰ, ਦੁਸ਼ਮਣ ਛੈ ਕਰਕੇ। ਹਾਂ, ਕੀ ਸੀ ਮੂਰੇ? ਪਰਮ ਰੂਪ ਪਰਮੰ ਪ੍ਰਤਾਪ। ਪਰਮ ਰੂਪ ਹੈ ਹੁਣ, ਪਰਮੰ ਪ੍ਰਤਾਪ, ਪਰਮ ਪ੍ਰਤਾਪ ਹੈ, ਪ੍ਰਤਾਪ ਹੈ। ਉਸ ਪ੍ਰਤਾਪ ਤੋਂ ਹੀ ਭੱਜ ਗਏ ਉਹ। ਮਾਰਾ ਇੱਕ ਤਾਜਾ ਘਣੇ, ਪੰਜੇ ਬਕਾਰ ਤਾਂ ਭੱਜ ਗਏ, ਛੱਡ ਗਏ। ਮਾਰਿਆ ਕੌਣ ਸੀ? ਮਾਰਿਆ ਸੀ ਭਰਮ। ਮਾਰਾ ਇੱਕ, ਮਾਰਿਆ ਕੀ ਸੀ? ਗੁਰ ਪ੍ਰਸਾਦ ਭਰਮ ਕਾ ਨਾਸ। ਉਹ ਜਿਹੜਾ ਪ੍ਰਤਾਪ ਹੈ ਉਹ ਗੁਰ ਪ੍ਰਸਾਦ ਹੈ, ਪ੍ਰਤਾਪ। ਪਰਮੰ ਪ੍ਰਤਾਪ, ਉਹ ਜਿਹੜਾ ਗੁਰ ਪ੍ਰਸਾਦ ਆ ਉਹੀ ਪਰਮ ਪ੍ਰਤਾਪ ਹੈ। ਗੁਰ ਪ੍ਰਸਾਦ ਕੀ ਹੈ? ਨਾਮ ਮਿਲਿਆ ਜਿਹੜਾ, ਤੁਰਕੀ ਬਾਣੀ ਮਿਲੀ ਹੈ। ਤੁਰਕੀ ਬਾਣੀ ਆਈ, ਸਗਲੀ ਚਿੰਤ ਮਿਟਾਈ। ਸਗਲੀ ਚਿੰਤ ਮਿਟਾਈ। ਸਗਲੀ ਚਿੰਤ ਉਹਨੇ ਮਿਟਾਈ, ਨਹੀਂ ਚਿੰਤਾ ਸੀਗੀ। ਕਦੋਂ ਸੀ? ਜਾਂ ਨਾਮਦੇਵ ਕਹਿੰਦਾ ਇੱਕ ਬੂੰਦ ਜਲ ਕਾਲ ਨੇ 76 ਕੋ ਦੁੱਖ ਪਾਵੇ। ਨਾ ਉਹ ਕਹਿੰਦਾ ਆਪਣੇ ਸਦਨ ਸ਼ਾਇਦ, ਕਹਾਂ ਗੁਣ ਤੇਰੇ ਸਤਗੁਰਾ ਜੋ ਕਰਮ ਨਾ ਨਾਸੈ। ਇੱਕ ਬੂੰਦ ਜਲ ਕਾਲ ਨੇ ਚਾਤਰਕ ਦੁੱਖ ਪਾਵੇ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੇ। ਉਦੋਂ ਤੇ ਚਿੰਤਾ ਹੈ ਨਾ। ਜਦ ਨਾ ਮਿਲਿਆ ਫਿਰ ਜੀਵਨ ਮਿਲ ਗਿਆ, ਚਾਰੇ ਪਦਾਰਥ ਹੋ ਗਏ। ਤੁਰਕੀ ਬਾਣੀ ਆਈ, ਤੈਨੂੰ ਸਗਲੀ ਚਿੰਤ ਮਿਟਾਈ। ਸਗਲੀ ਚਿੰਤ ਮਿਟ ਜਾਂਦੀ ਹੈ ਨਾਮ ਨਾਲ। ਉਦੋਂ ਫਿਰ ਜਿਹੜਾ ਹੈਗਾ ਬਾਕੀ ਆਪੇ ਹੀ ਪਰ ਛੱਡ ਜਾਂਦੇ ਨੇ। ਜਗ ਜੈ, ਜਗ ਜੈ ਕਰ, ਜਿੱਤ ਕਦ ਹੋਈ? ਤੁਰਕੀ ਬਾਣੀ ਨਾਲ ਜਿੱਤ ਹੋਈ। ਦੁਸ਼ਮਣ ਕੀ? ਦੁਸ਼ਮਣ ਛੈ ਹੋ ਗਏ, ਅਰੀ ਛੈ ਕਰ, ਛੈ ਹੋ ਗਏ, ਛੱਡ ਗਏ, ਭੱਜ ਗਏ। ਉਹਨਾਂ ਦੀ ਤਾਕਤ ਕਸ਼ੀਣ ਹੋ ਗਈ, ਗਿਰ ਗਏ ਥੱਲੇ ਬੇਹੋਸ਼ ਹੋ ਕੇ। ਜੇ ਹੁਣ ਬੇਹੋਸ਼ ਹੋ ਕੇ ਗਿਰ ਜਾਣ, ਗਿਰੇ ਮਰੇ ਬਰਾਬਰ ਹੈ ਨਾ, ਆਪਾਂ ਕੀ ਲੈਣ?
ਆਪਾਂ ਨੂੰ ਕਿਹੜਾ ਕੁਝ ਕਹਿੰਦੇ ਨੇ ਉਹ ਛੈ ਕਰ। ਅਸੀਂ ਅਮਿਟ ਵੀਰ ਧੀਰਾ ਵੱਡੋ ਅਤੀ ਬਲੀਸ ਦੁਰਧਰ ਖਰਾਣਾ। ਐਸਾ ਅਸੀਂ ਅਮਿਟ ਵੀਰ ਅਮਿਟ ਵੀਰ ਹੈ, ਧੀਰਾ ਅਮਿਟ ਹੈ, ਅਮਿਟ ਛਾਪ ਛੱਡ ਦਿੰਦਾ ਹੈ, ਮੇਟਿਆ ਨਹੀਂ ਜਾ ਸਕਦਾ ਉਹਨੂੰ, ਧੀਰਾ ਵੱਡੋ ਉਹਨੂੰ ਮੋੜਿਆ ਨਹੀਂ ਜਾ ਸਕਦਾ, ਉਹਨੂੰ ਉੱਥੋਂ ਜਿਹੜਾ ਉਹਦਾ ਟਾਰਗੇਟ ਉੱਥੋਂ ਹਿਲਾਇਆ ਨਹੀਂ ਜਾ ਸਕਦਾ, ਜਿਵੇਂ ਉਹਨੂੰ ਮਨਾਇਆ ਨਹੀਂ ਜਾ ਸਕਦਾ ਵੀ ਤੁਸੀਂ ਛੱਡ ਦੇ ਹੁਣ। ਇਹ ਰਾਮਦੇਵ ਨੂੰ ਕਹਿੰਦੇ ਨੇ ਨਾਮਾ ਆ ਗਿਆ ਨਾ ਲਫ਼ਜ਼, ਮਾਂ ਕਹਿੰਦੀ ਹੈ ਰਾਮ ਛੱਡ ਕੇ ਨੂੰ ਭਜੇ ਖਰਾਏ, ਜੇ ਰਾਮ ਛੱਡ ਦਿੰਦਾ ਮੇਟਿਆ ਗਿਆ ਸੀ। ਨਹੀਂ ਮੇਟਿਆ ਜਾ ਸਕਦਾ ਉਹਨੂੰ, ਮਿੱਟਾ ਹੈ ਉਹ, ਉਹਨੂੰ ਉਧਰੋਂ ਰੋਕਿਆ ਨਹੀਂ ਜਾ ਸਕਦਾ ਸੱਚ ਵੱਲੋਂ, ਹੁਣ ਉਹਨੂੰ ਤੋੜਿਆ ਨਹੀਂ ਜਾ ਸਕਦਾ। ਐਸਾ ਅਮਿਟ ਜੋਧਾ ਹੈ, ਅਮਿਟ ਵੀਰ ਧੀਰਾ ਵੱਡੋ, ਬੜੇ ਧੀਰਜ ਵਾਲਾ ਹੈ, ਬੜੇ ਹੌਸਲੇ ਵਾਲਾ ਹੈ। ਅਤੀ ਬਲੀਸ ਅਤੀ ਬਲੀਸ ਬਲਵਾਨ ਦੁਰਧਰ ਖਰਾਣਾ। ਹਾਂ ਬਲ ਈਸ ਹੈ, ਜਿਹੜੇ ਜਿੰਨੇ ਬਲਵਾਨ ਨੇ, ਜਿੰਨੇ ਵੀ ਬੁੱਧਵਾਨ ਨੇ, ਉਹਨਾਂ ਸਾਰਿਆਂ ਨੂੰ ਬੁੱਧਵਾਨ ਜਿਹੜਾ ਹੁੰਦਾ ਇੱਥੇ ਬਲੀਸ ਅਰਥ ਵਰਤਿਆ। ਉਹਨਾਂ ਨੇ ਪੱਟਾਂ ਨੇ ਜਿਹੜੇ ਜਨਾਂ ਚੋਂ ਜਨਕ ਰਾਜ ਵਰਤਿਆ, ਜਿਹੜਾ ਜਨਕ ਰਾਜ ਵਰਤਿਆ ਨਾ ਲਫ਼ਜ਼, ਤੂੰ ਜਨਕ ਰਾਜ ਅਵਤਾਰ, ਦਸਮ ਪਾਤਸ਼ਾਹ ਨੇ ਉਹਦੇ ਵਾਸਤੇ ਬਲੀਸ ਲਫ਼ਜ਼ ਵਰਤਿਆ। ਬਲਵਾਨਾਂ ਦਾ ਈਸ਼ ਰਾਜਾ, ਬਲੀਸ ਰਾਜਾ ਹੁੰਦਾ, ਜਿੰਨੇ ਸ਼ਕਤੀਸ਼ਾਲੀ ਨੇ, ਬਲਵਾਨ ਨੇ, ਬੁੱਧ ਬਲ ਵਾਲੇ ਨੇ, ਉਹਨਾਂ ਈਸ ਉੱਥੇ ਜਨਕ ਰਾਜ ਅਵਤਾਰ ਵਰਤਿਆ, ਉਹੀ ਲਫ਼ਜ਼ ਵਰਤਿਆ। ਲਫ਼ਜ਼ ਹੋਰ ਵਰਤ ਲਿਆ, ਅਰਥ ਉਹੀ ਹੈ, ਅਰਥ ਉਹੀ। ਦੁਰਧਰ ਖਰਾਣਾ, ਦੁਰਧਰ ਖਰਣ, ਜਿਹੜਾ ਨਹੀਂ ਹਾਰ ਮੰਨਣ ਵਾਲਾ ਜੰਗ ਦੇ ਵਿੱਚ, ਕਿਸੇ ਦੇ ਰਣ ਦੇ ਵਿੱਚ ਨਹੀਂ ਹਾਰ ਮੰਨਣ ਵਾਲਾ ਕਿਸੇ ਤੇ, ਉਹ ਜੋਧਾ। ਹਾਂਜੀ, ਅਨਭੈ ਅਭੰਜ ਅਨਮਿਟ ਸੁਧੀ। ਇਹ ਕੌਣ ਹੈ? ਇਹ ਗੁਰਮੁਖ ਹੈ, ਇਹ ਕਬੀਰ ਹੈ, ਇਹ ਰਵਿਦਾਸ ਹੈ, ਇਹ ਨਾਨਕ ਹੈ। ਜਿੰਨੇ ਸਾਰੇ ਗੁਰਬਾਣੀ 'ਚ ਬੈਠੇ ਨੇ ਸਾਰੇ ਹੀ ਨੇ ਗੁਰਮੁਖ ਨੇ, ਸਾਰੇ ਬਲੀਸ਼ ਨੇ। ਜਿਨ੍ਹਾਂ ਨੇ ਖੋਪੜੀਆਂ ਲਾਹੀਆਂ ਨੇ ਉਹ ਵੀ ਇਹਦੇ ਵਿੱਚ ਹੀ ਨੇ, ਜਿਹਨਾਂ ਨੇ ਬੰਦ ਕਟਾਏ ਨੇ ਉਹ ਵੀ ਵਿੱਚ ਹੀ ਨੇ। ਅਨਭੈ ਅਭੰਜ ਅਨਮਿਟ ਸੁਧੀਸ ਅਨਵਿਕਾਰ ਅਨਜੈਸ ਭਣ। ਆ ਦੇਖੋ ਇਹਦੇ ਗੁਣ ਨੇ। ਅਨਭੈ, ਅਨਭੈ ਪੈ ਰਹਿਤ ਹੈ, ਪੈ ਰਹਿਤ ਕੋਈ ਪੈ ਨਹੀਂ, ਪੈ ਕਾਹੂ ਕੋ ਦੇਤ ਨੇ ਮੈਂ ਭੈ ਮੰਤਾਨ। ਅਨਭੈ ਹੈ, ਹੋਣਾ ਚਾਹੀਦਾ। ਇਹ ਗਾਹਾਂ ਗੁਣ ਨੇ ਜਿਹੜੇ ਬ੍ਰਹਮ ਗਿਆਨੀ ਕਹੇ ਜਾਂਦੇ ਨੇ। ਇਹ ਗੁਣ ਹੈਗੇ ਕਿਸੇ 'ਚ? ਦੱਸਣ, ਇਹ ਗੁਣ ਹੈਗੇ ਕਿਸੇ 'ਚ? ਸੀਗੇ ਮਹਾਂਪੁਰਖਾਂ 'ਚ ਇਹ ਗੁਣ ਨੇ ਦੱਸੇ ਹੋਏ, ਇਹ ਹੁੰਦੇ ਨੇ। ਅਨਭੈ ਅਭੰਜ, ਅਪੰਜ, ਨਹੀਂ ਤੋੜਿਆ ਜਾ ਸਕਦਾ, ਮਨ ਅੱਡ ਨਹੀਂ ਹੋ ਸਕਦਾ ਉਹਦਾ ਕਿਤੇ ਵੀ। ਪੰਜਣ ਕਰਨ ਸਮਰੱਥ ਹੈ ਜਿਹੜਾ, ਉਹਦਾ ਸਿਰ ਤੇ ਹੱਥ ਹੈ। ਇਹਦੇ ਪੰਜਣ ਕਰਨ ਸਮਰੱਥ ਦਾ ਤਾਂ ਹੱਥ ਹੈ ਸਿਰ ਤੇ, ਦੂਆ ਕੌਣ ਤੋੜੂ ਇਹਨੂੰ? ਉਹ ਤਾਂ ਇਹਨੂੰ ਇੱਕ ਕਰੀ ਬੈਠਾ। ਅਨਮਿਟ ਸੁਧੀਸ, ਅਨਮਿਟ ਨਹੀਂ, ਆਪਣੇ ਰਸਤੇ ਤੋਂ ਇਹਨੂੰ ਹਟਾਇਆ ਜਾ ਸਕਦਾ, ਜਿੱਧਰ ਜਾਂਦਾ ਨਹੀਂ ਮੋੜਿਆ ਜਾ ਸਕਦਾ, ਨਹੀਂ ਮੇਟਿਆ ਜਾ ਸਕਦਾ। ਅਨਵਿਕਾਰ, ਅਨਵਿਕਾਰ, ਵਿਕਾਰਾਂ ਤੋਂ ਰਹਿਤ ਹੈ। ਹੁਣ ਕੋਈ ਵਿਕਾਰ ਨਹੀਂ ਵਿੱਚ, ਵਿਕਾਰ ਦਾ ਸਾਰੇ ਖਤਮ ਕਰ ਹੋ ਗਏ। ਹਰੀ ਸ਼ੈ ਕਰ ਉੱਪਰ ਆ ਗਿਆ। ਹਾਂ, ਅਰ ਤਾਂ ਛੈ ਕੀਤੇ ਹੋਏ ਨੇ ਸਾਰੇ ਜਿੱਤੇ। ਅਨਜੈਸ ਭਣ, ਅਨਜੈ ਨਹੀਂ ਜਿੱਤਿਆ ਜਾ ਸਕਦਾ ਇਹਨੂੰ। ਅਨਜੈ ਸੋ ਭਣ, ਸੋ ਭਣ। ਤੋ ਐਸਾ, ਇਹਦੇ ਵਾਸਤੇ ਐਸੇ ਸ਼ਬਦ ਬੋਲੇ ਜਾ ਸਕਦੇ ਨੇ, ਐਸੇ ਸ਼ਬਦ ਨੇ ਇਹਦੇ ਵਾਸਤੇ, ਇਹ ਗੁਣ ਨੇ ਉਹਦੇ ਇਹ ਗੁਣ ਦੱਸੇ ਨੇ, ਦੱਸੇ ਗਏ ਨੇ। ਅਤੀ ਪ੍ਰਤਾਪ ਅਮਿਤੋਜ ਅਮਿਤ। ਕੌਣ ਕਹਿ ਰਿਹਾ ਹੈ? ਮਛਿੰਦਰਨਾਥ ਪਾਰਸਨਾਥ ਨੂੰ ਕਹਿ ਰਿਹਾ ਇਹ ਗੁਣ ਹੁੰਦੇ ਨੇ ਤੇਰੇ 'ਚ ਹੈਗੇ, ਕਹਿ ਰਿਹਾ ਉਹਨੂੰ ਇਹ ਗੁਣ ਹੁੰਦੇ ਨੇ ਉਹ 'ਚ, ਵਿਵੇਕ ਦੇ ਵਿੱਚ, ਜਿੱਥੇ ਵਿਵੇਕ ਬੁੱਧੀ ਹੋਵੇ, ਜਿੱਥੇ ਵਿਵੇਕ ਬੁੱਧੀ ਹੋਵੇ, ਇਹ ਹੈਗਾ ਤੇਰੇ 'ਚ। ਜੇ ਤੇਰੇ 'ਚ ਗੁਣ ਨਹੀਂ, ਇਹਨਾਂ ਨੂੰ ਇਕੱਠੇ ਨਹੀਂ ਤੂੰ ਰੱਖ ਸਕਦਾ। ਜਿਹੜੀ ਫੌਜ ਬਣਾ ਲਈ
ਫੌਜ 'ਚ ਤੈਨੂੰ ਜ਼ਿਆਦਾ ਔਗਣ ਨੇ। ਜਿੱਥੇ ਔਗਣ ਨੇ ਲੜ ਪੈਣਾ ਇਹਨਾਂ ਨੇ ਆਪਸ ਵਿੱਚ ਹੀ ਟਕਰਾਅ ਹੋ ਜਾਣਾ। ਪਿੱਛੇ ਅਵਿਵੇਕ ਦਾ ਟਕਰਾਅ ਦੱਸਿਆ ਹੋਇਆ। ਇੱਥੇ ਭਾਂਬੜ ਕਦੇ ਹੀ ਮੱਚ ਪੈਣੇ, ਪਤਾ ਨਹੀਂ ਕਦੋਂ ਮੱਚ ਪਵੇ। ਇੱਥੇ ਇਹ ਨਹੀਂ ਇਕੱਠੇ ਰਹਿਣੇ, ਕਦੇ ਹੀ ਬਗਾਵਤ ਹੋ ਸਕਦੀ ਹੈ ਅੰਦਰ। ਜਿੱਥੇ ਸੁਲਗਦੀ ਹੋਵੇ ਕਦੇ ਹੀ ਮੱਚ ਸਕਦੀ ਹੈ ਅੰਦਰ, ਤਾਂ ਸੁਲਗਦੀ ਰਹਿੰਦੀ ਹੈ। ਜਿਵੇਂ ਅਕਾਲੀ ਦਲ ਦੇ ਵੀ ਸੁਲਗਦੀ ਰਹਿੰਦੀ ਹੈ ਹਰ ਵਕਤ ਅੰਦਰ ਅੰਦਰ। ਕੀ ਪਤਾ ਕਦੇ ਭੜਕ ਪੈਣੀ ਹੈ। ਜਦੋਂ ਕਦੋਂ ਹਵਾ ਆ ਗਈ ਉਹਨੂੰ ਠੀਕ ਜੀ ਸਪੋਰਟ ਮਿਲ ਗਈ, ਜਦੇ ਭੜਕ ਪੂਗੀ, ਦੂਈ ਪਾਰਟੀ ਬਣ ਜੂ। ਅੱਗੇ ਬਣਦੀਆਂ ਨਹੀਂ ਰਹੀਆਂ। ਹਾਂਜੀ। ਅਤੀ ਪ੍ਰਤਾਪ ਅਮਿਤੋਜ ਅਮਿਤ ਅਣਭੈ ਅਭੰਗ ਭੱਟ। ਅਮਿਤੋਜ, ਅਤੀ ਪ੍ਰਤਾਪ ਅਮਿਤੋਜ ਅਮਿਤ। ਅਤੀ ਪ੍ਰਤਾਪ, ਪ੍ਰਤਾਪ ਕਿੰਨਾ? ਪ੍ਰਤਾਪ ਦਾ ਵੀ ਅੱਤ ਹੈ। बस से तो ज़्यादा प्रताप हो ही नहीं सकता। संसार के तो ज़्यादा प्रताप वाला आदमी नहीं हो सकता। अति प्रताप अमितोज, अमित तेज है। अमित तेज, अमितोज का होंदा अमित, बेअंत तेज है। जेड़े तेज दा, जेड़ी बुद्धि दा नापे नहीं जा सकती। जेड़ी बुद्धि, जेड़ी बुद्धि की गहराई का ही नहीं पता कितनी है, ना उचाई का पता ना गहराई का पता है, उन्होंने अमित तोज वाली कहते हैं। अमित तेज, अमित तेज तो अमितोज लफ्ज बनया है। अनभय अभंग भट्ट। अनभय अपंग भट्ट, अनभय अपंग है। अपंग तो जे भंग हो जाए जद मन डर जाता है। भंग होया डरदा है। नानक जी ने मन भंग, देखो भंग लफ्ज इत्थे अपंग आया है। भंग भट्ट है, वो तो भंग है, स्वय भंग है। आप ये को पावर है स्वय भंग दी। जद ने भंग हो गया मन, जद ही डर पैदा हो जाना, जद ही सारे आ बनने ने। संतोख टुट गया भंग हो गया, संतोख टुट गया भंग हो गया। भंग का दो या लालच आवड़ू को माया दी। संसारी कोई लोभ लालच आवड़ू तो भंग होगा। संसारी शरीर का जब शरीर ना जुड़ गया भंग हो जू, माया ना जुड़ू भंग हो जू। रथ प्रमाण चपला सुचार चमकता है अनकट। रथ, रथ नूं किवें दसीए हुण, बुद्धि किहे जी दसीए दी। प्रमाण सु चपला, प्रमाण चपला सुचार। चपला हुंदी है मच्छी, किवें चलदी है? ऐ चलदी है मच्छी। जे रात ऐ ना चले तो तीर सीधा मार सकता कोई जंग दे विच। सारे तीर खड़ा होकर नहीं जो करता, बहुत सारे तीर ने ऐ हो जाता, ऐ नहीं लंघ जाते साइड ते। गल्लां माया दियां हुंदियां ने लोकां दियां। वो कहंदा तेरियां गल्लां दा ज्ञान नाल की संबंध है? ये गल्लां साडे विषय तो बाहर ने। आ क्यों होया क्यों नहीं होया, जाके परमेश्वर नूं पुछ लै। मैं तो जिहड़ी गल पुछनी है वो होर है, ये जवाब मैं नहीं दे सकता। कुछ एक MP दे लैवल दियां गल्लां ने, सवाल ने, कुछ एक मिनिस्टर दे लैवल दे सवाल ने, कुछ एक PM दे लैवल दे सवाल ने। कहना आ फलाने ने गल क्यों मुकाई, कहना उन्होंने जाके पुछ। मैं तो गल पुछदा, जिन्हें कही वो तो पुछ ला जाके। यह जे बहुते सवाल आते हैं। मौसम यह जा क्यों हो गया, जिन्हें किया वो पुछ ला जाके क्यों हो गया। या जो मौसम विभाग वाले ने दसन क्यों हो गया, भाई वो बैठे ने इनू रीड करते। साडा मौसम दसना मतलब नहीं है। असीं कहने भी परमेश्वर की मर्जी से हो गया, बस साडे कोल तां इह है कि उसकी मर्जी इवें सी हो गया। सब को उसकी मर्जी ना हुंदा। साडा जवाब यह है क्यों हो गया, उन्होंने पुछ जाके। क्यों का जवाब नहीं हैगा। इन्ना पता भी जो उसकी मर्जी है होंदा। सुनामी क्यों आ गई, उसकी मर्जी से आ गई। फलाने तो भुचाल क्यों आ गया, उसकी मर्जी से आ गया। आ एक्सीडेंट क्यों हो गया, उसकी मर्जी से हो गया। क्यों हो गया जिहदी मर्जी वाले नूं पुछे। ये तो मर्जी वाले का जवाब दूगा, सीगा इदा ही है जवाब। चपला सुचार, हाँ ये चपला सुचार है।
ਚਮਕਤ ਹੈ ਅਨਕਟ ਜੇ ਅਸੀਂ ਹਰ ਸਵਾਲ ਦਾ ਜਵਾਬ ਦੇਣ ਲੱਗੇ ਜਿਵੇਂ ਦੇਣ ਲੱਗੇ ਰਿਸ਼ੀ ਮੁਨੀ ਫਸੇ ਤਾਂ ਨੇ ਹਰ ਸਵਾਲ ਦਾ ਜਵਾਬ ਦੇਣ ਲੱਗੇ ਸੀ। ਹਰ ਸਵਾਲ ਦਾ ਜਵਾਬ ਦੇਣਾ ਸਾਡੀ ਡਿਊਟੀ ਨਹੀਂ ਹੈ, ਸਾਡਾ ਵਿਸ਼ਾ ਨਹੀਂ ਹੈ। ਸਾਡਾ ਵਿਸ਼ਾ ਇਹ ਹੈ ਕਿ ਤੁਸੀਂ ਖੂਹ 'ਚ ਡਿੱਗੇ ਹੋਏ ਹੋ, ਖੂਹ 'ਚੋਂ ਬਾਹਰ ਕਿਵੇਂ ਨਿਕਲਣਾ। ਬਸ ਖੂਹ 'ਚੋਂ ਬਾਹਰ ਨਿਕਲ ਕੇ ਘਰ ਨੂੰ ਜਾਣ ਲੱਗੇ ਸੀ ਨਾ, ਰਾਹ 'ਚ ਰਾਹ ਜਾ ਕੇ ਖੂਹ ਕੱਚਾ, ਖੂਹ 'ਚ ਕੋਈ ਚੀਜ਼ ਦੇਖ ਲਈ ਗਲਤੀ ਨਾਲ, ਖੂਹ 'ਚ ਉਤਰ ਗਏ, ਕੱਚੇ ਖੂਹ 'ਚ ਥੱਲੇ ਕੋ ਉਤਰੇ ਕੋ ਡਿੱਗ ਪਏ। ਹੁਣ ਖੂਹ 'ਚ ਜੀ ਲੱਗ ਗਿਆ, ਗਿੱਦੜ ਟੱਪਿਆ ਟੋਏ 'ਚ, ਕਹਿੰਦਾ ਯਾਰਾਂ ਨੂੰ ਮਕਾਨ ਤੇ ਆ ਗਿਆ, ਨਿਕਲ ਨਹੀਂ ਨਾ ਹੋਇਆ, ਵਧੀਆ ਮਕਾਨ ਮਿਲ ਗਿਆ। ਹੁਣ ਇੱਥੇ ਜੀ ਲੱਗ ਗਿਆ ਖੂਹ 'ਚ, ਖੂਹ 'ਚੋਂ ਬਾਹਰ ਨਿਕਲ ਕੇ ਚਿਹਰਾ ਹੈ ਚਿੱਤਰ ਵਿਚਿੱਤਰ ਇਹ ਅਬ ਚਿਹਰਾ ਤਜ ਚਿੱਤਰੇ ਚਿੱਤਰਾਖ ਚ ਤੇਰਾ। ਉਹ ਜਿਹਨੇ ਖੂਹ ਰਾਜ ਬਣਾਇਆ ਸੀ ਉਹਦੇ ਕੋਲ ਜਾਣ ਲੱਗੇ ਸੀ ਆਪਾਂ, ਉਹਦੇ ਕੋਲ ਜਾਣਾ ਸੀ, ਤੂੰ ਤਾਂ ਖੂਹ 'ਚ ਜੀ ਲਾ ਲਿਆ। ਬਾਹਰ ਕਿਵੇਂ ਨਿਕਲਣਾ ਔਰ ਅਗਲਾ ਸਫ਼ਰ ਕੀ ਹੈ, ਇਹ ਗੱਲ ਹੈ ਸਾਡਾ ਵਿਸ਼ਾ। ਬਸ ਕਿਉਂ ਖੂਹ ਬਣਾਇਆ, ਰਾਹ 'ਚ ਕਿਹਾ ਇਹੋ ਜਿਹਾ ਕਿਉਂ ਹੈ, ਇਹੋ ਜਿਹਾ ਕਿਉਂ ਹੈ ਖੂਹ, ਜੋ ਉਹਨੂੰ ਪੁੱਛ ਜਾ ਕੇ ਜਿਹਨੇ ਬਣਾਇਆ। ਗਾਹਾਂ ਜਾ ਕੇ ਪੁੱਛ ਲਈ, ਤੂੰ ਆ ਚੱਲੀਏ ਪਹਿਲਾਂ ਗਾਹਾਂ ਜਾ ਕੇ ਪੁੱਛੀ, ਆਪਾਂ ਉਹ ਤੋਂ ਪੁੱਛਾਂਗੇ ਇਕੱਠੇ ਹੀ, ਤੂੰ ਵੀ ਪੁੱਛ ਲਈ ਅਸੀਂ ਵੀ ਪੁੱਛਾਂਗੇ, ਬਈ ਜਿਹਨੇ ਬਣਾਇਆ ਉਹ ਤੋਂ ਹੀ ਪੁੱਛਾਂਗੇ ਜਾ ਕੇ। ਇੱਕ ਮਿੱਲ ਹੈ ਚੀਨੀ ਬਣਦੀ ਹੈ, ਕਾਰਖਾਨਾ ਬਣਿਆ, ਆ ਕਿਉਂ ਬਣਿਆ, ਆ ਕਿਉਂ ਬਣਿਆ, ਇਹ ਤਾਂ ਉਹ ਜਿਹਨੇ ਬਣਾਇਆ ਉਹ ਦੱਸੂਗਾ, ਆਪਾਂ ਉਹ 'ਤੇ ਚੱਲੀਏ, ਬਣਾਉਣ ਵਾਲੇ ਕੋਲ ਚੱਲੀਏ। ਮਿੱਲ 'ਚ ਨਹੀਂ ਇਹਦਾ ਜਵਾਬ, ਜਿਹਨੇ ਬਣਾਈ ਹੈ ਜਿੱਥੋਂ ਬਣ ਕੇ ਆਈ ਹੈ ਉਹਦੇ ਕੋਲ ਜਵਾਬ ਹੈ। ਉੱਥੇ ਚੱਲਦੇ ਹਾਂ, ਉੱਥੇ ਪੁੱਛਾਂਗੇ ਜਾ ਕੇ ਵੀ ਇਹਦਾ ਕੀ ਮਤਲਬ ਜ਼ਰੂਰ ਹੋਊ, ਕੋਈ ਨਾ ਕੋਈ ਚੀਜ਼ ਉਹਨੇ ਫਾਲਤੂ ਨਹੀਂ ਬਣਾਈ, ਪਰ ਜੇ ਆਪਾਂ ਨੂੰ ਨਹੀਂ ਪਤਾ ਉਹਦੇ ਪੁੱਛ ਲਾਂਗੇ ਜਾ ਕੇ, ਉਹਦੇ ਕੋਲ ਤਾਂ ਚੱਲੀਏ ਫਿਰ ਪੁੱਛ ਲਾਂਗੇ। ਉਹਦੇ ਕੋਲ ਤਾਂ ਜਾਣਾ ਨਹੀਂ, ਇੱਥੇ ਕੋਈ ਦੱਸਣ ਵਾਲਾ ਨਹੀਂ, ਤੇ ਫਿਰ ਪਤਾ ਕਿਵੇਂ ਲੱਗੂ ਤੈਨੂੰ ਸਵਾਲਾਂ ਦਾ ਜਵਾਬ ਕਿਵੇਂ ਆਉਣਗੇ। ਅਕਲ ਵਾਲੇ ਤਾਂ ਐਵੇਂ ਕਰਨਗੇ, ਬੇਅਕਲ ਇੱਥੇ ਕਰੀ ਜਾਂਦੇ ਨੇ ਖੜੇ ਗੱਲਾਂ, ਬੇਅਕਲਾਂ ਦੀਆਂ ਗੱਲਾਂ ਨੇ ਇਹ, ਅਕਲ ਵਾਲੀ ਤਾਂ ਗੱਲ ਹੈ ਨਹੀਂ ਇਹ। ਹਾਂਜੀ, ਚਮਕਤ ਹੈ ਅਨਕਟ ਚਮਕ ਤਹਿ ਅਨਕਟ, ਉਹਦੀ ਚਮਕ ਕੈਸੀ ਹੈ, ਜੋ ਗਿਆਨ ਦਿੰਦਾ ਗਿਆਨ ਦਾ ਜਵਾਬ ਨਹੀਂ ਹੈ। ਉਹ ਗਿਆਨ ਨੂੰ ਲਾ ਨਹੀਂ ਕੋਈ ਸਕਦਾ, ਧੋ ਨਹੀਂ ਸਕਦਾ। ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਲਾਏ, ਜੇ ਕਿਸੇ ਦੇ ਹਿਰਦੇ 'ਚ ਇੱਕ ਗੱਲ ਬਹਿ ਗਈ ਨਾ ਸੱਚ ਦੀ, ਉਹ ਨਹੀਂ ਜਾ ਰਹੀ ਕਿਤੇ, ਉਹ ਨਹੀਂ ਛੱਡਦਾ, ਉਹ ਨਹੀਂ ਝੂਠ ਨੂੰ ਮੰਨਦਾ। ਅਨਕ ਸਿਆਣੇ ਪਛਮੂ ਹੋਏ ਨਾ ਨਿਰਵਾਰੀ ਜਾਏ, ਜੇ ਧਰਤੀ 'ਚ ਇੱਕ ਬੂੰਦ ਚਲੀ ਗਈ ਪਾਣੀ ਦੀ ਔਰ ਧਰਤੀ ਨੇ ਉੱਤੋਂ ਡਿੱਗੀ, ਧਰਤੀ ਨੇ ਲਈ ਸੋਕ ਆਪਣੇ ਵਿੱਚ ਮਿਲਾ ਲਈ, ਤਾਂ ਉਹਨੂੰ ਬੂੰਦ ਨੂੰ ਕੱਢ ਕੇ ਦਿਖਾਉਣ ਧਰਤੀ 'ਚੋਂ ਬਾਹਰ ਨਹੀਂ ਨਾ ਕੱਢ ਸਕਦੇ। ਉਹ ਜੇ ਪੱਥਰ 'ਤੇ ਪਈ ਹੈ ਬਾਹਰੇ ਪਈ ਹੈ, ਫਿਰ ਜੇ ਪੱਥਰ 'ਤੇ ਪਈ ਹੈ ਤਾਂ ਬਾਹਰੇ ਪਈ ਹੈ, ਉਹਦਾ ਦੇਖੋ ਮਿਲਾਈ ਉਹ ਨਹੀਂ, ਜੇ ਪੱਥਰ ਨੇ ਫਿਰ ਤਾਂ ਬਾਹਰ ਪਈ ਹੈ, ਫਿਰ ਤਾਂ ਹੱਥ ਪੈਰੋਂ ਸਾਫ਼ ਕਰ ਦਿਓ, ਪੱਥਰ ਸੁੱਕਾ ਥੱਲੇ। ਪਰ ਜੇ ਧਰਤੀ ਨੇ ਮਿਲਾ ਲਈ, ਧਰਤੀ ਹੋ ਗਈ ਗਿੱਲੀ, ਉਹ ਸੁੱਕ ਭਾਵੇਂ ਜਾਵੇ, ਪਰ ਤੁਸੀਂ ਬੂੰਦ ਨਹੀਂ ਵਾਪਸ ਲੈ ਸਕਦੇ ਹੋ ਪੂਰੀ। ਨਿਰਖ ਸ਼ਸਤਰ ਤੇ ਤਜ ਚੱਕਰਤ ਪੈ ਭੀਤ ਭਜਤ ਰਣ, ਨਿਰਖ ਸ਼ਸਤਰ ਤੇ ਉਹਦੇ ਸ਼ਸਤਰਾਂ ਨੂੰ ਦੇਖ ਕੇ, ਹਥਿਆਰਾਂ ਨੂੰ ਦੇਖ ਕੇ ਜਿਹੜੇ ਬੜੇ ਬੜੇ ਭੱਟ ਸੂਰਮੇ ਆਉਂਦੇ ਨੇ ਬਰਾਬਰ ਕਰਨ ਜੰਗ ਉਹਦੇ ਨਾਲ, ਜਾਂ ਚਰਚਾ ਕਰਨ ਆਉਂਦੇ ਨੇ, ਉਹ ਭੱਜ ਜਾਂਦੇ ਨੇ ਦੇਖ ਕੇ। ਚੱਕਰਤ ਪੈ ਭੀਤ ਭਜਤ ਰਣ, ਚੱਕਰ ਤਾਂ ਹੋ ਜਾਂਦੇ ਨੇ ਵੀ ਇਹ ਤਾਂ ਸਵਾਲ ਹੀ ਬਹੁਤ ਹੈ, ਇਹਦੇ ਗੱਲ ਦਾ ਜਵਾਬ ਹੀ ਨਹੀਂ। ਇੱਕ ਦੋ ਗੱਲਾਂ ਕਰਕੇ ਹੀ ਉਹਨਾਂ ਦੀ ਬੁੱਧੀ ਚੱਕਰ ਖਾ ਜਾਂਦੀ ਹੈ, ਉਹ ਵੀ ਇਹਦੇ ਜੋਗੇ ਨਹੀਂ ਅਸੀਂ ਹੈਗੇ। ਜਵਾਬ ਉਹਨਾਂ ਨੂੰ ਇਹੋ ਜਿਹੇ ਮਿਲਦੇ ਨੇ, ਇੱਕ ਅੱਧੇ ਦੋ ਸਵਾਲ ਕਰਕੇ ਹੀ ਚੱਕਰ 'ਚ ਪੈ ਵੀ ਇਸ ਲੈਵਲ ਦੀ ਤਾਂ ਗੱਲ ਸੁਣੀ ਹੋਈ ਨਹੀਂ ਕਿਤੇ ਅਸੀਂ। ਭਜਤ ਰਣ, ਭੱਜ ਜਾਂਦੇ ਨੇ, ਜੰਗ ਛੱਡ ਕੇ, ਮੈਦਾਨ ਛੱਡ ਕੇ ਹੀ ਭੱਜ ਜਾਂਦੇ ਨੇ, ਭਜਤ ਤੇ। ਧਰਤ ਧੀਰ ਨਹਿ ਵੀਰ, ਤੀਰ ਮਰ ਹੈ ਨਹੀਂ ਹਠ ਰਣ, ਉਹਦੇ ਸਾਹਮਣੇ ਬੜੇ ਬੜੇ ਜਿਹੜੇ ਯੋਧੇ ਆ ਕੇ, ਬੜੇ ਬੜੇ ਜਿਹੜੇ ਗਿਆਨ ਚਰਚਾ ਵਾਲੇ ਆ ਕੇ, ਜਿਹੜੇ ਅੱਗੇ ਪਹਿਲਾਂ ਚਰਚਾ ਆਪਸ ਵਿੱਚ ਹੀ ਕਰਦੇ ਰਹਿੰਦੇ ਨੇ, ਤੀਰ ਜੀ ਨਹੀਂ ਧਰ ਰਹੇ ਉਹਦੇ ਅੱਗੇ ਆ ਕੇ। ਧਰਤ ਧੀਰ ਨਹਿ ਵੀਰ,
ਬੜੇ ਬੜੇ ਯੋਧੇ ਤੀਰ ਨਹੀਂ ਤਰਦੇ, ਤੀਰ 'ਚ ਟੁੱਟ ਜਾਂਦਾ ਉਹਨਾਂ ਦਾ। ਤੀਰ ਮਰ ਹੈ ਨਹੀਂ ਹਟ ਰਾਣ। ਹਾਂ, ਤੀਰ ਮਾਰ ਹੈ, ਤੀਰ ਮਰ ਹੈ ਨਹੀਂ ਹਟ ਰਾਣ। ਹਾਂ, ਬਸ ਤੀਰ ਨਾਲ ਇੱਕ ਨਾਲੇ ਮਰ ਜਾਂਦੇ ਨੇ। ਜਿਹਦੇ ਤੀਰ ਵੱਜਦਾ ਹੈ ਇੱਕ ਤੀਰ ਨਾਲੇ ਪੁੱਠੇ ਹੋ ਕੇ ਡਿੱਗਦੇ ਨੇ। ਇੱਕੋ ਹੀ ਗੱਲ ਸੁਣ ਕੇ ਚੁੱਪ ਕਰ ਜਾਂਦੇ ਨੇ। ਹਠ ਰਾਣ ਵਿਗਿਆਨ ਨਾਲ ਜਿਹੜੇ ਹਠੀ ਨੇ ਉਹ ਇੱਕ ਤੀਰ ਖਾ ਕੇ ਬਸ ਚੁੱਪ ਹੋ ਜਾਂਦੇ ਨੇ। ਹਾਂ, ਵਿਗਿਆਨ ਨਾਮ ਅਨਭੈ ਸੁਭਟ ਅਤੀ ਬਲਿਸ਼ਟ ਤਹਿ ਜਾਨੀ ਹੈ। ਇਹ ਹੈ ਕੌਣ ਯੋਧਾ? ਇਹਦਾ ਨਾਮ ਵਿਗਿਆਨ ਹੈ। ਵਿਗਿਆਨ ਵਿਗਿਆਨ ਨੇ ਸਾਰੀਆਂ ਮੱਤਾਂ ਫੇਲ ਕੀਤੀਆਂ ਨੇ। ਵਿਗਿਆਨ ਦਾ ਨਾਮ ਸਾਇੰਸ ਹੈ। ਵਿਗਿਆਨ ਦੀ ਚਪੇਟ 'ਚ ਆਈ ਈਸਾਈ ਮਤ। ਈਸਾਈ ਮਤ ਨੇ ਲਿਖ ਦਿੱਤਾ ਵੀ ਆ ਜਿਹੜਾ ਧਰਤੀ ਹੈ ਇਹ ਚਟਾਈ ਵਾਂਗੂ ਵਿਛਾਤੀ ਖੁਦਾ ਨੇ, ਗੋਡ ਨੇ, ਫਲੈਟ ਐ ਤੇ ਪਾਣੀ ਦੇ ਉੱਤੇ। ਸਾਇੰਸ ਨੇ ਸਾਬਤ ਕਰਤੀ ਵੀ ਜ਼ਮੀਨ ਗੋਲ ਹੈ, ਫਲੈਟ ਹੈ ਨਹੀਂ। ਉਹਨਾਂ ਦਾ ਈਸਾਈ ਸੀ, ਉਹ ਬਥੇਰਾ ਕਹਿੰਦੇ ਰਹੇ ਵੀ ਤੂੰ ਉਹਨੂੰ ਜੇਲ੍ਹ 'ਚ ਪਾ ਦਿੱਤਾ ਵੀ ਸਾਡੀ ਬਾਈਬਲ ਦੇ ਖਿਲਾਫ ਹੈ। ਉਹ ਵੀ ਨਹੀਂ ਸੀ ਸੁਣਨਾ ਚਾਹੁੰਦੇ ਬਾਈਬਲ ਦੇ ਖਿਲਾਫ ਕੁਛ। ਫਿਰ ਉਹਨੂੰ ਮਨਾਇਆ ਵੀ ਤੂੰ ਐ ਨਾ ਕਹਿ ਆਪਣੀ ਇਹ ਧਰਮ ਦੇ ਖਿਲਾਫ ਹੈ। ਫਿਰ ਉਹਨੇ ਕਿਹਾ ਵੀ ਜੇ ਤੁਸੀਂ ਕਹਿੰਦੇ, ਪਹਿਲਾਂ ਤਾਂ ਮੰਨਿਆ ਨਹੀਂ ਕਿ ਮੈਂ ਨਹੀਂ ਝੂਠ ਬੋਲਦਾ, ਜਦ ਹੈ ਉਹ ਚੌਰਸ ਗੋਲ, ਮੈਂ ਕਾਹਤੇ ਕਹਾਂ ਵੀ ਚੌਰਸ ਹੈ, ਫਲੈਟ ਹੈ। ਫਿਰ ਉਹ ਕਹਿੰਦਾ ਵੀ ਚੱਲ ਮੈਂ ਇੰਨੀ ਗੱਲ ਕਹਿ ਦੂੰ ਵੀ ਜੇ ਤੁਸੀਂ ਕਹਿੰਦੇ ਹੋ ਚੱਲ ਮੈਂ ਕਹਿ ਦਿੰਦਾ ਵੀ ਫਲੈਟ ਹੈ। ਚਲੋ ਕਹਿੰਦੇ ਠੀਕ ਹੈ, ਰਾਜੀਨਾਮਾ ਜਿਹਾ ਕਰਕੇ। ਪਰ ਅੱਜ ਤਾਂ ਕੋਈ ਨਹੀਂ ਨਾ ਮੰਨਦਾ। ਵਿਸ਼ਵਾਸ ਖਤਮ ਹੋ ਗਿਆ ਬਾਈਬਲ ਤੋਂ ਲੋਕਾਂ ਦਾ। ਆਪ ਈਸਾਈਆਂ ਦਾ ਕੋਈ ਵਿਸ਼ਵਾਸ ਨਹੀਂ ਧਰਮ ਤੇ। ਜਿਹੜੇ ਦੁਨਿਆਵੀ ਧਰਮ ਤੇ ਉਹ ਸਾਇੰਸ ਨੂੰ ਹੀ ਖਤਮ ਕਰਤੇ। ਵਿਗਿਆਨ ਇਹਦਾ ਨਾਂ ਤਾਂ ਹੈ। ਵਿਗਿਆਨ ਨਾਮ ਨਾਮਾ ਸੁਭਟ। ਹਾਂ, ਵਿਗਿਆਨ ਵਾਲੇ ਵੀ ਐਸੇ ਗਿਆਨ ਚਰਚਾ ਕਰਦੇ ਨੇ। ਇਸਲਾਮ ਮਤ ਵੀ ਵਿਗਿਆਨ ਨੇ ਖਤਮ ਕਰਤੀ। ਅਨਭੈ ਸੁਭਟ। ਅਨਭੈ ਸੁਭਟ। ਆ ਸੁੰਨਤ ਦਾ ਕੇਸ ਹੁਣ ਚੱਲਦਾ ਵੀ ਕੁਦਰਤ ਨਾਲ ਛੇੜਛਾੜ ਹੈ, ਨੇਚਰ ਨਾਲ ਛੇੜਛਾੜ ਹੈ। ਇਹਦਾ ਕੋਈ ਆਈਡੀਆ ਨਹੀਂ। ਧਰਮ ਦੇ ਨਾਲ ਇਹਦਾ ਕੋਈ ਲਿੰਕ ਨਹੀਂ ਹੋਣਾ ਚਾਹੀਦਾ। ਕੀ ਲਿੰਕ ਹੈ ਇਹਦਾ ਧਰਮ ਨਾਲ? ਗਿਆਨ ਨਾਲ ਇਹਦਾ ਕੀ ਲਿੰਕ ਹੈ? ਕੁਛ ਵੀ ਨਹੀਂ। ਧਰਮ ਦੇ ਵਿੱਚ ਇਹ ਲਿਆਂਦਾ ਕਿਉਂ ਲਿਆਂਦਾ? ਔਰ ਉਹਦਾ ਫੰਡਾਮੈਂਟਲ ਰਾਈਟ ਤੇ ਡੱਕ ਹੈ। ਬੱਚਾ ਬੜਾ ਹੋ ਕੇ ਜਿਹੜਾ ਮਰਜ਼ੀ ਧਰਮ ਧਾਰਨ ਕਰੇ, ਤੁਸੀਂ ਪਹਿਲਾਂ ਹੀ ਕਿਵੇਂ ਬਾਉਂਡ ਕਰਤਾ ਉਹਨੂੰ? ਉਹਦੇ ਫੰਡਾਮੈਂਟਲ ਰਾਈਟ ਤੇ ਡੱਕ ਹੈ। ਇਹ ਕੇਸ ਅਦਾਲਤ ਨੇ ਫੈਸਲਾ ਦੇ ਦਿੱਤਾ ਜਰਮਨ ਦੇ ਵਿੱਚ, ਹੁਣੇ 2-3 ਮਹੀਨੇ ਪਹਿਲਾਂ ਦੀ ਗੱਲ ਹੈ। ਇੱਥੇ ਤੱਕ ਤਾਂ ਦੁਨੀਆ ਪਹੁੰਚ ਗਈ। ਜੋ ਕੁਝ ਕਹਿ ਰਹੇ ਨੇ, ਜਿਵੇਂ ਸ੍ਰਿਸ਼ਟੀ ਪੈਦਾ ਹੋਈ, ਆਦਮੀ ਕਿਵੇਂ ਪੈਦਾ ਹੋਇਆ, ਆਦਮੀ ਔਰ ਮਹਾਵਾ ਉਤਰੇ ਥੱਲੇ ਉੱਥੇ ਸਿੱਟ ਦਿੱਤੇ, ਜੋ ਵੀ ਉਹਨਾਂ ਨੇ ਕਹਾਣੀ ਬਣਾਈ ਹੈ ਉਹ ਸਾਇੰਸ ਨਹੀਂ ਮੰਨਦੀ। ਝੂਠ ਸਾਬਤ ਕਰਤਾ। ਇਸਲਾਮ ਦਾ ਵੀ ਝੂਠ ਹੈ, ਸਾਬਤ ਹੋ ਗਿਆ। ਤੇ ਇਹਨਾਂ ਦਾ ਵੀ। ਉਹ ਕਹਿੰਦੇ ਚੰਦਰਮਾ ਤੇ ਕੋਈ ਜਾ ਹੀ ਨਹੀਂ ਸਕਦਾ। ਮਸਜਿਦ ਦੇ ਉੱਤੇ ਚੰਦਰਮਾ ਤੋਂ ਗਾਹਾਂ ਕੀ ਆ ਸਾਇੰਸ ਨੇ ਸਾਰਾ ਖੋਜ ਲਿਆ। ਉਹ ਤਾਂ ਕਹਿੰਦੇ ਨੇ ਚੰਦਰਮਾ ਤੇ ਕੋਈ ਜਾ ਹੀ ਨਹੀਂ ਸਕਦਾ, ਤੇ ਚੰਦਰਮਾ ਤੇ ਤਾਂ ਲੋਕ ਪਹੁੰਚ ਗਏ, ਉਦੋਂ ਗਾਹਾਂ ਵੀ ਚਲੇ ਗਏ। ਸਾਇੰਸ ਨੇ ਸਾਰੇ ਨੰਗੇ ਕਰਤੇ। ਕਿਵੇਂ ਸ੍ਰਿਸ਼ਟੀ ਪੈਦਾ ਹੋਈ? ਉਹ ਕਹਿੰਦੇ ਬਲਦ ਦੇ ਸਿੰਘ ਤੇ ਖੜੀ ਹੈ ਧਰਤੀ। ਹਿੰਦੂ ਮਤ ਵਾਲੇ ਕਹਿੰਦੇ। ਗੁਰੂ ਨਾਨਕ ਨੇ ਕਿਹਾ ਧਰਤੀ ਹੋਰ ਪਰੇ ਹੋਰ ਤੇ ਭਾਰਤ ਲੈ ਕਬਰ ਜੋੜ। ਤੌਲ ਧਰਮ ਦੇ ਆਕਾ ਪੂਤ। ਬਲਦ ਕੌਣ ਹੈ? ਧਰਮੀ ਬਲਦ ਹੈ। ਦਿਆ ਤੋਂ ਪੈਦਾ ਹੁੰਦਾ। ਤੌਲ ਧਰਮ ਦੇ ਆਕਾ ਪੂਤ, ਸੰਤੋਖ ਥਾਪ ਰੱਖਿਆ ਜਨ ਸੂਤ। ਫਿਰ ਦਸਮ ਪਾਤਸ਼ਾਹ ਨੇ ਕਿਹਾ ਧਰਤੀ ਕਿਵੇਂ ਖੜੀ ਹੈ? ਸਿੰਧ ਪਰਬਤ ਮੇਦ ਨਹੀਂ ਬਿਨ ਥੰਮਾ ਗਗਨ ਰਹਾਇਆ। ਕਹਿੰਦੀ ਨਾ ਸਾਇੰਸ ਦੀ ਗੱਲ, ਵਿਗਿਆਨ ਦੇ ਨਾਲ ਖੜੀ ਕਰਤੀ ਨਾ। ਇਹ ਵਿਗਿਆਨ ਦੇ ਨਾਲ ਵੀ ਬੜੇ ਬੜੇ ਯੋਧੇ ਸਿੱਟ ਦਿੱਤੇ ਥੱਲੇ ਧਰਮ। ਆ ਜਿਹੜਾ ਸਿੰਧ ਹੈ, ਸਿੰਧ ਸਮੁੰਦਰ ਨੂੰ ਕਹਿੰਦੇ ਨੇ, ਵਿੱਚ ਪਰਬਤ ਨੇ। ਮੇਦ ਨਹੀਂ ਹੈ ਸਾਰੀ ਧਰਤੀ, ਜਿੱਥੇ ਆਪਾਂ ਖੇਤੀ ਕਰਦੇ ਉਹਨੂੰ ਮੇਦ ਨਹੀਂ ਕਹਿੰਦੇ ਨੇ।
ਬਿਨ ਥੰਮਾ ਤੇ ਗਗਨ 'ਚ ਖੜਾ ਹੈ। ਅੱਜ ਸਾਇੰਸ ਵੀ ਕਹਿੰਦੀ ਹੈ, ਦਸਮ ਪਾਤਸ਼ਾਹ ਨੇ ਪਹਿਲਾਂ ਕਹਿਤਾ, 300 ਸਾਲ ਪਹਿਲਾਂ ਕਹਿਤਾ। ਸਾਇੰਸ ਦੀ ਉਹ ਗੱਲ ਹੈ ਨਾ। ਇੱਕ ਸਾਇੰਸ ਵੀ ਐਸਾ ਯੋਧਾ ਹੈ ਜਿਹੜਾ ਇਹਨਾਂ ਧਰਮਾਂ ਨੂੰ ਮਨਮਤਾਂ ਨੂੰ ਸਾਇੰਸ ਫੇਲ ਕਰ ਦਿੰਦੀ। ਅਤੀ ਬਲਿਸ਼ਟ ਤਹਿ ਜਾਨੀ ਹੈ, ਅਤੀ ਬਲਿਸ਼ਟ ਤਹਿ ਜਾਨੀ ਹੈ। ਇਹ ਵੀ ਅਤੀ ਸ਼ਕਤੀਸ਼ਾਲੀ ਹੈ ਸਾਇੰਸ। ਗੁਰਮਤ ਸਾਇੰਸ ਨੂੰ ਪਹਿਲਲ ਮੰਨਦੀ ਹੈ, ਆਪਣੇ ਪਹਿਲਲ ਖੜੀ ਹੈ। ਇਹਨਾਂ ਮਤਾਂ ਨੂੰ ਤਾਂ ਇਹੀ ਫੇਲ ਕਰ ਦਿੰਦੀ ਹੈ। ਸਾਇੰਸ ਦੀ ਨੌਲੇਜ ਹੋਣੀ ਵੀ ਜ਼ਰੂਰੀ ਹੈ। ਜੇ ਸਾਇੰਸ ਦੀ ਨੌਲੇਜ ਨਹੀਂ ਹੈ, ਗੁਰਮਤ ਦੀ ਨੌਲੇਜ ਨਹੀਂ ਹੋ ਸਕਦੀ। ਜੇ ਸਾਇੰਸ ਦੀ ਨੌਲੇਜ ਨਹੀਂ ਹੈ ਤਾਂ ਗੁਰਬਾਣੀ ਦੀ ਨੌਲੇਜ ਵੀ ਨਹੀਂ ਹੋ ਸਕਦੀ ਉਹਨੂੰ। ਗੁਰਬਾਣੀ ਨੇ ਕੀ ਦੱਸਿਆ ਸ੍ਰਿਸ਼ਟੀ ਪੈਦਾ ਦੀ ਵਾਸਤੇ? ਕਹਿੰਦੇ ਸਾਚੇ ਤੇ ਪਵਨਾ ਪਿਆ। ਇਹੀ ਸਾਇੰਸ ਕਹਿੰਦੀ ਹੈ, ਸਾਚੇ ਤੇ ਪਵਨਾ ਪਿਆ। ਪਹਿਲਾਂ ਗੈਸਸ ਪੈਦਾ ਹੋਈਆਂ ਨੇ। ਗੈਸਸ ਕਿੱਥੋਂ ਪੈਦਾ ਹੋਈਆਂ? ਸਾਇੰਸ ਕੋਲ ਜਵਾਬ ਨਹੀਂ ਹੈ। ਸਾਇੰਸ ਕੋਲ ਜਵਾਬ ਨਹੀਂ ਹੈ ਗੈਸਸ ਕਿੱਥੋਂ ਆਈਆਂ ਨੇ, ਕਿੱਥੋਂ ਆਈਆਂ ਨੇ। ਉਹ ਕਿੱਥੋਂ ਦਾ ਜਵਾਬ ਦੇ ਦਿੱਤਾ? ਸਾਚੇ ਤੇ ਪਵਨਾ ਪਿਆ। ਪਵਨਾ ਤੇ ਜਲ ਹੋਏ, ਜਲ ਤੇ ਤਿਰਭਵਨ ਸਾਜਿਆ। ਘਟ ਘਟ ਜੋਤ, ਜੋਤ ਦੀ ਗੱਲ ਫਿਰ ਨਹੀਂ ਪਤਾ ਸਾਇੰਸ ਨੂੰ। ਜੋਤ ਦੇ ਬਿਨਾਂ ਸਰੀਰ ਨਹੀਂ ਬਣ ਸਕਦਾ। ਤੱਤ ਪੰਜ ਹਮੇਸ਼ਾ ਇਕੱਠੇ ਹੀ ਰਹਿੰਦੇ ਨੇ। ਤੱਤ ਪੰਜ ਹਮੇਸ਼ਾ ਇਕੱਠੇ ਹੀ ਰਹਿੰਦੇ ਨੇ। ਕਿਵੇਂ ਰਹਿੰਦੇ ਨੇ? ਪਾਣੀ ਹੈ, ਪਾਣੀ ਦੇ ਵਿੱਚ ਸੂਰਜ ਦੀ ਹੀਟ ਰਹਿੰਦੀ ਹੈ। ਪਾਣੀ ਆਪਣੇ ਆਪ 'ਚ ਪਾਣੀ 'ਚ ਅੱਗ ਹੁੰਦੀ ਹੈ। 4 ਡਿਗਰੀ ਦਾ ਪਾਣੀ ਹੁੰਦਾ। 4 ਡਿਗਰੀ ਦਾ ਮਤਲਬ ਹੀਟ ਹੈ ਉਹ 'ਚ। ਜਦੋਂ ਜ਼ਿਆਦਾ ਗਰਮ ਹੈ ਪਾਣੀ ਤਾਂ ਪਾਣੀ ਹੀਟ ਤਾਂ ਹੈ, ਹੀਟ ਕੱਢ ਲਈਏ ਬਰਫ਼ ਬਣ ਜਾਣਾ ਪਾਣੀ ਦੇ। ਪਾਣੀ 'ਚ ਮਿੱਟੀ ਵੀ ਹੁੰਦੀ ਹੈ, ਗਰਮੀ ਵੀ ਹੁੰਦੀ ਹੈ। 3 ਤੱਤ ਹੋ ਗਏ। 3 ਤੱਤ ਇਕੱਠੇ ਹੀ ਹੋ ਗਏ ਨੇ ਪਾਣੀ ਦੇ ਵਿੱਚ। ਤੇ ਆਕਾਸ਼ ਜਿੰਨੀ ਵੋਲਿਊਮ ਪਾਣੀ ਦੀ, ਉਹ ਆਕਾਸ਼ ਵੀ ਵਿੱਚ ਹੈ। ਪਾਣੀ ਆਪ ਹੈਗਾ ਹੀ ਹੈ। ਪਾਣੀ ਆਪ ਹੈਗਾ ਹੀ ਹੈ। ਪਾਣੀ ਗੈਸਾਂ ਦੇ ਵਿੱਚੋਂ ਬਣਿਆ ਹੋਇਆ, ਆਕਸੀਜਨ ਹਾਈਡਰੋਜਨ ਚੋਂ। ਤੇ ਪਾਣੀ ਦੇ ਵਿੱਚ ਤਾਂ ਫਿਰ ਆਪ ਹੀ ਪੈਦਾ ਹੋ ਜਾਵੇ। ਤੇ ਹਵਾ ਬਾਕੀ ਬਾਹਰ ਵੀ ਲੱਗੀ ਹੋਈ ਹੈ, ਹਵਾ ਪਾਣੀ ਨੂੰ ਟੱਚ। ਤੇ ਉੱਥੇ ਹੀ ਜੀਵ ਕਿਉਂ ਨਹੀਂ ਪੈਦਾ ਹੋ ਜਾਂਦੇ? ਜੇ ਆਤਮਾ ਦੇ ਬਿਨਾਂ ਜੀਵ ਪੈਦਾ ਹੁੰਦੇ ਤਾਂ ਕੁਛ ਵੀ ਨਾ ਰਹਿੰਦਾ। ਸਾਰੇ ਜੀਵੇ ਜੀਵ ਪੈਦਾ ਹੋ ਜਾਂਦੇ, ਸਾਰੀਆਂ ਦੇਹਾਂ ਹੀ ਪੈਦਾ ਹੋ ਜਾਂਦੀਆਂ ਆਪਣੇ ਆਪੇ। ਘਟ ਘਟ ਜੋਤ ਸਮੋਏ। ਜੇ ਜੋਤ, ਜਿੱਥੇ ਜੋਤ ਆ ਉੱਥੇ ਜੀਵ ਹੈ। ਬਾਕੀ ਪਾਣੀ ਪਿਆ ਹੋਵੇ, ਬਾਕੀ ਮਿੱਟੀ ਪਈ ਆ ਅਲੱਗ ਹੋਵੇ। ਜੇ ਜੋਤ ਤੋਂ ਬਿਨਾਂ ਪੈਦਾ ਹੁੰਦੇ ਫਿਰ ਤਾਂ ਜੀਵ ਹੋ ਜਾਂਦੇ ਸਾਰੇ, ਸਾਰੀਆਂ ਦੇਹਾਂ ਹੀ ਹੋ ਜਾਂਦੀਆਂ। ਫਿਰ ਮਿੱਟੀ ਕਿਵੇਂ ਰਹਿ ਜਾਂਦੀ ਜੋਤ ਤੇ ਬਿਨਾਂ? ਪਾਣੀ ਕਿੱਥੋਂ ਰਹਿ ਜਾਂਦਾ? ਸਾਰਾ ਪਾਣੀ ਖਤਮ ਹੋ ਜਾਣਾ ਸੀ। ਤਦ ਤਾਂ ਸਾਰੇ ਇਕੱਠੇ ਹੀ ਨੇ। ਜਾਂ ਸਾਚੇ ਤੇ ਪਵਨਾ ਪਿਆ ਸੀ, ਪਵਨਾ ਦੇ ਵਿੱਚ ਸੀ ਸਭ ਕੁਝ। ਜਦੇ ਹੀ ਸਾਰੇ ਦੇਹਾਂ ਬਣ ਜਾਂਦੀਆਂ ਉਹਦੀਆਂ ਹੀ। ਨਹੀਂ ਬਣ ਸਕਦੀਆਂ ਦੇਹਾਂ ਸਾਰੀਆਂ ਬਿਨਾਂ ਜੋਤ ਤੇ। ਜਿੱਥੇ ਜੋਤ ਆ ਉੱਥੇ ਦੇਹ ਬਣੂਗੀ, ਬਾਕੀ ਨਹੀਂ ਬਣ ਸਕਦੀ। ਘਟ ਘਟ ਮੈਂ ਹਰਜੂ ਬਸਾ ਹੈ। ਹਰਜੂ ਤੇ ਬਿਨਾਂ ਦੇਹ ਨਹੀਂ ਪੈਦਾ ਹੋ ਸਕਦੀ। ਕਰਤਾ ਕਾਰਨ ਇੱਕੋ ਹੀ ਹੈ। ਕਾਰਨ ਵੀ ਆਪ ਹੈ, ਕਰਤਾ ਵੀ ਆਪ ਹੈ। ਜਿਹੜਾ ਕਰਤਾ ਉਹੀ ਕਾਰਨ ਹੈ। ਸ੍ਰਿਸ਼ਟੀ ਸਰੀਰ ਪੈਦਾ ਕਿਉਂ ਹੋਇਆ? ਸਰੀਰ ਦੇ ਪੈਦਾ ਹੋਣ ਦਾ ਕਾਰਨ ਕੀ ਸੀ? ਸ੍ਰਿਸ਼ਟੀ ਦੇ ਪੈਦਾ ਹੋਣ ਦਾ ਕਾਰਨ ਕੀ ਸੀ? ਪੈਦਾ ਇਹ ਹੰਸੇ ਸੀ, ਜੀਵੇ ਸੀ। ਜੀਵ ਵਾਸਤੇ ਦੇਖੋ ਨਾ, ਜੇ ਕੋਈ ਜੀਵ ਹੈ ਉਹਦੇ ਵਾਸਤੇ ਘਰ ਦੀ ਲੋੜ ਹੈ। ਜਿੱਥੇ ਵੀ ਕੋਈ ਜੀਵ ਹੈ ਉਹਦੇ ਵਾਸਤੇ ਘਰ ਦੀ ਲੋੜ ਹੈ, ਖੁਰਾਕ ਦੀ ਲੋੜ ਹੈ। ਜੇ ਜੀਵ ਨਹੀਂ ਹੈ, ਨਾ ਘਰ ਦੀ ਲੋੜ ਹੈ ਨਾ ਖੁਰਾਕ ਦੀ ਲੋੜ ਹੈ। ਜੇ ਬੱਚਾ ਪੈਦਾ ਹੋਊ ਉਹਦੇ ਖਾਤਰ ਕੱਪੜਿਆਂ ਦੀ ਲੋੜ ਹੈ। ਉਹ ਬੜਾ ਹੋਊ ਉਹਦੇ ਵਾਸਤੇ ਕਿਸੇ ਅਲੱਗ ਮਕਾਨ ਦੀ, ਕਮਰੇ ਦੀ ਲੋੜ ਹੈ। ਉਹਨੂੰ ਐਡ ਕਰਨ ਦੀ ਲੋੜ ਪਊਗੀ। ਉਹਦੇ ਖਾਤਰ ਸਕੂਟਰ ਸਾਈਕਲ ਦੀ ਲੋੜ ਪਊਗੀ। ਉਹਦੇ ਖਾਤਰ ਜੁੱਤੀ ਕੱਪੜੇ ਦੀ ਲੋੜ ਪਊਗੀ। ਜੇ ਹੈ ਹੀ ਨਹੀਂ ਤਾਂ ਉਹਦੇ ਵਾਸਤੇ ਲੋੜ ਕਾਹਦੀ ਹੈ ਫਿਰ? ਹਾਂਜੀ, ਇਹ ਜਿਹੜਾ ਸਾਇੰਸ ਹੈ ਆਪਣੇ ਆਪ 'ਚ ਬਹੁਤ ਬੜਾ ਸ਼ਕਤੀਸ਼ਾਲੀ ਇੱਕ ਸੂਰਮਾ। ਅਨਭੈ ਸੁਭਟ, ਭੈ ਰਹਿਤ ਹੈ। ਸਭ ਖੋਜ ਹੋ ਰਹੀ ਹੈ। ਕੋ ਭੈ ਕਰਦੇ ਨੇ ਕਿਸੇ ਦੀ? ਭੈ ਕਾਹਦੀ ਹੈ? ਅਨਭੈ ਸੁਭਟ। ਅਤੀ ਬਲਿਸ਼ਟ ਤਹਿ ਜਾਨੀ ਹੈ। ਅਤੀ ਬਲਿਸ਼ਟ ਨੂੰ ਵੀ ਇੱਕ ਸ਼ਕਤੀਸ਼ਾਲੀ ਮੰਨਣਾ ਚਾਹੀਦਾ। ਇਹਦੀ ਸ਼ਕਤੀ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ। ਜਿਹੜਾ ਇਹਦੀ ਸ਼ਕਤੀ ਤੋਂ ਇਨਕਾਰ ਕਰੂਗਾ ਉਹ ਵੀ ਮੂਰਖ ਹੀ ਹੈ।
ਡਾਕਟਰੀ ਨੇ ਖੋਜ ਬਥੇਰੀ ਕੀਤੀ, ਇਹ ਵੀ ਸਾਇੰਸ ਦਾ ਹਿੱਸਾ। ਡਾਕਟਰੀ ਕੀ ਹੈ? ਇਹ ਵੀ ਵਿਗਿਆਨ ਦਾ ਹਿੱਸਾ ਹੈ। ਵਿਗਿਆਨ ਦੇ ਦਾਇਰੇ 'ਚ ਡਾਕਟਰੀ ਆਉਂਦੀ ਹੈ, ਵਿਗਿਆਨ ਦੇ ਹਿੱਸੇ 'ਚ ਇਹ ਆ ਜਿਹੜੀ ਰਾਕਟ ਉੱਤੇ ਨੂੰ ਜਾਂਦੇ ਨੇ ਸਾਇੰਸ। ਇਹ ਅਸੀਂ ਹਥਿਆਰ ਬਣਾਏ ਨੇ, ਇਹ ਅਸੀਂ ਦਵਾਈਆਂ ਬਣਾਈਆਂ ਨੇ, ਜਾਂ ਕ੍ਰੋਸ ਬਰੀਡ ਅਸੀਂ ਦਰਖਤ ਬਣਾਏ ਨੇ, ਫਲ ਬਣਾਏ ਨੇ, ਜਾਂ ਅਨਾਜ ਬਣਾਏ ਨੇ, ਬਣਾ ਰਹੇ ਹਾਂ। ਇਹ ਸਭ ਸਾਇੰਸ। ਇਹ ਮਕੈਨੀਕਲ ਲਾਈਨ ਦੇ ਵਿੱਚ ਅਸੀਂ ਤਰੱਕੀ ਕਰ ਰਹੇ ਹਾਂ, ਸਭ ਸਾਇੰਸ ਦਾ ਹਿੱਸਾ ਨਾ, ਵਿਗਿਆਨ ਦਾ ਹਿੱਸਾ ਹੈ। ਕੰਪਿਊਟਰ ਬਣਾਇਆ ਵਿਗਿਆਨ ਦਾ ਹਿੱਸਾ ਨਾ, ਇਹ ਸਾਰਾ ਕੁਛ। ਰੋਬੋਟ ਬਣਾਏ ਨੇ, ਵਿਗਿਆਨ ਦਾ ਹਿੱਸਾ ਸਾਰਾ। ਕੀ ਇਹਦੀ ਸ਼ਕਤੀ ਤੋਂ ਇਨਕਾਰ ਕੀਤਾ ਜਾ ਸਕਦਾ ਹੈ? ਕੋਈ ਮੂਰਖ ਕਰ ਸਕਦਾ ਇਨਕਾਰ ਇਹਦੀ ਸ਼ਕਤੀ ਤੋਂ? ਇਹਦੀ ਸ਼ਕਤੀ ਹੈ, ਬਲਿਸਟ ਆਪਣੀ ਜਗ੍ਹਾ ਹੈ। ਦੋਹਾਂ ਸ਼ਕਤੀਆਂ ਨੂੰ ਮੰਨਦੀ ਹੈ ਗੁਰਬਾਣੀ, ਉਹ ਵੀ ਸ਼ਕਤੀ ਹੈ। ਇਹ ਸੰਸਾਰੀ ਗਿਆਨ ਦੀ ਸ਼ਕਤੀ ਵੱਖਰੀ ਹੈ, ਨਿਰਾਕਾਰ ਗਿਆਨ ਦੀ ਸ਼ਕਤੀ ਵੱਖਰੀ ਹੈ। ਵਿਵੇਕ ਬੁੱਧੀ 'ਚ ਦੋਏ ਸ਼ਕਤੀਆਂ ਇਕੱਠੀਆਂ ਨੇ। ਹੋ ਜੀ। ਅਗਿਆਨ ਦੇਸ ਜਾ ਕੋ ਸਦਾ ਤਰਾਸ ਘਰਨ ਘਰ ਮਾਨੀਐ। ਇਹਦੀ ਖਤਰਾ ਕਿਹਨੂੰ ਹੁੰਦਾ ਹੈ? ਸਵਾਲ ਇਹ ਹੈ। ਵਿਗਿਆਨ ਤੋਂ। ਵਿਗਿਆਨ ਤੋਂ ਖਤਰਾ ਉਸ ਧਰਮ ਨੂੰ ਹੈ ਜਿੱਥੇ ਅਗਿਆਨਤਾ ਹੈ। ਅਗਿਆਨ ਦੇਸ ਜਾ ਕੋ ਸਦਾ, ਜਿੱਥੇ ਅਗਿਆਨਤਾ ਹੈ, ਭਰਮ ਹੈ, ਗਿਆਨਹੀਨ ਦੇਸ਼ ਹੈ ਜਿਹੜਾ, ਉਹਨਾਂ ਦੇਸ਼ਾਂ ਨੂੰ, ਉਹਨਾਂ ਧਰਮਾਂ ਨੂੰ ਖਤਰਾ ਹੈ। ਤੋਂ ਵਿਗਿਆਨ ਤੋਂ, ਸੱਚ ਧਰਮ ਨੂੰ ਇਹ ਤਾਂ ਕੋਈ ਖਤਰਾ ਨਹੀਂ, ਕਿਸੇ ਵਕਤ ਨਾ ਹੋਇਆ ਨਾ ਹੋਊਗਾ। ਕਿਉਂਕਿ ਵਿਗਿਆਨ ਦਾ ਵਿਸ਼ਾ ਜੋਤ ਹੈ ਹੀ ਨਹੀਂ। ਵਿਗਿਆਨ ਦਾ ਵਿਸ਼ਾ ਚੇਤਨਾ ਹੈ ਹੀ ਨਹੀਂ, ਚੇਤਨਾ ਦੀ ਖੋਜ ਹੈ ਹੀ ਨਹੀਂ, ਨਾ ਹੈ ਨਾ ਹੋਣਾ। ਜਿੱਦਣ ਉਹਦਾ ਵਿਸ਼ਾ ਸਾਡੇ ਵਾਲਾ ਹੋ ਗਿਆ, ਉਹ ਸਾਡੇ ਨਾਲ ਖੜੇ ਨੇ, ਫਿਰ ਤਾਂ ਅਸੀਂ ਇੱਕ ਹੋ ਗਏ। ਸਾਨੂੰ ਖੋਜ ਉਹਨਾਂ ਦੇ ਕਰੀ ਕਰਾਈ ਮਿਲੀ ਜਾਂਦੀ ਹੈ। ਸਾਨੂੰ ਕੋਈ ਲੋੜਾ ਖੋਜ ਕਰਦੀ, ਕਰੀ ਕਰਾਈ ਉਹਨਾਂ ਦੀ ਖੋਜ ਹੈ। ਸਾਤੋਂ ਉੱਪਰ ਦੀ ਨਹੀਂ ਜਾ ਸਕਦੀ ਉਹ ਖੋਜ। ਉੱਪਰ ਦੀ ਸਾਡੇ ਵਾਲੀ ਖੋਜ ਉਹਨਾਂ ਦੇ ਉੱਪਰ ਹੀ ਰਹਿਣੀ ਹੈ, ਕਿ ਉਹ ਇੱਧਰ ਨਾ ਸੁਣਦੇ ਨੇ, ਨਾ ਕਰਦੇ ਨੇ, ਨਾ ਸਮਝਦੇ ਨੇ। ਉਹ ਜੋ ਉਹਨਾਂ ਦੇ ਸਾਹਮਣੇ ਟੈਸਟ ਟਿਊਬ 'ਚ ਪਾ ਲੈਂਦੇ ਨੇ, ਮੈਟਰ ਹੈ, ਉਹਦੀ ਖੋਜ ਕਰਦੇ ਨੇ ਉਹ। ਇਹ ਮੈਟਰ ਤੋਂ ਗਾਹਾਂ ਦੀ ਗੱਲ ਹੈ। ਤੇ ਮੈਟਰ ਦੀ ਖੋਜ ਤਾਂ ਸਾਰੀ ਦੁਨੀਆ ਨੂੰ ਮਿਲ ਜਾਂਦੀ ਹੈ, ਨਾਲੇ ਹੈ ਦੁਨੀਆ। ਇੱਕ ਕਦਮ ਪਿੱਛੇ ਹੈ ਸਾਰੀ ਦੁਨੀਆ ਸਿਰਫ ਉਹਨਾਂ ਤੇ। ਜਿਹੜੀ ਗੱਲ ਉਹ ਦੱਸਦੇ ਨੇ ਤੇ ਦੂਏ ਦਿਨ ਸਾਨੂੰ ਪਤਾ ਲੱਗ ਜਾਂਦਾ, ਪਬਲਿਕ ਨੂੰ ਪਤਾ ਲੱਗ ਜਾਂਦਾ। ਪਰ ਜਿਹਨੇ ਜਾਣਿਆ ਸੋਤੇ ਸੀ ਜਿਹਾ, ਜਿਹੜਾ ਜਿਹੜੀ ਚੀਜ਼ ਜਾਣ ਲੈਂਦਾ ਉਹਦੇ ਵਰਗੇ ਹੋ ਜਾਂਦਾ, ਬਰਾਬਰ ਜਾ ਖੜਦਾ ਉਹਦੇ। ਜੇ ਕੰਪਿਊਟਰ ਉਹਨਾਂ ਨੇ ਬਣਾਏ ਨੇ, ਪਬਲਿਕ ਜਵਾਕ ਛੋਟੇ ਜਵਾਕ ਚਲਾਉਂਦੇ ਨੇ, ਜਵਾਕਾਂ ਨੂੰ ਵੀ ਪਤਾ ਸਾਰਾ, ਨਾਲੇ ਰਲੀ ਜਾਂਦੇ ਨੇ। 2 ਕਦਮ ਦਾ ਹੀ ਫਰਕ ਹੈ ਪਬਲਿਕ ਦਾ, ਉਹਨਾਂ ਦਾ ਜ਼ਿਆਦਾ ਨਹੀਂ ਫਰਕ ਹੁੰਦਾ। ਹਾਂਜੀ। ਅਗਿਆਨ ਦੇ ਜਾ ਕੋ ਸਦਾ ਤਰਾਸ ਘਰਨ ਘਰ ਮਾਨੀਐ। ਜਿਹੜੇ ਦੇਸ਼ ਅਗਿਆਨੀ ਨੇ, ਜਿਨ੍ਹਾਂ ਦੇ ਮੱਤਾਂ 'ਚ ਗਿਆਨ ਘੱਟ ਹੈ, ਉਹ ਦੇਸ਼ਾਂ ਨੂੰ ਇਹਨਾਂ ਤੋਂ ਸਦਾ ਹੀ ਖਤਰਾ ਰਹਿੰਦਾ ਗਿਆ। ਤਰਾਸ ਘਰਨ ਘਰ ਮਾਨੀਐ। ਇਹਨਾਂ ਤੋਂ ਬਹੁਤ ਡਰਦੇ ਨੇ ਵੀ ਜੇ ਇਹਨਾਂ ਨੇ ਖੋਜ ਕਰ ਲਈ, ਸਾਡੇ ਵਾਲੀ ਫੱਟੀ ਪੁੱਜ ਜਾਣੀ ਹੈ। ਸਾਡੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਲੋਕਾਂ ਨੇ, ਕਿ ਉਹਨਾਂ ਨੇ ਕੁਛ ਐਸੀਆਂ ਗੱਲਾਂ ਕਹਿਤੀਆਂ ਮਾਇਆ ਦੇ ਵਿੱਚ ਜਿਹੜੀਆਂ ਗਲਤ ਨੇ। ਅੰਦਾਜ਼ੇ ਗੱਪਾਂ ਮਾਰਦੀਆਂ, ਅੰਦਾਜ਼ੇ ਕਾਹਨੂੰ ਨੇ। 1400 ਸਾਲ ਬਾਅਦ ਰੋਜ਼ੇ ਕਿਆਮਤ ਆਊਗਾ, ਇੱਕ ਡੈਫੀਨਿਟ ਜਗ੍ਹਾ ਦੇਤੀ, ਡੈਫੀਨਿਟ ਇੱਕ ਡੇਟ ਦੇਤੀ। 1400 ਸਾਲ ਹੁਣ ਹੋ ਗਏ, 15ਵੀਂ ਸਦੀ ਸ਼ੁਰੂ ਹੋ ਗਈ, ਰੋਜ਼ੇ ਕਿਆਮਤ ਆਇਆ ਨਹੀਂ। ਹੁਣ ਉਹ ਪੈਂਤਰੇ ਬਦਲਦੇ ਨੇ। ਪੈਂਤਰੇ ਕਿਵੇਂ ਬਦਲਣਗੇ? ਹੁਣ 100 ਸਾਲ ਦੀ ਸਦੀ ਹੁੰਦੀ ਹੈ, 14ਵੀਂ ਸਦੀ ਖਤਮ ਹੋ ਗਈ ਤੇ 15ਵੀਂ ਹੁਣ ਸ਼ੁਰੂ ਹੈ। 1400 ਕੁਛ 15ਵੀਂ ਸਦੀ ਸ਼ੁਰੂ ਹੋ ਗਈ, 15ਵੀਂ ਵੀ ਖਤਮ ਹੋ ਜਾਣੀ ਹੈ। ਈਸਵੀ 2012 ਹੋ ਗਈ, 13 ਹੋਣ ਵਾਲੀ ਹੈ। ਥੋੜੀ ਹੁਣ ਕਿਵੇਂ ਹੋਊ? ਉਹ ਜਿਹੜੇ ਝੂਠ ਬੋਲੇ ਹੋਏ ਨੇ ਨਾ, ਹਾਂ 1400 ਸਾਲ ਤੱਕ ਬੇਵਕੂਫ ਬਣਾਤਾ ਤੁਸੀਂ। ਲੋਕ ਵੇਟ ਕਰਦੇ, ਲੋਕਾਂ ਨੂੰ ਵੇਟ ਕਰਦੇ ਰਹੇ ਵੀ ਹੋ ਜੂ, ਜਾਂ ਹੁਣ ਨਹੀਂ ਹੋਇਆ। ਹੁਣ ਉਹ ਡਿਫਿਊਜ਼ ਹੋ ਗਿਆ, ਧਰਮ ਡਿਫਿਊਜ਼ ਹੋ ਜਾਣਾ, ਲੋਕਾਂ ਦਾ ਵਿਸ਼ਵਾਸ ਉੱਠ ਜਾਣਾ ਕਿ ਸਾਇੰਸ ਇੰਨੀ ਤਰੱਕੀ ਤੇ ਆ ਗਈ। ਉੱਧਰ ਤਾਂ ਸਾਇੰਸ ਦਾ ਖਤਰਾ, ਸਾਇੰਸ ਨੇ ਜ਼ਾਹਰ ਕਰਤਾ, ਬਹੁਤ ਕੁਝ ਸਾਬਤ ਕਰਤਾ ਜੋ ਉਹਨਾਂ ਨੇ ਕਿਹਾ ਸੀ ਗਲਤ।
ਤੇ ਲੋਕ ਇਹ ਸਿਆਣੇ ਹੋ ਗਏ, ਆਪੇ ਸਿਆਣੇ ਹੋ ਗਏ, ਮੁਸਲਮਾਨ ਨੇ ਸਿਆਣੇ ਹੋ ਗਏ, ਉਹਨਾਂ ਦਾ ਵਿਸ਼ਵਾਸ ਨਹੀਂ ਰਿਹਾ ਹੁਣ। ਹਾਂ, ਜਿਹੜੇ ਕੱਟੜਵਾਦੀ ਨੇ ਉਹ ਤਾਂ ਹੀ ਪੋਲੀਓ ਦੀ ਬੂੰਦਾਂ ਪਿਲਾਉਣ ਦੇ ਖਿਲਾਫ ਨੇ, ਵਿਗਿਆਨ ਦੇ ਖਿਲਾਫ ਨੇ। ਉਹ ਵਿਗਿਆਨ ਦੀ ਉਹ ਖਿਲਾਫਤ ਕਰ ਰਹੇ ਨੇ। ਵਿਗਿਆਨ ਨੇ ਪੋਲੀਓ ਦੀਆਂ ਬੂੰਦਾਂ ਪੈਦਾ ਕੀਤੀਆਂ ਨੇ ਨਾ, ਕਿ ਆਉਣ ਵਾਲੀ ਬਿਮਾਰੀ ਹੋਊਗੀ ਨਹੀਂ ਜੇ ਪੀ ਲਓਗੇ। ਵਿਗਿਆਨ ਤੋਂ ਡਰੇ ਹੋਏ ਨੇ ਉਹ, ਵਿਗਿਆਨ ਤੋਂ ਭੈਭੀਤ ਹੋਣ ਦੀ ਨਿਸ਼ਾਨੀ ਹੈ ਉਹਨਾਂ ਦੀ। ਵਿਗਿਆਨ ਦਾ ਵਿਰੋਧ ਕਰ ਰਹੇ ਨੇ, ਖੁੱਲ੍ਹ ਕੇ ਅੱਗੇ ਨਾ ਵਿਗਿਆਨ ਦੇ ਵਿਰੋਧ 'ਚ। ਬਸ ਉਹ ਉਹਨਾਂ ਦਾ ਧਰਮ ਹੁਣ ਸਮਝੋ ਵੈਂਟੀਲੇਟਰ ਤੇ ਪਿਆ, ਵੈਂਟੀਲੇਟਰ ਤੇ ਆ ਉਹ, ਹੋਰ ਕੁਝ ਨਹੀਂ ਹੈ। ਤਾਂ ਡਰੇ ਹੋਏ ਨੇ, ਉਹੀ ਤਰਾਸ ਮੰਨਦੇ ਨੇ, ਭੈਭੀਤ ਹੁੰਦੇ ਨੇ ਜਿੱਥੇ ਅਗਿਆਨਤਾ ਹੁੰਦੀ ਹੈ ਵਿਗਿਆਨ ਤੋਂ।